ਪਤਾ ਤਰਬੀਅਤ ਚੱਲ ਰਹੀ ਤੇਰੇ ਨਹੀਂ ਤੇ ਇਹ ਉਹਨੇ ਆ ਕੇ ਕਿਹਾ ਜਿਹਦੀ ਤਰਬੀਅਤ ਜਿਹੜਾ ਬੋਲਿਆ ਉਹਦੀ ਤਰਬੀਅਤ ਹੈ। ਆਪ ਦਾ ਪਤਾ ਚੱਲ ਰਿਹਾ ਕਿ ਉਹਨੇ ਕਿਸ ਤਰ੍ਹਾਂ ਤੇਰੀ ਤਰਬੀਅਤ ਕੀਤੀ, ਕਿਸ ਤਰ੍ਹਾਂ ਦੀ ਮਤਲਬ ਉਹਨੂੰ ਕਵੇਗਾ ਨਾ ਗਲਤ ਹੈ, ਅਗਰ ਜਮੀਲ ਦਾ ਮਤਲਬ ਗਲਤ ਜਮੀਲ ਨੂੰ ਗਲਤ ਕਹੇਗਾ ਤੇ ਜਮਾਤ ਗਲਤ ਹੋ ਜਾਂਦੀ ਹੈ ਨਾ, ਜਮਾਤ ਗਲਤ ਸਾਬਤ ਹੋ ਜਾਂਦੀ ਹੈ ਜਮੀਲੇ ਨੂੰ ਗਲਤ ਕਹੇ। ਮਤਲਬ ਕੈਸਰ ਸਾਹਿਬ ਤੁਸੀਂ ਇਨਸਾਫ, ਤੁਸੀਂ ਤੁਹਾਡੀ ਬਰਾੜ ਹੈ, ਤੁਸੀਂ ਇਨਸਾਫ ਕਰੋ ਕਿ ਕੀ ਹੋਇਆ ਬਈ ਦੱਸੋ। ਮੈਂ ਇਨਸਾਫ ਕਰ ਰਿਹਾ, ਮੈਂ ਤੇ ਸ਼ੋਇਬ ਰਾਜਾ ਬਾਈ ਨੂੰ ਚੁੱਕਣਾ ਵੀ ਨਹੀਂ ਸੀ ਚਾਹੁੰਦਾ। ਇਹ ਪਤਾ ਨਹੀਂ ਕਿਹਨੇ ਚੁੱਕ ਲਿੱਤਾ, ਮੈਨੂੰ ਪਤਾ ਸੀ ਇਹਨਾਂ ਨੇ ਆਣਾ ਤੇ ਇੱਥੇ ਝਗੜਾ ਹੋ ਫਿਰ ਸ਼ੇਰ ਰਾਜ ਜਜ਼ਾਕੱਲਾ ਜੀ, ਬਹੁਤ ਸ਼ੁਕਰੀਆ। ਨਹੀਂ ਮੇਰੀ ਗੱਲ ਸੁਣੋ ਨਜ਼ੀਰ ਸਾਹਿਬ, ਅਗਰ ਤੇ ਮੈਂ ਵਾਕਈ ਜਿਹੜੀ ਯੂਸਫੀ ਵਾਲੀ ਗੱਲ ਹੈ ਕਿ ਮੈਂ ਜਮੀਲ ਨੂੰ ਕਿਹਾ ਕਿ ਤੂੰ ਮੈਨੂੰ ਭੈਣ ਦਾ ਰਿਸ਼ਤਾ ਦੇ ਦੇ, ਫਿਰ ਤੇ ਮੈਂ ਮੰਨਣਾ ਮੈਂ ਗਲਤ ਆ ਤੇ ਮੈਂ ਚਲਾ ਵੀ ਜਾਣਾ, ਤੂੰ ਮੈਂ ਮਾਜ਼ਰਤ ਕਰਕੇ ਚੱਲ। ਅਗਰ ਮੈਂ ਐਸੀ ਕੋਈ ਗੱਲ ਨਹੀਂ ਕੀਤੀ, ਮੈਂ ਸਿਰਫ ਇੰਨੀ ਗੱਲ ਕੀਤੀ ਕਿ ਸਾਡਾ ਇਹਨਾਂ ਦਾ ਅਕੀਦੇ ਦਾ ਇਤਲਾਫ ਹੈ, ਉਹਦੇ ਤੇ ਗੱਲ ਕਰੋ। ਤੇ ਇਹ ਮੈਂ ਕੀ ਮੰਨ ਮੇਰੀ ਕਿਆ ਇਹ ਮੈਂ ਗਲਤ ਕਰ ਗਈ? ਮੇਰਾ ਜਾਇਜ਼ ਮੁਤਾਲਬਾ ਨਹੀਂ ਹੈ? ਤੁਹਾਡੀਆਂ ਬਰਾਡਾਂ ਦੇ ਉੱਤੇ ਕੀ ਹੋ ਰਿਹਾ ਹੁੰਦਾ? ਤੁਸੀਂ ਜਿਹੜੇ ਬਰਾਡ ਲਾਈ ਹੁੰਦੀ ਹੈ, ਮੇਰੀ ਗੱਲ ਸੁਣ, ਨਾਦਰ ਮਸਰੂਰ ਨੇ ਬਰਾੜ ਲਾਈ ਹੈ, ਮੀਰ ਸਲੀਮ ਨੇ ਬਰਾੜ ਲਾਈ ਹੈ, ਉਸ ਤੋਂ ਬਾਅਦ ਡਾਕਟਰ ਨੇ ਬਰਾੜ ਲਾਈ ਹੈ, ਰੂਹਾਨੀ ਹਜ਼ਾਇਨ ਨੇ ਬਰਾੜ, ਉਹ ਲੋਕਾਂ ਦਾ ਹਾਲ ਪੁੱਛ ਰਹੇ ਹੁੰਦੇ ਨੇ ਜਿਹੜੇ ਜਾਂਦੇ ਨੇ ਉੱਥੇ ਸਾਡੇ ਲੋਕ। ਤੁਸੀਂ ਉਹਨਾਂ ਦਾ ਹਾਲ ਪੁੱਛ ਰਹੇ ਹੁੰਦੇ ਹੋ ਕਿ ਆ ਇੱਧਰ ਤੇਰਾ ਕੀ ਹਾਲ ਹੈ, ਤੂੰ ਠੀਕ ਹੈ, ਤੂੰ ਅੱਜ ਰੋਟੀ ਖਾਧੀ ਆ, ਡਾਕਟਰ ਕੋਲ ਗਿਆ ਹੈ, ਇੰਨੀਆਂ ਗੱਲਾਂ ਹੋ ਰਹੀਆਂ ਹੁੰਦੀਆਂ ਨੇ ਉੱਥੇ ਸਟ੍ਰੇਟ ਫਾਇਰ ਚੱਲ ਰਹੇ ਹੁੰਦੇ ਨੇ। ਇੱਕ ਲਤੀਫਾ ਤੁਸੀਂ ਸਾਡੇ ਕੋਲ ਆ ਕੇ ਬਹਿ ਜਾਓ ਤੇ ਅਸੀਂ ਤੁਹਾਨੂੰ ਤੁਹਾਡਾ ਹਾਲ ਪੁੱਛਦੇ ਰਹੀਏ। ਇੱਕ ਲਤੀਫਾ ਸੁਣ ਲਓ, ਇੱਕ ਬਜ਼ੁਰਗ ਲਤੀਫਾ ਸੁਣਾਓ। ਤੁਸੀਂ ਉਹੀ ਕੰਮ ਕਰੋ ਜਿਹੜਾ ਬੰਬਾਸਟਿਕ ਕਰਕੇ ਗਿਆ, ਤੁਸੀਂ ਉਹੀ ਕੰਮ ਕਰੋ ਜੋ ਤੁਹਾਨੂੰ ਨਹੀਂ ਕਰਦੇ। ਇੱਕ ਬਜ਼ੁਰਗ ਸਨ ਤੇ ਉਹਨੂੰ ਇੱਕ ਬਜ਼ੁਰਗ ਕੋਲ ਇਹ ਬਜ਼ੁਰਗ ਤੁਸੀਂ ਆਪਣੇ ਕੋਲ ਰੱਖੋ, ਜਿਹੜਾ ਕੰਮ ਉਹ ਬੰਬਾਸਟਿਕ ਕਰਕੇ ਗਿਆ ਨਾ ਤੁਸੀਂ ਉਹ ਕਰੋ। ਸੁਣੋ ਨਾ ਕਿ ਤੁਹਾਡੇ ਕੋਲ ਲਤੀਫਾ ਸੁਣਨ ਵਾਸਤੇ ਬੈਠੇ ਸੁਣ ਲਓ ਬਈ, ਲਤੀਫਾ ਤੇ ਸੁਣ ਲਓ ਬਈ। ਕਿਉਂ ਸੁਣ ਲਈ ਲਤੀਫਾ? ਤੁਹਾਡਾ ਤਾਂ ਬਹਿ ਕੇ ਮੁਸਲਮਾਨਾਂ ਨੂੰ ਪਾਕਿਸਤਾਨ ਨੂੰ ਪੁੰਦੇ ਰਹਿੰਦੇ ਹੋ, ਉਸ ਟਾਈਮ ਤੁਸੀਂ ਜਾ ਕੇ ਕਦੇ ਨਹੀਂ ਕਿਹਾ ਕਿ ਹਾਲ ਚਾਲ ਪੁੱਛ ਲਿਆ ਕਰੋ ਯਾਰ, ਇਹਨਾਂ ਦਾ ਕੋਈ ਮਾਹੌਲ ਅੱਛਾ ਰੱਖੋ। ਉੱਥੇ ਜਾਏ ਨਾ ਤੇ ਤੇਰੇ ਜਨ ਨੂੰ ਚਪੇੜਾ ਮਾਰਦਾ ਮੀਰ ਸਲੀਮ ਤੇ ਉਹ ਨਾਦਰ ਮਸਰੂਰ, ਗਾਲਾਂ ਕਰਕੇ ਤੇਰੇ ਜਨ ਥੱਲੇ ਲਾ ਦਿੰਦੇ ਨਾ। ਬੁਰੀ ਔਰਤ ਦੀ ਤਰ੍ਹਾਂ ਲੜਾਈ ਕਰਨ ਲੱਗ ਪੈਂਦੇ। ਇੱਕ ਦਿਨ ਤੂੰ ਗਿਆ ਸੀ ਨਾ ਲੈ ਕੇ, ਮਤਲਬ ਕੈਂਸਰ ਨੂੰ ਲੈ ਕੇ ਗਿਆ ਸੀ ਨਾ। ਤੁਸੀਂ ਵੀ ਤੇ ਜ਼ਨਾਨੀ ਆ ਰਹੀ, ਕੋਈ ਗੱਲ ਕਰਨ ਲੱਗੇ ਹੋ, ਕੋਈ ਗੱਲ ਕਰੋ ਤਾਂ ਬੰਦੇ ਵਾਲੀ ਗੱਲ ਕਰੋ। ਸ਼ੇਖ ਸਾਹਿਬ ਮੈਂ ਨਹੀਂ ਲੜਨਾ, ਤੁਸੀਂ ਲੜਨਾ। ਨਜ਼ੀਰ ਸਾਹਿਬ ਤੁਸੀਂ ਲੈ ਕੇ ਗਏ ਸੀ ਨਾ ਇੱਕ ਦਿਨ, ਮਤਲਬ ਕੈਂਸਰ ਨੂੰ ਤੇ ਗਾਲਾਂ ਖਾ ਕੇ ਆਏ ਸੀ ਉਹ ਮੀਰ ਸਲੀਮ ਕੋਲੋਂ ਕਿ ਨਹੀਂ? ਗੱਲ ਸੁਣੋ, ਸੈਫੀ ਕੋਲੋਂ ਗਾਲਾਂ ਖਾ ਕੇ ਆਏ ਸੀ ਉਹ ਜਾਂ ਨਹੀਂ? ਸ਼ੋਏਬ ਰਾਜਾ ਸਾਹਿਬ ਮੇਰਾ ਲੜਾਈ ਤੁਹਾਨੂੰ ਗਾਲਾਂ ਕੱਢਦੇ ਨੇ ਨਜ਼ੀਰ ਸਾਹਿਬ। ਸੁਣੋ ਮੈਂ ਜਿਹੜਾ ਲੜਾਈ ਨਹੀਂ ਕਰਨਾ ਚਾਹੁੰਦਾ, ਮੇਰਾ ਮਜ਼ਾਕ। ਹਾਂ ਲਤੀਫਾ ਸੁਣੋ, ਰਾਜਾ ਨੂੰ ਥੱਲੇ ਲਾ ਦਿਓ ਯਾਰ, ਸ਼ੋਏਬ ਰਾਜਾ ਨੂੰ ਥੱਲੇ ਲਾ। ਨਹੀਂ ਥੱਲੇ ਨਾ ਲਾਓ, ਗੱਲ ਕਰਦਾ ਅਸੀਂ ਗਾਲੀ ਨਹੀਂ ਕਰਨੀ। ਸ਼ੋਏਬ ਸਾਹਿਬ ਅਸੀਂ ਗਾਲੀ ਕਰਨੀ ਨਹੀਂ ਤੇ ਹੋਣਾ ਹੀ ਨਹੀਂ ਕੁਝ ਨਹੀਂ ਨਾ। ਮੈਂ ਸ਼ੋਏਬ ਭਾਈ ਨੂੰ ਕਹਿ ਰਿਹਾ ਗਾਲੀ ਨਹੀਂ ਮੈਂ ਕਰਨੀ। ਤੁਸੀਂ ਇੰਜ ਕਰੋ ਨਾ, ਨਜ਼ੀਰ ਸਾਹਿਬ ਨੂੰ ਮੋਡਰੇਟਰ ਬਣਾ ਦਿਓ। ਨਹੀਂ ਮੈਂ ਤਾਂ ਖਾਲੀ ਕਿਹਾ ਕਿ ਬਈ ਦੇਖ ਲਤੀਫਾ ਤੁਹਾਨੂੰ ਸੁਣਾ ਰਿਹਾ ਮੈਂ ਕਿ ਬਜ਼ੁਰਗ ਸਨ, ਉਹਨੂੰ ਸ਼ਿਕਾਇਤ ਆਈ। ਲਤੀਫਾ ਤੁਸੀਂ ਸਾਨੂੰ ਨਾ ਸੁਣਾਓ, ਕੋਈ ਹੋਰ ਗੱਲ ਕਰਨੀ ਤਾਂ ਕਰੋ। ਲਤੀਫਾ ਲਤੂਫਾ ਸੁਣਨ ਵਾਸਤੇ ਸੁਣ ਲੈਣੇ ਤੇ ਡਰਾਮਾ ਲੱਗਿਆ ਹੋਇਆ ਨਾ, ਤੂੰ ਲਤੀਫਾ ਸੁਣਾਏਗਾ ਸਾਨੂੰ। ਸਬਕ ਹੁੰਦਾ ਨਾ ਯਾਰ, ਸਬਕ ਹੁੰਦਾ ਨਾ। ਇਹ ਗੱਲ ਨਹੀਂ ਕੋਈ ਗੱਲ ਕਰਨੀ ਜੇ, ਕੋਈ ਇਲਮ ਵਾਲੀ ਗੱਲ ਕਰਨੀ ਜੇ ਤਾਂ ਕਰੋ। ਇਹ ਦੱਸੋ ਇਲਮ ਵਾਲੀ ਬੜੀ ਮਸੀਹ ਮੌਤ ਕਿੱਥੋਂ ਆ ਗਿਆ? ਬੜੀ ਇਲਮੀ ਗੱਲ ਹੈ। ਦੱਸੋ ਮਸੀਹ ਮੌਤ ਕਿੱਥੋਂ ਆ ਗਿਆ? ਇਹ ਦੱਸੋ, ਇਹਦੇ ਬਾਰੇ ਦੱਸੋ ਕਿ ਮਸੀਹ ਮੌਤ ਕਿੱਥੋਂ ਆ ਗਿਆ? ਉਹ ਅੱਲਾ ਦੀ ਤਰਫੋਂ ਆ ਗਿਆ ਨੇ, ਅੱਲਾ ਨੇ ਭੇਜਿਆ। ਅੱਲਾ ਨਾਲ ਲੜਾਈ ਕਰੋ, ਉਹਦਾ ਕੋਈ ਮਤਲਬ ਦਲੀਲ ਨਾਲ ਗੱਲ ਕਰੋ ਨਾ। ਅੱਲਾ ਭੇਜਦਾ ਦਲੀਲ, ਆਪਣੇ ਬੰਦੇ ਅੱਲਾ ਭੇਜਦਾ ਹੈ, ਉਹਦੇ ਤਰਫੋਂ ਆਏ ਨਾ। ਤੁਸੀਂ ਅੱਲਾ ਤੇ ਭੇਜ ਦਿੰਦਾ ਹੈ, ਅੱਲਾ ਤੇ ਬਿਲਕੁਲ ਉਹ ਗੱਲ ਤਾਂ ਠੀਕ ਹੈ। ਅੱਲਾ ਨੇ ਤੇ ਬੰਦਾ ਹੀ ਭੇਜਿਆ ਸੀ ਨਾ, ਮਸੀਹ ਮੌਤ ਨਹੀਂ ਭੇਜਿਆ। ਅੱਲਾ ਨੇ ਬੰਦਾ ਹੀ ਭੇਜਿਆ। ਪੁੱਛੋ ਕਿਉਂ ਭੇਜਿਆ, ਅੱਲਾ ਕੋਲ ਪੁੱਛੋ ਕਿਉਂ ਭੇਜਿਆ। ਜੋ ਬੰਦਾ ਤੇ ਭੇਜਿਆ ਤੁਸੀਂ ਕੋ ਨਾ, ਬੰਦਾ ਆਇਆ ਅੱਗੋਂ ਮਸੀਹ ਮੌਤ ਕਿੰਨੇ ਭੇਜਿਆ? ਮਸੀਹ ਮੌਤ ਕਿਸ ਤਰ੍ਹਾਂ ਬਣ ਗਿਆ? ਲਤੀਫਾ ਸੁਣ ਲਓ ਤੇ ਫਿਰ ਤੁਹਾਨੂੰ ਸਾਰੀ ਇਹ ਲਤੀਫਾ ਹੀ ਇਸ ਤੋਂ ਵੱਡਾ ਹੋਰ ਕੀ ਲਤੀਫਾ ਹੋਣਾ? ਅੱਲਾ ਨੇ ਬੰਦਾ ਭੇਜਿਆ, ਉਹ ਕਹਿੰਦਾ ਨਹੀਂ ਮੈਂ ਮਸੀਹ ਮੌਤ ਦਾ। ਹੁਣ ਅੱਲਾ ਲਤੀਫਾ ਹੋ ਸਕਦਾ, ਇਸ ਤੋਂ ਵੱਡਾ ਕੋਈ ਲਤੀਫਾ ਹੋ ਸਕਦਾ? ਦੱਸੋ। ਅੱਲਾ ਨੇ ਬੰਦਾ ਬਣਾ ਕੇ ਭੇਜਿਆ, ਉਹ ਕਹਿੰਦਾ ਨਹੀਂ ਮੈਂ ਮਸੀਹ ਮੌਤ ਦਾ ਬੰਦਾ ਮੈਂ मैं खाकी हूँ प्यारे ना आदमजाद हूँ बशर के जाए नफरत इंसानों की यार हूँ। अल्लाह ने क्या बंदा है? ਇਸ ਤੋਂ ਵੱਡਾ ਲਤੀਫਾ ਨਜ਼ੀਰ ਸਾਹਿਬ ਤੁਹਾਨੂੰ ਕਿਤੇ ਸੁਣਾਇਆ ਨਾ ਕਦੇ ਕਿਸੇ ਨੇ? ਉਹ ਤੁਸੀਂ ਪੂਰੀ ਜਿਹੜੀ ਨਾ ਕੌਮ ਮੁਖ ਲਤੀਫਾ ਬਣਦੇ ਹੋ, ਹੁਣ ਕੀ ਹੋ ਸਕਦਾ ਉਹਦੇ? ਮੈਂ ਉਹੀ ਤਾਂ ਕਹਿ ਰਿਹਾ ਨਾ, ਪੂਰੀ ਕੌਮ ਨੂੰ ਲਤੀਫਾ ਬਣਾ ਕੇ ਰੱਖ ਦਿੱਤਾ ਨਾ। ਜੋ ਬਦੁਆਵਾਂ ਦਾ ਟਾਈਮ ਸ਼ੁਰੂ ਹੋ ਗਿਆ ਜੇ, ਹੁਣ ਬਦੁਆਵਾਂ ਆਉਂਦੀਆਂ ਜੀ। ਨਜ਼ੀਰ ਸਾਹਿਬ ਨੇ ਪਹਿਲੀ ਬਦੁਆ, ਨਜ਼ੀਰ ਸਾਹਿਬ ਪਹਿਲੀ ਬਦੁਆ ਕੀ ਹੈ? ਚਲੋ ਤੁਸੀਂ ਨਜ਼ੀਰ ਸਾਹਿਬ ਇੱਕ ਵਾਰੀ ਚੁੱਪ ਕਰ ਜਾਓ। ਸਿੱਧੂ ਜੱਟ ਸਾਹਿਬ ਆਏ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹੋ, ਤੁਹਾਡੀ ਗੱਲ ਹੋ ਗਈ। ਇੱਕ ਮਿੰਟ ਜ਼ਰਾ ਖਾਮੋਸ਼ ਹੋ ਜਾਓ। ਸਿੱਧੂ ਜੱਟ ਸਾਹਿਬ ਕੀ ਹਾਲ ਹੈ ਜੀ? अस्सलाम वालेकुम। मैं बड़े 15-20 ਮਿੰਟਾਂ ਬਲਕਿ ਅੱਧੇ ਘੰਟੇ ਤੋਂ ਸੁਣ ਰਿਹਾ ਸੀ ਜਦੋਂ ਐਪਲ ਪਿਕਿੰਗ ਦੀ ਗੱਪਸ਼ਪ ਹੋ ਰਹੀ ਸੀ, ਔਰ ਮੈਂ ਬੜਾ ਖੁਸ਼ ਸਾਂ ਕਿ ਕਿੱਡੇ ਪੁਰਅਮਨ ਔਰ ਖੁਸ਼ਗਵਾਰ ਫਿਜ਼ਾ ਇੱਥੇ ਕਾਇਮ ਹੈ। ਔਰ ਨਜ਼ੀਰ ਸਾਹਿਬ ਮਾਸ਼ਾਅੱਲਾ ਬੜੇ ਅੱਛੇ ਤਰੀਕੇ ਨਾਲ ਬੜੇ ਹੱਸ ਖੇਡ ਕੇ ਸਾਡੇ ਨਾਲ ਸਭ ਨਾਲ ਗੁਫ਼ਤਗੂ ਕਰ ਰਹੇ ਸਨ, ਔਰ ਮੇਰੀ ਦਿਲੀ ਖੁਆਇਸ਼ ਸੀ ਕਿ ਇਸ ਤਰ੍ਹਾਂ ਹੀ ਜਾਰੀ ਰਹੇ। ਔਰ ਮੈਂ ਹੁਣ ਇਸ ਵਾਸਤੇ ਆਇਆ ਕਿ ਮੈਨੂੰ ਅਫਸੋਸ ਹੈ ਕਿ ਜਿਹਦਾ ਵੀ ਕਸੂਰ ਹੈ, ਮੈਨੂੰ ਉੱਤੇ ਅਫਸੋਸ ਹੈ। ਔਰ ਇਸ ਵੇਲੇ ਮੈਂ ਨਜ਼ਰ ਵਿੱਚ ਕਿਹਦਾ ਕਸੂਰ ਹੈ ਜ਼ਰਾ ਉਹ ਤਾਂ ਦੱਸੋ। ਬੜੇ ਬਾਰੀਕ ਨਜ਼ਰ ਰੱਖਦੇ ਹੋ ਤੁਸੀਂ। ਅਗਰ ਅਹਿਮਦੀ ਨੇ ਕੋਈ ਜ਼ਿਆਦਤੀ ਕੀਤੀ ਤੇ ਮੈਂ ਉੱਤੇ ਅਫਸੋਸ ਕਰਾਂਗਾ,
ਨਹੀਂ ਅਗਰ ਇਸ ਕਿਉਂ ਵਿੱਚ ਵਾਸਤੇ ਪਾਉਂਦੇ ਹੋ ਯਾਰ, ਇਹ ਤੁਸੀਂ ਮਤਲਬ ਜਦੋਂ ਮੈਂ ਹੁਣ ਉਹਦੀ ਤਾਂ ਅਰਜ਼ ਕਰਨਾ, ਮੈਨੂੰ ਗੱਲ ਕਰਨ ਦਿਓ। ਤੁਸੀਂ ਕਹਿ ਰਹੇ ਹੋ ਮੈਂ 27 ਮਿੰਟ ਤੋਂ ਸੁਣ ਰਿਹਾ, ਤੇ ਫਿਰ ਤੁਸੀਂ ਸਾਰੀ ਗੱਲ ਸੁਣੀ ਹੋਈ ਹੈ ਫਿਰ ਯਾਰ ਰਾਜਾ ਮਜਬੂਰੀਆਂ ਸਮਝ ਲਈਦੀਆਂ ਨੇ, ਜਦੋਂ ਗੱਲ ਅਗਰ ਤੇ ਆ ਗਈ ਤਾਂ ਸਮਝੋ ਹਾਂ ਕੀ ਹੋ ਗਿਆ, ਜਦੋਂ ਗੱਲ ਕਰ ਰਹੇ ਨੇ ਠੀਕ ਹੈ। ਸੁਣੋ ਮੇਰੀ ਯਾਰ ਸੁਣੋ, ਇਸ ਤਰ੍ਹਾਂ ਹੈ ਕਿ ਜਰਮਨ ਜ਼ਬਾਨ ਦਾ ਇੱਕ ਮੁਹਾਵਰਾ ਜਿਹਦੀ ਮੈਂ ਟ੍ਰਾਂਸਲੇਸ਼ਨ ਕਰਨ ਲੱਗਾ ਆਪਣੀ ਦੇਸੀ ਜ਼ਬਾਨ ਦੇ ਵਿੱਚ, ਉਹ ਇਸ ਤਰ੍ਹਾਂ ਹੈ ਕਿ ਜਿਹੜਾ ਮਿਊਜ਼ਿਕ ਹੁੰਦਾ ਉਹ ਟੋਨ ਜਿਹੜੀ ਉਹ ਡਿਸਾਈਡ ਕਰਦੀ ਕਿਸ ਤਰ੍ਹਾਂ ਦਾ ਮਿਊਜ਼ਿਕ ਹੋਏਗਾ, ਤੇ ਜਿਸ ਤਰ੍ਹਾਂ ਦੀ ਟੋਨ ਦੇ ਵਿੱਚ ਤੁਸੀਂ ਇੱਕ ਦੂਸਰੇ ਦੇ ਨਾਲ ਗੁਫ਼ਤਗੂ ਸਟਾਰਟ ਕਰੋਗੇ, ਉਹਦੇ ਫਿਰ ਅਸਰਾਤ ਜਿਹੜੇ ਨੇ ਉਹ ਬਾਅਦ 'ਚ ਜ਼ਾਹਿਰ ਹੋ ਜਾਂਦੇ ਨੇ। ਤੇ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਆਪਸ ਦੇ ਵਿੱਚ ਜਦੋਂ ਤੁਸੀਂ ਗੁਫ਼ਤਗੂ ਕਰਦੇ ਹੋ ਤਾਂ ਟੋਨ ਜਿਹੜੀ ਤੁਹਾਡੀ ਉਹ ਬੜੀ ਮੁਤਦਿਲ ਹੋਵੇ, ਤੇ ਫਿਰ ਇਨਸ਼ਾਅੱਲਾ ਨਹੀਂ ਲੜਾਈ ਹੋਏਗੀ। ਬਾਕੀ ਇਹ ਤੁਹਾਡੇ ਇਤਰਾਜ਼ਾਤ ਜਿਹੜੇ ਨੇ ਉਹ ਤੇ ਇਨਸ਼ਾਅੱਲਾ ਚੱਲਦੇ ਰਹਿਣੇ ਨੇ, ਲੇਕਿਨ ਕਮ ਸੇ ਕਮ ਅਸੀਂ ਅੱਛੇ ਇਨਸਾਨਾਂ ਵਾਂਗੂ ਆਪਸ 'ਚ ਮਿਲ ਕੇ ਤੇ ਗੁਫ਼ਤਗੂ ਕਰ ਸਕਦੇ ਹਾਂ। ਤੇ ਮੇਰੀ ਇਹ ਰਿਕੁਐਸਟ ਹੈ ਕਿ ਤੁਸੀਂ ਸਿਰਫ ਆਪਣਾ ਐਟੀਟਿਊਡ ਸਾਡੇ ਅਹਿਮਦੀਆਂ ਨੂੰ ਵੀ ਕਰਨਾ ਚਾਹੀਦਾ ਹੈ, ਉਹਨਾਂ ਨੂੰ ਇਸ ਤਰ੍ਹਾਂ ਰਿਐਕਟ ਨਹੀਂ ਕਰਨਾ ਚਾਹੀਦਾ। ਅਗਰ ਉਹਨਾਂ ਨਾਲ ਕੋਈ ਜ਼ਿਆਦਤੀ ਹੁੰਦੀ ਵੀ ਤਾਂ ਬਰਦਾਸ਼ਤ ਕਰਨੀ ਚਾਹੀਦੀ ਉਹਨਾਂ ਨੂੰ। ਅਸੀਂ ਤਾਂ ਸਾਰੀ ਉਮਰ ਬਚਪਨ ਤੋਂ ਹੋਸ਼ ਸੰਭਾਲਣ ਤੋਂ ਲੱਗ ਕੇ ਹੁਣ ਤੱਕ ਬਹੁਤ ਸਾਰੀਆਂ ਚੀਜ਼ਾਂ ਅਸੀਂ ਬਰਦਾਸ਼ਤ ਕੀਤੀਆਂ ਨਾਲ ਕਰਦੇ ਰਹਾਂਗੇ। ਔਰ ਤੁਸੀਂ ਵੀ ਕੋਸ਼ਿਸ਼ ਕਰੋ ਕਿ ਮੈਂ ਬਰਾਦਰਾਨਾ ਅਰਜ਼ੀ ਕਰ ਸਕਦਾ ਕਿ ਮੈਂ ਥੱਲੇ ਲੈ ਜਾਣਾ ਸ਼ਾਰਪ ਸ਼ੂਟਰ ਹੈ ਉਹਨੂੰ ਲੋਕ। ਹਾਂਜੀ ਚਲੋ ਠੀਕ। ਹਾਂ ਸਿੱਧੂ ਜੱਟ ਸਾਹਿਬ ਮੈਂ ਤੁਹਾਨੂੰ ਇੱਕ ਮੈਂ ਗੱਲ ਦੱਸਾਂ, ਮੈਂ ਉਤਰਦਾ ਵਾਂ, ਕੋਈ ਗੱਲ ਨਹੀਂ, ਸ਼ਾਰਪ ਸ਼ੂਟਰ ਨੂੰ ਲੈ ਲੈਣੇ ਆ, ਤੁਸੀਂ ਬੈਠੋ। ਮੈਂ ਮੇਰੀ ਗੱਲ ਸੁਣੋ, ਮੈਨੂੰ ਉਹਨਾਂ ਦੋ ਤਾਨੇ ਮਾਰੇ ਨੇ, ਇੱਕ ਅਨਪੜ੍ਹ ਤੇ 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 ਜਾਹਿਲ ਦਾ, ਠੀਕ ਹੈ। ਦੂਸਰਾ ਉਹਨਾਂ ਮੈਨੂੰ ਕਿਹਾ ਗੁਲਾਮੀ ਚ ਵੇ, ਅਰਬੀਆਂ ਦੀ ਗੁਲਾਮੀ ਚ, ਠੀਕ ਹੈ। ਇਹ ਦੋ ਤਾਨੇ ਮਾਰੇ ਨੇ, ਮੈਂ ਇਗਨੋਰ ਕਰ ਗਿਆ। ਕਿਸ ਵਜ੍ਹਾ ਸੀ, ਗੱਲ ਇੱਕ ਅੱਛੇ ਤਰੀਕੇ ਨਾਲ ਹੋ ਰਹੀ ਸੀ, ਲੇਕਿਨ ਇਹਦੇ ਵਿੱਚ ਹੁਣ ਮਾਮਾ ਭੈਣਾਂ ਆ ਜਾਣੇ, ਮੇਰੀ ਜ਼ਾਤ ਤੱਕ ਹੈ ਸੀ ਤੇ ਮੈਂ ਬਰਦਾਸ਼ਤ ਕੀਤਾ। ਹੁਣ ਜਦੋਂ ਮਾਮਾ ਭੈਣਾਂ ਆ ਜਾਣਗੀਆਂ, ਯੂਸਫੀ ਦੀ ਮਾਂ ਭੈਣ ਨੂੰ ਗਾਲ ਕੱਢੇਗਾ, ਉਹ ਮੇਰੀ ਮਾਂ ਭੈਣ ਨੂੰ ਗਾਲ ਹੈ। ਨਹੀਂ ਸਭ ਦੀਆਂ ਮਾਂ ਭੈਣਾਂ ਸਾਂਝੀਆਂ ਹੁੰਦੀਆਂ ਨੇ, ਐਸੀ ਗੱਲ ਨਹੀਂ ਕਰਨੀ ਚਾਹੀਦੀ। ਔਰ ਇਸ ਤਰ੍ਹਾਂ ਦੀ ਗੁਫ਼ਤਗੂ ਜਿਹੜੀ ਹੈ ਉਹ ਤੁਹਾਨੂੰ ਨੁਕਸਾਨ ਦਿੰਦੀ ਸਭ ਨੂੰ। ਮੈਂ ਬੜਾ ਖੁਸ਼ ਹਾਂ ਕਿ ਬੜੀ ਅੱਛੀ ਗੁਫ਼ਤਗੂ ਹੋ ਰਹੀ ਹੈ। ਨਜ਼ੀਰ ਸਾਹਿਬ ਮਾਸ਼ਾਅੱਲਾ, ਔਰ ਤੁਹਾਡੀ ਸਾਰੀ ਮਹਿਫਲ ਬੜੀ ਹੱਸ ਖੇਡ ਕੇ ਬੜੇ ਪਿਆਰ ਮੁਹੱਬਤ ਨਾਲ ਹੋ ਰਹੀ ਸੀ। ਔਰ ਇਸ ਤਰ੍ਹਾਂ ਦਾ ਐਟੀਟਿਊਡ ਜਿਹੜਾ ਨਾ ਉਹ ਕੋਈ ਅੱਛਾ ਨਹੀਂ ਹੈ, ਤੁਹਾਡੇ ਵਾਸਤੇ ਨੁਕਸਾਨ ਦੇ, ਸਾਡੇ ਵਾਸਤੇ ਨੁਕਸਾਨ ਦੇ। ਤੇ ਇਸ ਵਾਸਤੇ ਰਿਕੁਐਸਟ ਹੀ ਕਰ ਸਕਦੇ, ਬਾਕੀ ਕੋਸ਼ਿਸ਼ ਕਰ ਸਕਦੇ ਥੋੜ੍ਹੀ ਜਿਹੀ। ਤੇ ਮੈਂ ਆਪਣੀ ਕੋਸ਼ਿਸ਼ ਪਾਉਣ ਵਾਸਤੇ ਮੈਂ ਉੱਤੇ ਆਇਆ ਕਿ ਟੋਨ ਜਿਹੜੀ ਹੈ ਉਹਨੂੰ ਬਾਹਰ ਮੁਅੱਤਲ ਕਰੋ, ਤੇ ਟੋਨ ਜਿਹੜੀ ਹੈ ਉਹ ਫਿਰ ਅੱਗੋਂ ਮਜ਼ੀਦ ਮਸਲਿਆਂ ਦੀ ਵਜ੍ਹਾ ਬਣਦੀ ਹੈ। ਟੋਨ ਨੂੰ ਲੋ ਹੀ ਰੱਖੋ ਤੇ ਇੱਕ ਦੂਸਰੇ ਨੂੰ ਇੱਜ਼ਤ ਇਹਤਰਾਮ ਦੇ ਨਾਲ ਗੁਫ਼ਤਗੂ ਕਰੋ, ਤੁਹਾਨੂੰ ਕੋਈ ਨੁਕਸਾਨ ਨਹੀਂ ਹੋਏਗਾ ਇਨਸ਼ਾਅੱਲਾ। ਕਿਸੇ ਨੂੰ ਆਪਣੀ ਟੋਨ ਨਾਲ ਨਾ ਕੋਈ ਕਿਸੇ ਨੂੰ ਹਰਾ ਸਕਦਾ ਹੈ, ਤੇ ਨਾ ਕਿਸੇ ਨੂੰ ਕੋਈ ਨੀਚਾ ਦਿਖਾ ਸਕਦਾ ਹੈ, ਨਾ ਕਿਸੇ ਨੂੰ ਕੋਈ ਤਕਲੀਫ ਪਹੁੰਚਾ ਸਕਦਾ ਹੈ। ਸਿਰਫ ਆਪਣਾ ਤੁਸੀਂ ਨੁਕਸਾਨ ਕਰਦੇ ਹੋ, ਸਾਰੇ ਅਸੀਂ ਆਪਣਾ ਨੁਕਸਾਨ ਕਰਨੇ, ਮੈਂ ਸਮਝਦਾ। ਤੇ ਜਜ਼ਾਕੱਲਾ, ਤੁਸੀਂ ਇਸ ਤਰ੍ਹਾਂ ਜਾਰੀ ਰੱਖੋ। ਮੈਂ ਸੁਣ ਰਿਹਾ ਸੀ ਬੜੇ ਤਵੱਜੋ ਨਾਲ, ਬੜਾ ਮੈਂ ਖੁਸ਼ ਹਾਂ ਕਿ ਆਪਸ ਮਿਲ ਕੇ ਬੈਠੇ ਨੇ। ਤੇ ਇੱਕ ਦੂਸਰੇ ਨੂੰ ਅਸੀਂ ਗਾਲੀਆਂ ਕੱਢ ਲਾਂਗੇ ਤੇ ਉਹ ਕਿਸੇ ਦਾ ਨੁਕਸਾਨ ਕੀ ਕਰਨਾ ਸੀ, ਉਹਦਾ ਆਪਣੇ ਨੁਕਸਾਨ ਕਰਨੇ। ਸਿੱਧੂ ਜੱਟ ਸਾਹਿਬ ਅੱਲਾਹ ਤਾਲਾ ਬੜਾ ਨਜ਼ੀਰ ਸਾਹਿਬ ਫਜ਼ਲ ਕਰਨ ਵਾਲਾ, ਕਰੀਬ ਟਾਈਮ ਹੈਗਾ ਕਿ ਸਾਰੇ ਮਿਲ ਕੇ ਬੈਠਣਗੇ ਨਜ਼ੀਰ ਸਾਹਿਬ 1 ਮਿੰਟ ਜ਼ਬਰ ਕਰ ਲਓ, ਸਾਰੇ ਮਿਲ ਕੇ ਬੈਠੇ ਆ। ਤੁਸੀਂ ਜੱਟ ਸਾਹਿਬ ਜਿਹੜੀ ਗੱਲ ਕੀਤੀ ਹੈ ਨਾ, ਇਸ ਤੋਂ ਪਹਿਲੇ ਵੀ MSR ਸਾਹਿਬ ਉੱਤੇ ਬੈਠੇ ਸਨ, ਉਦੋਂ ਤੁਹਾਡਾ ਇੱਕ ਜੁਮਲਾ ਥੱਲੇ ਮੈਂ ਪੜ੍ਹ ਰਿਹਾ ਸਾਂ, ਉਹ ਸਾਲੇ ਅਮਲ ਦੇ ਵਾਲੇ ਨਾਲ ਜਿਹੜੀ ਗੱਲ ਹੋ ਰਹੀ ਸੀ, ਉਦੋਂ ਵੀ ਉਹਨਾਂ ਨੇ ਦੌਰਾਨੇ ਗੁਫ਼ਤਗੂ ਕੋਈ ਲੂਜ਼ ਟਾਕ ਨਹੀਂ ਕੀਤੀ ਕਿਸੇ ਕਿਸਮ ਦੀ। ਚਲੋ ਉਹ ਚਲੇ ਗਏ ਨੇ। ਉਸ ਤੋਂ ਬਾਅਦ ਜਿਹੜੇ ਵੀ ਸਾਹਿਬ ਨਾਸਿਰ ਸਾਹਿਬ ਆਏ ਨੇ, ਉਹਨਾਂ ਨਾਲ ਗੁਫ਼ਤਗੂ ਸ਼ੁਰੂ ਹੋਈ, ਰੈਂਡਮ ਗੁਫ਼ਤਗੂ ਕਰ ਰਹੇ ਸਾਂ। ਤੀਸਰਾ ਬੰਦਾ ਜਦੋਂ ਉੱਤੇ ਆਇਆ, ਉਹਦੀ ਵੀ ਤੁਸੀਂ ਅਗਰ ਗੁਫ਼ਤਗੂ ਸੁਣੀਏ, ਇੱਕ ਬਿਲਕੁਲ ਲਾਈਟ ਮੋਡ ਦੇ ਵਿੱਚ ਬੜੇ ਹੀ ਅੱਛੇ ਅੰਦਾਜ਼ ਵਿੱਚ ਇੱਕ ਕੁਐਸਚਨ ਕੀਤਾ। ਅੱਗੋਂ ਉਹਨਾਂ ਨੇ ਮਾਵਾਂ ਭੈਣਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਗੱਲ ਇਹ ਵੇ ਕਿ ਜਿਹੜੇ ਤੁਸੀਂ ਕਰ ਰਹੇ ਹੋ ਕਿ ਮਿਊਜ਼ਿਕ ਜਿਹੜਾ ਉਹਨੂੰ ਡਿਸਾਈਡ ਕਰਦਾ ਟੋਨ ਨੂੰ, ਜਿਸ ਤਰ੍ਹਾਂ ਦੀ ਟੋਨ ਆਉਂਦੀ ਉਸੇ ਤਰ੍ਹਾਂ ਅੱਗੋਂ ਦੀ ਗਾਣਾ ਉਹਦੇ 'ਤੇ ਚੱਲਣਾ ਸ਼ੁਰੂ ਹੋ ਜਾਂਦਾ। ਇਹਦੇ 'ਚ ਕੋਈ ਸ਼ੱਕ ਨਹੀਂ। ਮਿਸਾਲ ਜਿਹੜੀ ਤੁਸੀਂ ਮਿਸਾਲ ਦਿੱਤੀ, ਹੁਣ ਅਗਰ ਇੱਕ ਬੰਦੇ ਦੇ ਜ਼ਿਹਨ ਦੇ ਵਿੱਚ ਹੋਵੇ ਹੀ ਹਰ ਵਕਤ, ਫਿਰ 1 ਦਫਾ 2 ਦਫਾ 4 ਦਫਾ ਬਾਰ-ਬਾਰ, ਅੱਜ ਦੀ ਗੱਲ ਨਹੀਂ, ਇਸ ਤੋਂ ਪਹਿਲੇ ਦੀ ਵੀ ਮੈਂ ਗੱਲ ਦੱਸ ਰਿਹਾ, ਬਾਰ-ਬਾਰ ਉਹਨੂੰ ਇਗਨੋਰ ਕੀਤਾ। ਔਰ ਇਹ ਮਾਹੌਲ ਅੱਛਾ ਕਰਨ ਵਾਸਤੇ ਨਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਬੰਦਾ ਆਇਆ ਨਾ, ਇਹਦੇ ਨਾਲ ਤੁਸੀਂ ਲਾਈਟ ਮੋਡ ਦੇ ਵਿੱਚ ਗੱਲ ਕਰੋ ਤਾਂ ਕਿ ਉਹਨੂੰ ਫਰੈਂਡਲੀ ਮਾਹੌਲ ਮਿਲੇ। ਔਰ ਜਿਹੜੀ ਵੀ ਗੱਲ, ਚਾਹੇ ਇਖਤਲਾਫੀ ਗੱਲ ਵੀ ਕਰਨੀ, ਕਿ ਫਰੈਂਡਲੀ ਮਾਹੌਲ ਦੇ ਵਿੱਚ ਹੁੰਦੀ ਹੋਵੇ ਨਾ, ਤਾਂ ਗੱਲ ਕਰਨ ਦਾ ਵੀ ਸਵਾਦ ਆਉਂਦਾ ਤੇ ਸੁਣਨ ਵਾਲੇ ਨੂੰ ਵੀ ਪਤਾ ਲੱਗਦਾ। ਲੇਕਿਨ ਇਹ ਬੰਦੇ ਦੀ ਜਿਹੜੀ ਨਾ ਇੱਕ ਹੈਪਚੁਅਲ ਹੋਵੇ, ਉਹਦੀ ਹਮੇਸ਼ਾ ਤੋਂ ਉਹਦੀ ਕੋਸ਼ਿਸ਼ ਇਹੀ ਹੋਵੇ ਕਿ ਜਦੋਂ ਵੀ ਮੈਂ ਗੱਲ ਕਰਨੀ ਕਿਸੇ ਦੀ ਮਾਂ ਭੈਣ ਤੋਂ ਪੁੱਛਣ ਤੋਂ ਇਲਾਵਾ ਕੋਈ ਗੱਲ ਨਹੀਂ ਕਰਨੀ। ਤੇ ਫਿਰ ਬਾਰ-ਬਾਰ ਜਦੋਂ ਤੁਸੀਂ ਉਹਨੂੰ ਪ੍ਰਵੋਕ ਕਰਦੇ ਹੋ ਨਾ, ਤਾਂ ਜ਼ਾਹਿਰੀ ਗੱਲ ਹੈ ਫਿਰ ਉਹੀ ਤੁਹਾਡੀ ਜ਼ਾਹਿਰੀ ਗੱਲ ਹੈ ਫਿਰ ਉਹੀ ਤੁਹਾਡੀ ਜ਼ਾਹਿਰੀ ਗੱਲ ਹੈ ਫਿਰ ਉਹੀ ਤੁਹਾਡੀ ਜ਼ਾਹਿਰੀ ਗੱਲ ਹੈ ਫਿਰ ਉਹੀ ਤੁਹਾਡੀ
ਤੇ ਜ਼ਾਹਿਰੀ ਗੱਲ ਹੈ ਫਿਰ ਉਹੀ ਤੋਂ ਤੁਹਾਡੀ ਤੇ ਜ਼ਾਹਿਰੀ ਗੱਲ ਹੈ ਫਿਰ ਉਹੀ ਤੋਂ ਤੁਹਾਡੀ ਗਿਆ ਜਿੰਨੇ ਮਾਮਾ ਭੈਣਾਂ ਦੀ ਗਾਲਾਂ ਕੱਢੀਆਂ ਨਾ ਉਹਨੂੰ ਨਹੀਂ ਕੋਈ ਇੱਕ ਵੀ ਗੱਲ ਕੀਤੀ ਹੈ ਕਿ ਯਾਰ ਉਹਨੇ ਗਲਤ ਗੱਲ ਕੀਤੀ। ਕਮ ਸੇ ਕਮ ਇੰਨੀ ਕਿਤੇ ਇਨਸਾਫ ਦੀ ਗੱਲ ਕਰ ਦਿਓ ਕਿ ਯਾਰ ਠੀਕ ਹੈ ਤੂੰ ਇੱਕ ਅੱਛੇ ਮਾਹੌਲ 'ਚ ਗੱਲ ਹੋ ਰਹੀ ਸੀ, ਇੱਕ ਬੰਦੇ ਨੇ ਆ ਕੇ ਮਾਹੌਲ ਖਰਾਬ ਕੀਤਾ, ਚੰਗਾ ਕੀਤਾ ਉਹਨੂੰ ਲਾ ਦਿੱਤਾ, ਦੁਬਾਰਾ ਗੱਲ ਸ਼ੁਰੂ ਕਰ ਲਓ। ਇੰਨੀ ਗੱਲ ਨਹੀਂ ਕਹਿੰਦੀ ਤੋਫੀਕ, ਉਲਟਾ ਇਲਜ਼ਾਮ ਲਾ ਦਿੱਤਾ ਜੀ ਇਹਨੇ ਜਿਹੜਾ ਨਾ ਸੁਹੇਬ ਰਾਜਾ ਨੇ ਆ ਕੇ ਵਿੱਚ ਇੰਟਰਪਟ ਕੀਤਾ ਤੇ ਉਹਨੇ ਮਾਹੌਲ ਖਰਾਬ ਕੀਤਾ। ਮਤਲਬ ਇੱਕ की जरूरत है इलाकी जरूरत ही नहीं में हारे नजीर साहब। ਨਹੀਂ ਦੇਖੋ ਅਰਜ਼ ਹੈ ਕਿ ਨਾਸਿਰ ਸਾਹਿਬ ਜੋ ਇੰਤਜ਼ਾਮ ਜਿਹੜੀ ਦੇਖੋ ਮਤਲਬ ਕੈਸਰ ਸਾਹਿਬ ਬਰਾੜ ਦੇ ਮਾਲਕ ਨੇ ਉਹਨਾਂ ਨੇ ਵੀ ਤੇ ਫਿਰ ਇਹੀ ਫੈਸਲਾ ਦੇ ਦਿੱਤਾ ਨਾ ਕਿ ਸ਼ੋਏਬ ਸਾਹਿਬ ਵੀ ਕੰਮ ਖਰਾਬ ਕੀਤਾ। ਫਿਰ ਮੈਂ ਗਲਤ ਗੱਲ ਕੀਤੀ। ਨਾਸਿਰ ਸਾਹਿਬ ਬੜੀ ਅੱਛੀ ਸਿੱਧੀ ਗੱਲ ਗੱਲ ਕਰ ਰਹੇ ਸਨ ਵੀ ਠੀਕ ਹੈ, ਲੇਕਿਨ ਸਾਡੇ ਅਹਿਮਦੀ ਭਾਈ ਵੀ ਜਿਹੜੇ ਨੇ ਫੈਸਲਾ ਨਹੀਂ ਦਿੱਤਾ ਹੈ ਨਜ਼ੀਰ ਸਾਹਿਬ, ਹੁਣੇ ਵੀ ਤੁਸੀਂ ਝੂਠ ਬੋਲੀ ਜਾ ਰਹੇ ਹੋ ਕਿ ਉਹਨੇ ਫੈਸਲਾ ਦੇ ਦਿੱਤਾ ਹੈ। ਇਹ ਦੇਖੋ ਨਾ, ਇਹ ਹੁੰਦੀ ਹੈ ਅਸਲ 'ਚ ਮੁਨਾਫਕਤ ਜਿਹੜੀ ਹੈ ਨਾ, ਇਹ ਕੁੱਟ-ਕੁੱਟ ਕੇ ਭਰੀ ਹੋਈ ਹੈ ਜਮਾਤ ਦੇ ਵਿੱਚ। ਹੁਣ ਤੁਸੀਂ ਸਾਨੂੰ ਸਿੱਧੂ ਸਾਹਿਬ ਕਹਿੰਦੇ ਹੋ, ਫਿਰ ਤੁਸੀਂ ਨਰਮ ਰਵੱਈਆ ਰੱਖੋ। ਹੁਣ ਇਹੋ ਜਿਹੀਆਂ ਗੱਲਾਂ ਤੋਂ ਬਾਅਦ ਅਸੀਂ ਕੀ ਨਰਮ ਰਵੱਈਆ ਰੱਖੀਏ? ਗੱਲ ਸੁਣੋ ਸਾਹਿਬ, ਤੁਸੀਂ ਘਰੋਂ ਕੋਈ ਉਸਾ ਕੱਢ ਕੇ ਲੈ ਕੇ ਆਇਓ, ਕੀ ਚੱਕਰ ਹੈ? ਤੁਸੀਂ ਵੈਸੇ ਨਹੀਂ ਸਿੱਧੂ ਸਾਹਿਬ, ਤੁਸੀਂ ਗੱਲ ਬੜੀ ਅੱਛੀ ਕੀਤੀ ਹੈ, ਬਹੁਤ ਅੱਛਾ ਤੁਸੀਂ ਪੈਗਾਮ ਦਿੱਤਾ ਹੈ ਕਿ ਮਿਲ ਬੈਠੋ, ਅੱਛੀ ਗੱਲ ਕਰੋ, ਮਤਲਬ ਇਖਲਾਕ ਨੂੰ ਮਲਹੂਜ਼ ਹੱਥ ਰੱਖੋ, ਠੀਕ है। शाह साहब आ गए हैं, एक मिनट जरा खामोशी से। शाह साहब से अस्सलाम वालेकुम। शाह साहब मुर्शद, क्या हाल है आपके? अल्हम्दुलिल्लाह, शुक्र अल्लाह पाक का। ਸਾਡੇ ਕੁਝ ਅਹਿਮਦੀ ਦੋਸਤ ਜਿਹੜੇ ਨੇ ਉਹ ਵੀ ਬਾਜ਼ ਦਫਾ ਜ਼ਿਆਦਤੀ ਕਰਦੇ ਨੇ। ਮੈਂ ਸਮਝਦਾ ਉਹਨਾਂ ਨੂੰ ਸਬਰ ਕਰਨਾ ਚਾਹੀਦਾ, ਉਹਨਾਂ ਨੂੰ ਆਊਟ ਆਫ ਕੰਟਰੋਲ ਨਹੀਂ ਹੋਣਾ ਚਾਹੀਦਾ। ਔਰ ਬਾਜ਼ ਦਫਾ ਮੈਂ ਸਮਝਦਾ ਕਿ ਉਹਨਾਂ ਦੀ ਜਿਹੜੇ ਨਰਵਸ ਜਿਹੜੇ ਨੇ ਉਹ ਇੰਨੇ ਕੁ ਐਕਸਾਈਟਡ ਹੁੰਦੇ ਨੇ ਔਰ ਇੰਨੇ ਕੁ ਉਹਨਾਂ ਦਾ ਕੀ ਕਹਿੰਦੇ ਨੇ ਲੈਵਲ ਜਿਹੜਾ ਉਹਨੂੰ ਜਰਮਨ ਜ਼ਬਾਨ ਕਹਿੰਦੇ ਸਪਾਨੂ, ਉਹਦੇ ਵਿੱਚ ਟੈਨਸ਼ਨ ਇੰਨੀ ਹੁੰਦੀ ਨਰਵਸ ਦੇ ਵਿੱਚ ਕਿ ਉਹ ਫਿਰ ਉਹਨਾਂ ਦੀ ਕੂਵਤ ਬਰਦਾਸ਼ਤ ਘੱਟ ਜਾਂਦੀ ਹੈ ਤੇ ਉਹ ਜਲਦੀ ਰਿਐਕਟ ਕਰਦੇ ਨੇ। ਉਹਨਾਂ ਨੂੰ ਵੀ ਆਪਣੇ ਉੱਤੇ ਕਾਬੂ ਰੱਖਣਾ ਚਾਹੀਦਾ ਹੈ। ਔਰ ਮੈਂ ਸਮਝਦਾ ਕਿ ਧੀਮੀ ਤਬੀਅਤ, ਜਿਸ ਤਰ੍ਹਾਂ ਤੁਹਾਡੇ ਸ਼ਾਹ ਸਾਹਿਬ ਦੀ ਤਬੀਅਤ ਹੈ, ਬੜੇ ਧੀਮੇ ਲਹਿਜੇ 'ਚ ਗੁਫ਼ਤਗੂ ਕਰਦੇ ਨੇ, ਇਸ ਤਰ੍ਹਾਂ ਦੀ ਤਬੀਅਤ ਸਭ ਦੀ ਹੋਣੀ ਚਾਹੀਦੀ ਹੈ। ਔਰ ਅਮਨ ਦੇ ਨਾਲ ਗੁਫ਼ਤਗੂ ਕਰੋ। ਤੇ ਤੁਸੀਂ ਆਪਣੀ ਜਮਾਤ ਨੇ ਇਹਨਾਂ ਨੂੰ ਜ਼ਰਾ ਦੱਸੋ ਨਾ ਕਿ ਇਹਨਾਂ ਨੂੰ ਗਾਲਾਂ ਕਿਉਂ ਕੱਢਦੇ ਨੇ ਸਾਰੇ, ਇਹ ਧੀਮੀ ਕਰਦੇ ਨੇ। ਇਹਨਾਂ ਨੇ ਕਿਸੇ ਨੂੰ ਕੋਈ ਬੁਰਾ ਭਲਾ भी नहीं किया। तो तुसी इतनी अखलाकी जरूरत है। शाह साहब को बात करने तो उनके पास टाइम कम होता है, सब मसला ये नहीं। शाह साहब मैं आज भी ये शाह साहब को गालियां निकाल रहे थे नादर की ब्रॉड पे सारे नीचे। रोज का काम है, चलो छोड़ो। नहीं तो देखें एक मिनट कैसर भाई, एक ये जो सिद्धू जाट भाई कह रहे हैं, एटलीस्ट अपने लोगों को तो जाके ये बात कह दें जो हमें आके कह रहे हैं। मेरे हो सकता है किसी मेरे दोस्तों में से किसी ने सुना हो, और हमें बाकायदा ये तालीम दी जाती है कि अपने दूसरों की बातों को तलख और तुरश बातों को अल्लाह ताला के सुपुर्द करो और अल्लाह के फरिश्ते जवाब देते हैं तुम्हारी तरफ से। लेकिन जो लोग खुद ये जवाब देना शुरू करते हैं, मैं समझता हूँ गलती करते हैं। तो हमें बचपन से गालियाँ सुनने की आदत है और सुनते रहेंगे इंशाल्लाह जब तक हमारा पैगाम नहीं आगे फैलता। लेकिन ये है कि गालियाँ जो हैं वो हमारा काम नहीं है देना, जवाब नहीं देते। कैसर साहब ये इधर मिस गाइड कर रहे हैं, आप इनको लाव कर रहे हैं किस वजह से कि हमारे बंदे जवाब देते हैं, फरिश्ते जवाब देंगे। इनके कहने का ये मतलब है कि मुसलमान पहले इनको गाली देते हैं। जो भी मुसलमान का मैं जिक्र नहीं कर रहा, जो भी आपका मुखालिफ हमारी जमात वाले अगर जवाब देते हैं तो उनको चुप होना चाहिए, फरिश्ते जवाब देंगे। तो आपका इस बात से क्या मतलब है? इस बात का मतलब है कि अगर फरिश्ते जो हैं वो तो इंसाफ से देख रहे हैं ना कि किसने ज्यादती की है, तो वो अगर हमारे बंदा अगर ज्यादती करेगा तो उसको जवाब देंगे, अगर आपकी तरफ से कोई ज्यादती करता तो उसको जवाब मिल जाएगा। इसलिए फरिश्तों पर छोड़ देते हैं हम अपना झगड़ा अल्लाह पर छोड़ते हैं और लड़ने झगड़ने का फायदा कोई नहीं। अभी आपने सही बात किया, अभी सही बात की आपने। पहले आप पूरा मुद्दा मुसलमानों के सर पे डाल रहे थे। अब मैं आपको बात करने दें, मैंने वजाहत कर दी। चलें ठीक है, शाह साहब को दे दें, कोई बात नहीं। जी शाह साहब, माइक इज योर्स। जी शुक्रिया। जी मलिक साहब, क्या मौजू चल रहा है? मौजू हमारा फिलहाल तो कोई इतना खास नहीं है। अगर आप हमें कुछ जुरत पे, इलाकी जुरत पे करें मुर्शिद कि इलाकी जुरत क्या होती है, ये महफिल के आदाब क्या है? महफिल के आदाब शाह साहब बताएं जरा, महफिल के आदाब क्या हैं? देखिए, महफिल के आदाब तो दावत जो इस्लाम के दीनी है, कुरान मजीद ने उदउ इला सबील रब्बिका बिल हिकमा वल मौइज़तिल हसना वजादिलहुम बिल्लती हिय अहसन। अगर जिदाल भी हो तो आसन अंदाज में हो, तो कुरान पाक ने आसन का लफ्ज़ इस्तेमाल किया है। लेकिन नज़ीर साहब, मामला ये है, आपका और हमारा यानी कुरान मजीद की तालीम जो है वो 180 डिग्री पर है।
مثلا قرآن مجید میں جب نبی پاک صلی اللہ علیہ وآلہ وسلم کے لیے خاص آج جو فقط اور فقط ذات سیدنا محمد صلی اللہ علیہ وآلہ وسلم کے لیے ہے، آپ اس میں کسی اور شخص کو بیچ میں ایڈ کر دیتے ہیں. یہ ہے اصل آپ کے ساتھ مسئلہ. اس کا جب تک حل نہیں ہوتا تو آپ اکٹھے آپ کہیں کہ یہ ایک یعنی بات تو ہو سکتی ہے، لیکن اکٹھے کیسے ہو سکتا ہے؟ ہمارے ہاں محمد صلی اللہ علیہ وآلہ وسلم سے مراد فقط نبی کریم صلی اللہ علیہ وآلہ وسلم ہے. اب قرآن پاک کی آیت محمد الرسول اللہ لے کے اور کہا جائے کہ اس وحی الہی میں میرا نام محمد الرسول رکھا گیا ہے، کسی مسلمان کا یہ عقیدہ نہیں ہے. اور پھر یعنی آج کل تو یعنی اسمہ احمد، آپ لوگ دن رات یہیں لگے رہتے ہیں کہ احمد سے مراد وہ 2-3 رائیں آپ کی کہ احمد سے مراد حضور علیہ الصلوۃ والسلام ہے، بعد میں صفاتی رنگ میں. لیکن اب آپ کی جرت یہاں تک آ گئی ہے کہ آپ کے لٹریچر میں کس سے اصل مراد ہی آپ کے بانی ہیں. تو اب اس حد تک 180 ڈگری کا جو مسئلہ ہو تو اس میں کس طرح سے اکٹھے ہوا جا سکتا ہے؟ یہ اصل مسئلہ. امت میں اختلاف کے باوجود گہرے اختلافات ہیں، لیکن اس کے باوجود حضور علیہ السلام کی ذات پر کوئی اور یعنی اس میں کسی کی شراکت نہیں ہے، کوئی شریک نہیں ہے. آپ کے یہاں معاملہ بالکل اپوزٹ ہے. یہ اصل مسئلہ. اس کا جب تک آپ لوگ حل نہیں کریں گے، واپس نہیں آئیں گے، رجوع نہیں کریں گے تو یہ مسئلہ تو حل نہیں ہوگا. یہ میری گزارش ہے. جی شاہ صاحب، اصل میں آپ جو فرما رہے ہیں نا کہ 180 ڈگری کا جو ہے نا وہ معاملہ چل رہا ہے، تو اس کی خبر تو پہلے حضور صلی اللہ علیہ وسلم نے دی ہے کہ اگر ایمان سریہ پر چلا گیا تو واپس ایمان جب سریہ پہ چلا گیا اور واپس لانا ہے. یہ 180 ڈگری جو آپ کہہ رہے ہیں نا، آپ کے پاس جو اس ٹائم اسلام ہے وہ 180 ڈگری کیوں کہہ رہے ہیں کہ جیسے شیعہ کہہ رہے ہیں کہ اصل قرآن امام مہدی کے پاس ہوگا؟ تو کیا مقصد ہے؟ مقصد یہی ہے کہ جو آپ بھول بھلائیوں میں چلے گئے ہیں، امت چلی گئی ہے، اس کو واپس لانا ہے. حقیقت میں ہمارے پاس حقیقت ہے، آپ کے پاس نہیں ہے، تو ظاہر 180 ڈگری تو بنتا ہے. اب جس کے پاس حقیقت ہے اس کو جس کے پاس نہیں ہے وہ مانے گا تو ساری معاملہ درست ہوئے گا نا. اب مین دعویٰ کس کا ہے؟ جس کے پاس نہیں ہے وہ دعویٰ ہماری طرف سے دعویٰ ہے نا کہ ہم وہ جو ہے نا جماعت کی طرف سے کہ وہ زمانہ، وہ وقت، وہ امام آ گیا ہے حقیقی تعلیم لے کر، حقیقی قرآن کی تعلیم لے کر. آپ کے پاس نہیں. اب اس کو آپ 180 ڈگری کہہ رہے ہیں تو سمجھنے کی بات ہے یہ حضور صلی اللہ علیہ وسلم کے فرمان کو آپ اگر سمجھ گئے تو سارے مسئلے حل ہو جائیں گے. اور یہ بات یاد رکھیں کہ ہم نے اکٹھے ہونا ہے، یہ اللہ کی تقدیر ہے جسے دنیا کی کوئی طاقت نہیں ٹال سکتی. آج آپ نہیں مان رہے ہیں، کل آپ نہیں مان رہے، آپ کے مقدر میں یہ نہیں ہے، تو آپ کی نسل میں یہ، آپ کی نسل کے مقدر میں یہ ہے کہ اس نے اکٹھے ہونا ہے، ایک بننا ہے امت نے. یہ تو ہے، یہ ہم خوش نصیبی جس کے مقدر میں آپ کے نہیں آ رہی ہے تو آپ کی آگے آنے والی نسلوں کے مقدر میں لکھ دی گئی ہے. اور کیا مرزا صاحب کو اللہ تعالیٰ نے الہاماً بتا دیا ہے کہ سارے تیری بیعت میں شامل ہو جائیں گے مسلمان. تو یہ تو اس میں تو کوئی بات نہیں. 180 ڈگری فی الحال چل رہا ہے، آپ کو سمجھ نہیں آ رہی. جب جیسے سمجھ آئے گی تو سب مسئلے حل ہو جائیں گے انشاءاللہ. دیکھیں گزارش ہے کہ مائک میوٹ کر لیں. گزارش ہے نذیر صاحب، ہمارے ساتھ نہیں 180 ہمارے ساتھ مائک میوٹ کر لیں سندھو صاحب. میں نیچے اب ذرا توجہ سے سماعت کریں. نذیر صاحب، آپ نے ہمارے ساتھ نہیں اختلاف کیا، آپ کا اختلاف ہے سیدنا محمد مصطفیٰ صلی اللہ علیہ وآلہ وسلم کے ساتھ. سورہ صف کی آیت نمبر 6 میں عیسیٰ علیہ السلام کی جو بشارت ہے اسمہ احمد، اس کی جو شرح ہے، وضاحت ہے، وہ خود سید المرسلین رحمۃ للعالمین خاتم النبی نبی مکرم صلی اللہ علیہ وآلہ وسلم نے فرمایا. آپ حضور سے 180 ڈگری ہیں. امت سے اختلاف ہو بھی جائے تو ٹھیک ہے، لیکن جو فرمایا نبی پاک صلی اللہ علیہ وآلہ وسلم نے اسی آیت کے تحت، حدیث کا نمبر 4896 بخاری شریف، حضور فرماتے انا محمد و انا احمد، میں ہی محمد ہوں اور میں ہی احمد ہوں صلی اللہ علیہ وآلہ وسلم. آپ نے انکار کیا ہے نبی پاک صلی اللہ علیہ وآلہ وسلم کا. حضور فرماتے میں ہی احمد ہوں. آپ نے اس احمد کی
جو مسند ہے اس پر ایک ناکام کوشش کر کے، یعنی آپ کی جو موومنٹ ہے نا حضور علیہ السلام کی مرکزیت کو ختم کرنا، یہ ہے سازش آپ حضرات کی کہ مرکزیت قرآن نے اور حدیث نے ذات سیدنا محمد صلی اللہ علیہ وآلہ وسلم کو دی. آپ نے ڈاؤٹ پیدا کرنے کی ناکام کوشش کی ہے، جس میں آپ کامیاب نہیں ہوں گے، اس لیے کہ جو نبی کریم صلی اللہ علیہ وسلم سے دشمنی لیتا ہے وہ کبھی کامیاب نہیں ہوتا. اب آپ کہیں کہ ہماری جماعت کے اتنے افراد ہیں، ہمارا وہ ہے، کہیں پر آپ سب جگہ غلامی کی زندگی آپ کی نمبر ایک. دوسری بات یہ ہے کہ آپ کا تعداد بڑھ رہی، کئی غلط باطل اس وقت لوگ ہیں آپ سے بہت زیادہ کامیاب ہیں کہ آپ ان کو سچ سمجھتے ہیں، وہ بھی ابھی بڑے ایڈوانس ہیں، ان کے پاس بڑی قوت ہے، تو کیا یہ بنیاد پر آپ ان کو حق سمجھتے ہیں؟ اگر یہی ہے تو آپ سے تو کئی گنا، تو ان کے یعنی کروڑواں حصہ بھی نہیں ہے آپ کی جو حیثیت ہے، مالی اعتبار سے، معاشی اعتبار سے، ایون ان کے پاس حکومتیں ہیں. تو اس لیے یہ جو آپ نے معیار قائم کیا ہے کہ ہم تو 100 سال سے زیادہ ہو گئے ہیں تو ابھی یہ تو کچھ دیر آپ اور رہیں گے، پھر جیسے وہ سورہ رعد میں کہا کہ جاگ ابھی ہے تو بیٹھ جائے گی، وہ تو کوئی مسئلہ نہیں ہے. باقی آپ جو کہہ رہے ہیں کہ آنے والی نسلیں، وہ تو آپ کو غیب کا علم ہوگا. تو آپ کا اختلاف ہے سیدنا محمد مصطفیٰ صلی اللہ علیہ وآلہ وسلم سے. جیسے میں نے ایک مثال حضور فرماتے میں احمد ہوں، آج کل آپ کی پوری موومنٹ یہ ہے کہ آپ کے بانی احمد ہیں، یہ ہے آپ کا ساتھ اصل مسئلہ. اور جو نبی کریم صلی اللہ علیہ وآلہ وسلم کے مقابل کھڑا ہوتا ہے، یعنی آپ کی اس وقت پوری موومنٹ ہے کہ غلام احمد کو احمد بنانا ہے، تو وہ تو بن نہیں سکتا، سوال ہی نہیں پیدا ہوتا. جی بولیے اب آپ، میں سنتا ہوں آپ کو. جی جی امجد صاحب آپ بات کریں. جی بالکل. آپ دیکھیں، سب سے آسان کام ہوتا ہے دوسرے پر الزام تراشی، ایوب نکال دینا، اور جھوٹ، افتراء، بہتان تراشی، کذب تراشی میں ایسی مہارت حاصل کر لینا کہ آپ کا ضمیر بھی آپ کو جھنجھوڑنا بند کر دے کہ کتنی دیر جھنجھوڑیں. اور الزام تراشی ایسی کہ مسلسل جھوٹا ثابت ہونے کے باوجود کانوں میں جوں تک نہ رینگے، مسلسل جھوٹے پراپوگنڈے کر کے، پرسیکیوشن کر کے، کلمہ مٹا کر، اذانیں بند کر کے، ظلم کی انتہا کرتے ہوئے بھی آپ کی جوں نہ رینگے اور دوسروں پر الزام تراشی کرتے رہے. مذہب کو، دین کو جاگیر سمجھ کر اس سے کھلواڑ کرتے رہیں اور سمجھیں کہ آپ پر اس کا حق ہے، آپ کی جاگیر ہو گئی ہے اور آپ کا حق بن گیا ہے کہ کسی کے اوپر بھی جتنا مرضی جھوٹ بول دیں، بہتان تراشی کر دیں، جھوٹے الزام لگا دیں. حیرت ہوتی ہے جب شرک میں مبتلا، قبر پرست، مردہ پرست ایسے لوگ توحید پر لیکچر دینے لگتے ہیں. اخلاقیات کا درس دینے والے نفرت کے پجاری بن کر تکفیریت اور ملائیت کی دلدل میں دھنسی ہوئی گوبر کی مثل ایک ذلیل سوچ کا ٹوکرا سر پر اٹھائے. اسلام جیسے آپ چپ رہے، میں نے بات سنی ہے. ملک قیصر صاحب، ان کو لگام دے کے رکھ سکتے ہیں آپ؟ نہیں، انہوں نے کہا بیچ میں بولے نہیں عبداللہ بھائی نہیں بولنا نہیں ہے بیچ میں، انہوں نے دعائی پی ہے، ان کو بات کریں. یہ آپ کے والد صاحب میرے پاس آئے تھے، میں نے ان کو شاید دے دی تھی دعائی. یہ جی آپ کی باری ہے. ہاں، آپ نے بھنگ پی لی ہے، آپ سکون سے بیٹھے ہیں. یہ پھر آپ بولیں گے نا کہ اب تینوں مل کے بول جاؤ، ایمبولینس بن جاؤ ظفر صاحب کی، ان کو بولنے دیں. ایک قبر پرست، مردہ پرست مشرک آ کر توحید کا درس دے، یا اجرائے نبوت کے اژدہا پالے ہوئے کوئی شخص ختم نبوت پر لیکچر دے کر کہے آپ ایسے سمجھتے ہیں
अपना अकायद ये हों कि ईसा अलैहिस्सलाम जिंदा भी, सच्चे भी, नबी भी, लेकिन मैं चूंकि नारा लगाता हूँ ख़त्म नबूवत का, तो मेरे कौल और फेल में खुले तजाद को कोई देखे ना, बस आंखें बंद कर ले। मेरा अकीदा तो ये हो कि खज़र अलैहिस्सलाम जिंदा भी हैं, सच्चे भी हैं, नबी भी हैं या वली हैं, लेकिन चूंकि मैं नारा लगाता हूँ ख़त्म नबूवत का, मेरे नारे पर एतबार कर लें, मेरे अकायद के सांप मत देखें, क्योंकि और मुझे खुली छुट्टी दे दें कि मैं चाहे स्टेज पर खड़े होकर मेरा मसलक भैन दी सिरी कहे तो उसमें भी हिकमत के मोती तलाश करें। मेरा मसलक जब ये कहे कि रसूल अकरम सल्लल्लाहु अलैहि वसल्लम की तरबियत ऐसी थी कि माअज़ल्लाह उनके सहाबा कराम उनके रफ़ा हाजत पर, पेशाब अतर और पखाना मुबारक पर टूट पड़ते थे, तो भी उसे एक निफासत का, सफाई का एक आला म्यार समझा जाए। मुझसे ना पूछा जाए कि भाई इसकी सनद क्या है, सब भरे मजमे में तुम ये कहते हो, मुझसे ना पूछा जाए, क्योंकि इस्लाम तो मेरी जागीर हो गई। मैं बहुतान लगाऊं कि गुलाम को की हैसियत ही गुलाम की है, नहीं, हमने नहीं मानना, तुम क्योंकि उसको उसका मर्तबा देना चाहते हो। लाख पीट लो कि वो खुद कहते हैं कि उस नूर पर फिदा हूँ, उसका ही मैं हुआ हूँ, वो है, मैं चीज़ क्या हूँ, बस फैसला यही है। बादस खुदा ब इश्क़ मोहम्मद मुखम्मरम, गर कुफ्र ई बवद ब खुदा सख्त काफरम। और जो मर्जी कहते रहे, हमने चूंकि तहैया कर रखा है, हमारे जो जो पीर खाना है, हमारे मुर्शिद ने हमें ये कह दिया है कि जाओ तुम्हें इजाज़त है झूठ बोलने की और कलमे मिटाने की इजाज़त है, अब जाओ इनके घरों को आग लगा दो, इनके इबादत खानों को गिरा दो, इनको ला इलाहा इल्लल्लाह मोहम्मद रसूलुल्लाह पढ़ने पर पाबंदी लगा लो, आज वो रवायत खड़ी कर दो, जिंदा कर दो जो अबू जहल ने की थी, लेकिन इस्लाम के नारे लगाते रहो। आप वो काम करो जो मौला हुसैन अलैहिस्सलाम के खिलाफ हुआ था कि इससे बढ़कर तेरी तजलील भला क्या होगी, कत्ल शब्बीर हुआ नाराए तकबीर के साथ। लेकिन ये जुल्म, ये ज्यादती, ये रियाकारी, ये बुहतान तराशी की कोई हद नहीं है कि मौला हुसैन अलैहिस्सलाम का लाशा हो ज़मीन पर पड़ा हुआ, घोड़ों की टापों से उनका लाशा रोदा जाए, खैमों को आग लगा दी जाए, बीबियों को बेपर्दा कर दिया जाए, तो भी इनकी यजीदियत की आग नहीं ठंडी होती। तो हम कैसे समझ लें कि आज ये बहुतान तराशी ख़त्म होगी। अल्हम्दुलिल्लाह कलमा गो अहमदी मुसलमान अल्लाह के एक कलाम पर, एक एक लफ्ज़ पर यकीन रखते हैं और हम वही बात करते हैं जिस पर ईमान भी है। हम अजराए नबूवत के सांप और अजदहा पाल कर ख़त्म नबूवत के मुनाफिकाना नारे नहीं लगाते। खुदा करे कि आपको भी, बाकी सबको भी अल्लाह ताला हदायत नसीब करे। वमा अलैना इल्लल बलाग। फैसल साहिब जी शाह साहब जी, जी, मलक कैसर साहब हैं? मेरा ख्याल है वो पीछे गए हुए हैं। जी आप हुक्म करें शाह साहब। जी कुछ एक आपने कंफ्यूज गुफ्तगू सुनी, मुंतशिर, कभी मशरिक की तरफ भागा शख्स, कभी मगरिब की तरफ भागा, कभी शुमाल की तरफ, कभी जनूब पर, ना कोई मरकज़ियत। जो मैंने दावा किया था वो यकीनन लोग अक्लमंद सोचेंगे कि मुहम्मद रसूलुल्लाह सल्लल्लाहु अलैहि वसल्लम एक ही हैं। अगर कोई शख्स कहता है कि इस वही इलाही में मेरा नाम मोहम्मद और रसूल रखा गया, इससे बड़ी जुर्रत क्या हो सकती है? और इतनी बड़ी जुर्रत कि इसमहु अहमद, अहमद एक ही हैं, और ये कहें और इनका खलीफा कहे कि असल ये आयत से मुराद बानी जमात है, इनके लिटरेचर में मौजूद है। इसका जवाब दिया ही नहीं, इसको टच भी नहीं किया। शेर व शायरी, अल्फाज, रदीफ, काफ़िए मिलाते जाओ,
کیا فرق پڑے گا؟ تو گزارش یہ ہے جو محمد الرسول اللہ کی وحی میں خود کو شامل کرے وہ مسلمان کیسے ہو سکتا ہے؟ اور جو اسمہ احمد اتنا بڑا بشارت اور اس سے ڈینائی کر جائے، یہ میں نے کہا نا کہ حضور کی جو مرکزیت ہے ایک غیروں کی سازش ہے، یہ دشمنی ہمارے ساتھ نہیں ہے، آپ لوگوں کی دشمنی براہ راست سیدنا محمد مصطفیٰ صلی اللہ علیہ وآلہ وسلم کے ساتھ۔ اور آپ نے دیکھا گفتگو اس بات کی دلیل بن چکی ہے جو میرے فریق مخالف کی ہے، اس کا جواب نہیں دیا انہوں نے، منتشر سے گفتگو کر دی، الزام تراشی کر دی۔ تو یہی ان کا طریقہ واردات ہے جو آپ نے کیا، اور لمبی گفتگو کر دینا، اصل موضوع سے ہٹ جانا۔ نذیر صاحب چونکہ لاجواب ہوئے تو انہوں نے کہا جی طاہر امجد صاحب چونکہ دشنام تراشی میں بہت ملکہ رکھتے ہیں، یہ جملے بازی تان و تشنی، میں نے تو اسپیسیفک کہ یا تو آپ کہیں میں نے حوالہ غلط دیا، اس کو جھوٹ بولیں، کیا نہیں آپ کے لٹریچر میں کہ محمد الرسول اللہ والذین معہ اشداء علی الکفار رحماء بینہم، اس وحی الہی میں نوٹ کریں، اس سے بڑی اور جرت کیا ہو سکتی ہے حضور سے، اور اس سے بڑھ کر دشمنی کیا ہو سکتی ہے کہ جو وحی الہی میں فقط اور فقط خالص نبی کریم صلی اللہ علیہ وآلہ وسلم کے لیے ہو، اور کوئی شخص اتنی جرت کر دے کہ اس وحی الہی میں میرا نام محمد اور رسول رکھا گیا، اتنی جرت ہو غلام اور کہے کہ میرا نام محمد اور رسول رکھا گیا۔ تو یہ جو تضاد بیانیہ ہے، جرت ہے، اسلام دشمنی ہے، یہ ہے وہ معاملہ۔ اور پھر اسمہ احمد، ایک ہی معنی ہے، پوری امت ایک ہی سمتی، احمد ایک ہی ہے۔ دشمن وہ ہے جو احمد کے اندر ڈاؤٹ پیدا کرے، نہیں جی یہ جو آیت ہے یہ تو ہمارے بانی جماعت کے لیے ہے، یہ قرآن کے ساتھ دشمنی نہیں ہے، حضور علیہ الصلوۃ والسلام کے ساتھ دشمنی نہیں ہے کہ جو حضور فرمائے آپ نے اس کے اپوزٹ میننگ لینے ہیں، یہ ہے وہ جرت، اور جس کی وجہ سے آپ کہیں کہ ہم اکٹھے ہوں گے، ممکن نہیں ہے۔ بقیہ میرا جو موقف ہے، لا آف لینڈ جو ملکی قوانین ہے اس پر عمل ہونا چاہیے، کسی کو قانون کو ہاتھ میں لینے کی اسلام اجازت نہیں دیتا ہے، ملکی قوانین اس کی آپ کریں۔ یہ جو میں نے دو اسپیسیفک سوال کیے ہیں، اگر اس کو جو ایڈریس کرے گا تو پھر تو بات ہے، لیکن آپ جائیں ادھر جائیں، کبھی کوئی موضوع چھیڑ لیں، کبھی حیات مسیح کا، وفات مسیح کا، وہ موضوع رکھ لیں، اس پر گفتگو کریں گے۔ میرا اصل ہے کہ آپ شریک ہوئے ہیں حضور علیہ الصلوۃ والسلام کے منصب میں، تو یہ ہے اصل معاملہ، یہ ہے جڑ کہ آپ جو مرکزیت ہے ذات سیدنا محمد مصطفیٰ صلی اللہ علیہ وآلہ وسلم کی، آپ لوگوں کی جو سازش ہے، جو دشمنی ہے، اس مرکزیت کو شفٹ کرنا ہے، اور اس کے میں نے آپ کو دلائل دے دی ہے، آپ کی لٹریچر میں موجود ہے، 18ویں جلد پڑھ لیں۔ پھر اسمہ احمد سے مراد اب آپ کی جو جماعت ہے تو وہ تو پہلے اب دو طرح کے رائے ہیں، ایک ہے جی وہ حضور کو صفاتی طور پر اور نام، اور یہ تو ویسے چل رہی ہیں آپ کی، تو اس مرکزیت کو ختم کرنے کے لیے۔ اور آپ نوٹ کریں اب بھی جو صاحب آئیں گے وہ اس موضوع کی طرف نہیں آئیں گے، وہ پھر آئیں گے کبھی جملے، کبھی وہ جو انہوں نے رٹائی جو بات ہے وہ پھر دوبارہ سنا دیں گے، لیکن جو اصل موضوع ہے اس کی طرف نہیں آئیں گے۔ جی ملک قیصر صاحب، تو آپ اگر آ جائیں، یا دوسرے شعیب راجہ صاحب، میں نے جو پوائنٹ بنیادی طور پر اٹھایا ہے تو اس پر اب آپ آگے، چونکہ وہی انہوں نے تکرار پھر وہی کرنی ہے، تو یہ جو بنیادی پوائنٹ ہے، جیسے وہ میں نے اتنا ہی میرے پاس ٹائم تھا جو میں نے عرض کیا، اب آپ راجہ صاحب ہیں، دیگر شارپ شوٹر صاحب ہیں، یہ دو پوائنٹ میرے ہیں، تو اس کو اگر کوئی ایڈریس کرے گا تو میں جواب دوں گا۔ باقی اگر کوئی ردیف قافیہ ملا کے، کوئی شاعری کا ایک مصرع ادھر سے اٹھا کے ادھر اٹھا کے، اور بیچ میں نہ کوئی قرآن کی آیت ہو
اور نہ کوئی اصل مضمون ہو، تو پھر اس کا جواب کیا دے سکتا ہے بندہ منتشر گفتگو کا؟ جی بالکل شاہ صاحب، آپ نے ماشاءاللہ بڑی منتشر اچھی گفتگو فرمائی ہے، اور بڑے وہ مطلب دیکھ- دلیل کے ساتھ آپ نے قرآن اور حدیث کی روشنی میں اور ان کی جی کتابوں سے بھی آپ نے بتایا ہے کہ یہ جو اسلام دشمنی ہے، ان کی دین دشمنی ہے، یہ کس طرح کھل کے اب سامنے آ رہی ہے. جی تو آپ نے شاہ صاحب بہت اچھی بات مجھے کی. آگے سے تو کرنے کی تقریر اجازت ہمیں نہیں پتہ ہے جو ہونی ہے. جی جی اجازت ہے، بالکل آپ کو اجازت ہے. ٹھیک میں ہے، بس ایک اب پوائنٹ پھر رکھتا ہوں. آپ پلیز تو مجھے بات آپ کرنے دینا. آپ کو دیکھیں، اجازت ہے، لیکن میں دیکھیں حزب اس سے پہلے شاہ صاحب میں آپ کی جو- اجازت سے صرف اتنی بات عرض کرنا چاہتا ہوں. صاحب ایک حزب منٹ، مخالف صرف ظفر اتنی صاحب بات جو عرض ہیں، کرنا انہوں نے چاہوں گا. وہی دیکھیں، بہتان تراشی، ایک وہی منٹ جملہ طاہر تراشی، امجد صاحب ایک وہی منٹ، رٹے رٹائے طاہر صاحب الفاظ، ایک منٹ، وہی طاہر صاحب ایک منٹ، انتہائی دھیمے طاہر صاحب انداز میں وہی بیہود. آپ اپنی بات کیجئے گا طاہر صاحب، آپ کو پورا موقع ملے گا. آپ ہی سے گفتگو ہو رہی چلے ہے، آپ لیکن پھر ایسی بکواس کرنی آپ ایک کی منٹ. ہمت نہیں ہوتی تو پھر نہیں، دعوت کیوں دیتے ہیں؟ یہ دیکھیں نا، اگر ظفر صاحب میں ہمت ہے اگر تو جو کچھ بات کہی ہے اگر تو آپ ظفر بات صاحب سنیں سن گے کے نا بھی تو جائیں آپ نا. کو سمجھ آئے گی، اگر آپ سننے کو کی سمجھ ہمت آئے گی نہیں ہے. اصل میں پرابلم آپ کی پتہ قبر کیا ہے. پرست پرابلم یہ ہے، ایک منٹ مردہ خاموش ہو پرست جائیں، یہ ہے، ایک منٹ خاموش ہو خدا جائیں. کے مسئلہ دشمن آپ کا یہ ہے، مشرک مسئلہ آپ یہ کا ہیں. یہ ہے، تو یہ ہال دوسروں روڈ کو کے لیکچر اوپر نا، دیتے ہیں. ہال روڈ جو کو چیرنگ کچھ کراس انہوں نے کرتے فرمایا ہوئے، ہے اسے چیرنگ لاکھ کراس گنا کرتے کر کے اپنے ہوئے اکابرین لیفٹ میں سائڈ قبول پہ ہائی کورٹ کی بلڈنگ ہے جہاں پہ سپریم کورٹ کا بینچ بیٹھتا ہے، اس کے بالکل اپوزٹ پلومر کی مسلسل دکان ہے جھوٹ جہاں سے بولنا ٹونک وائن اور اس ملتی ہے. طرح جھوٹ اس کو بولنا پینے کہ کے بعد اپنی یہی گندگی حالت کو ہوتی چھپا ہے نہیں جو آپ سکتے، کی اس وقت اور حالت ہے. اس کو یہ اب تان اس کر ٹونک لینا کہ وائن کا رٹے نشہ رٹائے جب تک ہیں، آپ کا نہیں دشنام اترے گا ترازی تب ہے. تک آپ صحیح طرح گفتگو نہیں کر سکتے. اس سے بہتر یہ ہے کہ بول رہا آپ ہوں، پہلے میں تو اپنی یہ صحیح بول رہا حالت ہوں، میں آئیں تو تب لعنت آپ اللہ علی گفتگو کریں، الکاذبین کو جانتے بجائے ہوئے یہ کہ بہتان تراشی دیکھیں کرتے ہیں. ٹونک وائن کوئی ایسی مسلسل ایسی جھوٹ چیز بولتے نہیں ہیں، ہے اتنا جھوٹ بولتے ہیں کہ اس پر جس صدقہ گواہ ہونا. جس کو پینے والے کے ظاہر اوپر ہے کہ لعنت بندہ بھیجی قبر جائے. پرست ہو، مردہ پرست جس ہو، بندے نے پیر ٹونک پرست ہو، وائن پی تو ہو، وہ آپ اس توحید کو کو کیسے لعنتی سمجھ یا سکتا ہے لعنت کہ اس پر نہیں ڈال سکتے. یہ صرف آپ کو بہتان ذرا تراشی معتاد کرنے کے الفاظ بعد استعمال میں کرنے یہی چاہیے. کہوں گا آپ کو ظفر نہیں صاحب پتا آپ سے کیا بات کہ کر رہے ہے ہیں. تیرے پاس کیا یہ گالیوں کے اس سوا پلومر کی دکان ساتھ سے میرے ہے بکنے تاج والی رب ٹونک الورا. وائن یا پورٹ وائن کا نشہ جب ٹھیک تک ہے، نہ آپ اترے، میرا نہیں خیال کہ آپ چلے مناسب رہے. گفتگو کر میں سکتے ہیں. اپنے احمدی اس لیے بھائیوں آپ کو کو یہ چاہیے کہتا آپ ہوں کہ کیلگری میں صبر مجھے لگتا ہے تحمل کوئی سے دوائی کام تیز لیں بننی شروع ہو اور گئی ہے. اتحاد بین کیلگری میں الکافرین دوائی کے تیز خارج بن شدہ رہی ہے. کتوں کی ہر بھونک کا جواب دینا جب ضروری تک آپ نہیں ہے. اپنے آپ کو اللہ تعالیٰ نشے کے آپ اندر کو خوش کتا یا رکھے. خارج ادا ڈاکٹر اور صاحب کہتے دوائی ہیں، نہ جب پیا اتحاد کریں، بین دوائی چھوڑ تب الکافرین تک دیں. یہ کے بات دوائی خارج نہیں. شدہ صحت کے لیے، آوارہ کتے دوائی صحت بھونک کے لیے رہے اچھی ہوں نہیں ہوتی. تو پھر آپ اس اچھی نہیں ہوتی محفل نا سے بے دوائی. شک اٹھ جائیں. دوائی آپ اس صحت کے طرح لیے کریں اچھی نہیں ہوتی. جو سید اتحاد ظفر اللہ بین شاہ صاحب نے الکافرین کے خارج سوال شدہ کیا، اس کا کتے جب جواب اگر آپ بھونک دے رہے سکتے ہوں ہیں تو دے، تو ورنہ آپ مومن کو خاموش ہو نہیں جائیں. چاہیے کہ ان کی ہر بھونک کا جواب دیں، دوائی نہ بلکہ پیا کرے صلی نا، اللہ کرتے کیوں ہوئے پیتے اس ہیں محفل دوائی؟ سے اٹھ دوائی جائیں. کا اثر اب جب آپ کو چڑھ جاتی ہے جب ان میں کوئی پھر ہمت آپ ہو، راڈ پہ چڑھ غیرت ہو، جاتے ہیں بے اور گند حیائی کا بکتے ہیں، دامن وہ تو تھوڑی اس سے دیر کے بہتر لیے آپ دوائی نہ پیا تھام کریں، رہے دوائی تو چھوڑ پھر دیں. ان سے بات ہو سکتی ہے، ورنہ ان کو اسی پیشاب اطہر اور پخانہ مبارک میں لت پت رہنے دیں. اور تو اللہ آپ سے ٹھیک ہے نہ شکر لت صاحب. ادا پت رہا کریں کہ کریں نا، آپ کو آپ نہ پیشاب میں اسلام لت کی پت رہا دولت سے کریں، نوازا آپ گیا نہ ہے. رہا کریں ورنہ نا. نشے آپ کے بھی بعد آج انسان مشرک ایسی ہوتے، حرکتیں کرتا کسی ہے جیسی قبر آپ کو کر رہے پوج ہیں. رہے ہوتے، قبر پوجے آپ کہلاتے، کبھی اپنے مشرک آپ کو لاتے، خارج زدہ اور کتا آپ کہنا کو شروع اخلاق کر دیتے نہیں ہیں، ہوتا کبھی کہ آپ اپنے پیشاب آپ کو اطہر اور نشئی کہنا پخانہ شروع کر مبارک پر دیتے ہیں، ٹوٹ پڑو. کبھی آپ اور اپنے کو آپ یہ کو تعلیم گوبر سے دی لت جاتی پت گوبر کہ کی ہمارے مثل اپنے آپ کو علمائی بتانا شروع انبیاء کر کے دیتے ہیں. ورثاء ہیں. تو اور اس طرح کی اب جو حرکتیں تبھی پخانہ ہوتی ہے جب مبارک اور پورٹ پیشاب وائن اطہر یا کی ٹونک سوغات ہے وائن پلومر کی وہ دکان سے انبیاء لے سے کر تو پی نہیں جائے نا، ملی، اپنے تو اس طرح علماء کی سے حرکتیں لو. تبھی ہوتی ایسی ہے. گندگی کی آپ پہلے علامت اپنے آپ شکر ہے کو کلمہ گو صحیح احمدی حالت میں لے کر مسلمان آئیں، اس سے پاک ہیں. آپ اپنے ہوش آواز کو قائم کریں، ٹھنڈا پانی پئیں، تھوڑا سا اپنے آپ کو ہوش کے اندر لے کر آئیں، تو پھر بات کریں. بات آپ کو کرنی نہیں آ رہی، آپ نے یہی مناسب سمجھا کہ آپ بھاگ جائیں، لیکن چلیں وہ بھی آپ کی مرضی ہے. آپ کے لیے اصلاح یہی ہے کہ بجائے یہ کہ اپنے آپ کو خارج زدہ کتا آپ بتاتے رہیں. نذیر اور صاحب ہیں، نذیر صاحب ہیں. جی 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 شاہ نذیر صاحب صاحب جو میں نے جو 2 پوائنٹ عرض کیے ہیں اس پر اگر آپ جی کوئی کلام کرنا چاہیں تو کلام کریں. جی اسم محمد والی جو
آپ بات کر رہے ہیں وہ یقیناً حضور صلی اللہ علیہ وسلم ہیں، اور پھر کیونکہ سورۃ جمعہ میں آپ کے دوبارہ بعثت کی خبر ہے، تو جب اگر آپ کی دوبارہ بعثت کی خبر جس وجود میں ہو رہی ہے، آ رہی ہے، تو پھر اس حساب سے آپ کیسے دیکھتے ہیں؟ جی میں عرض کرتا ہوں، دیکھیے ایک تو یہ ہے کہ انوار جو آپ کی خلافت ہے مرزا بشیر صاحب کی، دیکھیے میں جو نذیر صاحب کوئی تعصب نہیں، واللہ کوئی آپ کا نا دل میں گھٹن نہیں، اگر آپ دلیل سے کوئی بات کریں تو بالکل آپ کو حق حاصل ہے، لیکن یہ ہے کہ مثلاً یہ دیکھیے کہ آپ کی انوار خلافت میں پچھلے دنوں سیال صاحب نے اس کو بھی بیان کیا تھا، 13 نمبر صفحہ ہے، میرا یہ عقیدہ ہے کہ یہ آیت مسیح موعود کے متعلق ہے اور احمد آپ ہی ہیں، لیکن اس کے خلاف کہا جاتا ہے کہ احمد نام رسول کریم کا ہے۔ اب آپ غور کیجئے کہ یہ آیت واضح طور پر
یہ میں جو کہتا ہوں کہ مرکزیت کو شفٹ کرنا ہے، اصل یہ مسئلہ ہے۔ اور اب آپ چلے گئے ہیں کہ لما یلحقوا بہم سورہ جمعہ میں، وہاں نبوت کا بخاری پڑھ لے، من ہم یا رسول اللہ۔ اگر آپ محترم نذیر صاحب یہ کریں گے نا تو آپ ذرا توجہ کریں، میں آپ کے ذہن پر دستک دیتا ہوں کہ بعثت ایک ہی ہے، وہ ہے ذات سیدنا محمد صلی اللہ علیہ وسلم کی۔ سورہ آل عمران آیت نمبر 164، اور میں آپ سے خدمت میں عرض کروں گا نذیر صاحب، آپ اس پہ غور کیجئے گا۔ یہ آیت میں پڑھتا ہوں اور قرآن کا ہی آپ کو دعوت دیتا ہوں۔ لقد من اللہ علی المؤمنین، بے شک البتہ اللہ نے احسان فرمایا مومنین پر، تمام المومنین پر۔ کب احسان کی؟ اذ بعث اللہ، لقد من اللہ علی المؤمنین اذ بعث فیہم رسولا من انفسہم، انہی میں سے رسول کو مبعوث کیا، یتلو علیہم، جو ہم ہے نا پورے مومنین کی طرف ہے، یتلو علیہم آیاتہ ویزکیہم ویعلمہم الکتاب والحکمہ وَإِن كَانُوا مِن قَبْلُ لَفِي ضَلَالٍ مُبِينٍ۔ تو یہ مومنین میں تو قیامت تک کے مومن شامل ہیں، تو سب کی طرف ایک ہی نبی ہے، ایک ہی رسول ہے، ذات محمد صلی اللہ علیہ وآلہ وسلم۔ اور بخاری شریف میں نا نذیر سے حدیث شفاعت ہے کہ ساری مخلوق آدم علیہ السلام کے پاس جائے گی، آدم علیہ السلام جو ہیں وہ کہیں گے اذهبوا الی نوح، نوح علیہ السلام کے پاس جائیں گے تو نوح علیہ السلام کہیں گے اذهبوا الی ابراہیم، تو ابراہیم علیہ السلام کے پاس جب جائیں گے تو کہیں گے انت نبی اللہ، قیامت کے ان کو نبی اللہ کہہ رہے ہیں۔ پھر وہ بھیجیں گے موسیٰ علیہ السلام کی طرف، موسیٰ علیہ السلام بھیجیں گے عیسیٰ علیہ السلام کی طرف، عیسیٰ علیہ السلام فرمائیں گے اذهبوا الی محمد، ادھر جب مخلوق جائے گی تو یا رسول انت رسول اللہ وانت خاتم النبیین، حضور علیہ السلام کے بعد کوئی نبوت و رسالت نہیں ہے۔ تو یہ آقا کریم پر بات ختم ہو جاتی ہے، حضور کے بعد نبوت کا چیپٹر کلوز ہے۔ تو میرے محترم، یہ جو آپ سورہ جمعہ کی ہے اس میں بھی ابو ہریرہ رضی اللہ تعالیٰ عنہ پوچھتے ہیں یا رسول اللہ وہ کون ہوں گے؟ حضور فرماتے ہیں کہ امیین کی طرف بھی ہوں میں اور آخرین کی طرف بھی۔ وہاں پر کسی بندے کا منشن نہیں ہے، وہاں امت کا ذکر ہے کہ امت کی فضائل ہے کہ امت میں ایسے راجل اور رجال، ایک فرد ہوگا، نبوت کا اس سے تعلق ہی کوئی نہیں ہے۔ اس حدیث میں بھی آپ غور کریں، خود پڑھیں، وہاں یہی نہیں ہے کہ وہ نبی ہوں گے، وہ نبوت ہوگی، صرف یہ ہے کہ حضور علیہ الصلوۃ حضور اولین کے لیے بھی، امیین کے لیے بھی، آخرین کے لیے بھی۔ جیسے مومنین ہے تو اول کے مومن بھی ہے، قیامت تک کے مومن کے ہیں، بعثت ایک ہی ذات محمد صلی اللہ علیہ وسلم۔ تو یہ جو بعثت ثانیہ ہے، نہ قرآنی تصور ہے نہ حدیث پاک میں تصور ہے۔ تو عیسیٰ علیہ السلام کا ذکر فرمائے انہ نازل فینزل عند المنار، عیسیٰ علیہ السلام کے نازل ہونے کا ذکر ہے۔ اور میری ہمبل ریکویسٹ ہے کہ آپ پورے پڑھا حدیث پاک میں، عیسیٰ علیہ السلام کا نبوت کے باب میں کوئی عمل ہی کوئی نہیں ہے جب دوبارہ ان کا نزول ہونا ہے۔ تو اب آپ اس پہ جو کوئی سوال کرنا چاہیں، بات کرنا چاہیں، میں حاضر ہوں۔ جی بولیے اب آپ۔ جی شاہ صاحب، بالکل وہ بات درست ہے کہ مرکز جو ہے وہاں حضور صلی اللہ علیہ وسلم کا پاک وجود ہے، اور ساری باتیں یہ تو ہیں وہیں سے ہیں۔ پر وہ جو آپ نے فرمایا نا کہ میری امت جب گمراہ ہوگی، بگڑے گی، ایک زمانہ ان پر آنے والا ہے ایسا کہ وہ فرقوں میں بٹ جائیں گے، تو پھر ایک وجود کی خبر کیوں دے رہے ہیں؟ امت میں ہے نا وجود کی، ایک وجود کے آنے کی خبر ہے کہ وہ پھر حقیقت پہ سب کو اکٹھا کریں گے، اور ان کو قرآن کریم کی یہی سورہ جمعہ میں وہی حضور صلی اللہ علیہ وسلم کو وجود قرار دیا گیا، یہ انہیں کی دوبارہ بعثت پھر ہے۔ اور آپ نے فرمایا کہ میرا پہلا دور بہتر ہے یا دوسرا دور، اللہ جانتا ہے۔ دور تو آپ کے ہی ہیں، ایک اولین میں ایک آخرین میں ہے، ایک عرب میں ہے، ایک آپ کا دور عجم میں ہے، کہ جیسے علامہ اقبال صاحب فرماتے تھے کہ جو ہے نا ہند سے خوشبو آتی ہے کہ نہیں آتی، ہند سے خوشبو آ رہی، کس چیز کی تھی؟ تو یہ دوسرا دور ہے، اور وہ بھی حضور صلی اللہ علیہ وسلم کا ہے، دوسرا وجود جو آپ کا غلام ہے، اور آپ کے ہی مشن کی تکمیل انہوں نے کرنی ہے۔ بس اتنی سی بات ہے، سمجھنے کی بات ہے، اور کوئی باہر سے یہ تصور نہیں لے کر آئے ہیں
یہ آپ ہی نے تو قرآن حدیث سے ہی تصور دیا نا کہ میرا دوسرا دور بھی شروع ہونے والا ہے آخرین میں، اور اس سے اسلام کے غلبے کی جو ہے کہ پورے کل عالم کو اپنی لپیٹ میں لے گا اور دنیا انصاف سے بھر دی جائے گی، اور مسیح ابن مریم نازل ہوں گے اور وہ دنیا کو امن اور انصاف سے بھر دیں گے. تو یہ کوئی چھوٹی سی بات ہے، یہ کوئی چھوٹا سا مشن ان کے سپرد ہوا ہے. آپ کی ہی تعلیم، آپ کے ہی مشن کو کمپلیٹ کیا جائے گا. ہے آپ کا وجود، سب کچھ آپ ہیں، آپ صلی اللہ علیہ وسلم ہیں، آپ کے غلام، آپ کے نوکر ہیں جنہوں نے کام کرنا ہے. بس کون دنیا کا بدبخت انسان ہے جو آپ کی غلامی سے نکلے گا؟ جو آپ کی غلامی سے نکلے گا وہ تو ناکام ہو جاتا ہے، وہ تو نامراد ہو جاتا ہے، وہ تو جہنم کا ایندھن بننے والا ہے. ایک اللہ کی ذات ہے اور اس کے بعد حضور صلی اللہ علیہ وآلہ وسلم کا وجود پاک ہے. ہم تو یہ سوچ بھی نہیں سکتے، یہ تصور بھی نہیں کر سکتے کہ آپ کی غلامی سے تصور نکلیں یا تصور بھی کر سکیں. آپ کی غلامی میں ہی سارے یہ کام ہونے ہیں. آپ کے ہی مشن کو یہ غلام جو ہیں ماننے والے ہیں وہ تکمیل کریں گے آپ کی ہی برکتوں سے، آپ کے ہی نور سے، آپ کی ہی دی ہوئی رہنمائی سے یہ سب کام ہوں گے. تو اتنی سی بات ہے، سمجھ ہم کب باہر نکل رہے ہیں، یا مرکز جو حضور صلی اللہ علیہ وسلم کا پیارا وجود ہے اس مرکزیت کو کون بدبخت ہے جو چیلنج کر سکتا ہے یا نکل کر کوئی کام کر سکتا ہے یا کامیاب ہو سکتا ہے؟ یہ تو سوچ بھی ہم نہیں سکتے. تو یہ اتنی سی بات ہے کہ ہم تو اسلام سے باہر نہیں ہیں. آپ کیوں ہمیں آپ اپنے تصور لیے بیٹھے ہیں کہ آپ باہر ہیں، آپ باہر ہیں، آپ باہر سے کام کر رہے ہیں، آپ غلط تعلیم دے رہے ہیں، غلط طرف جا رہے ہیں. ہم تو جب ہم اقرار کر رہے ہیں کہ نہیں بھئی حضور صلی اللہ علیہ وآلہ وسلم کی غلامی سے نکلنا جہنم خریدنا ہے، جہنم کا ایندھن بننا ہے. وہ انسان اس دنیا میں کامیاب نہیں ہے جس کا تعلق حضور صلی اللہ علیہ وآلہ وسلم سے نہیں ہے. یہ کیسے ہو سکتا ہے کہ ہم ان سے تعلق توڑ لیں اور جہنم خرید لیں؟ ہم تو تصور بھی نہیں کر سکتے. ہم تو آپ کی غلامی میں زندہ ہیں. آپ کی غلامی سے نکلے تو اس دن ہماری موت ہو جائے گی ہر لحاظ سے. وہ سنتا دا ٹائم بھی دے دو نذیر صاحب، سنتا بھی پڑھنی ہے، جمعے دا خطبہ شروع کر لے. جی نذیر صاحب کوئی بات نہیں، بات مکمل ہوگی نذیر صاحب. سوال کیا ہے نذیر صاحب، نذیر صاحب عبداللہ صاحب، نذیر صاحب مکمل ہوگی بات آپ کی؟ جی 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 جزاک اللہ ہوگی. میری گزارش دیکھیں، ابھی آپ نے کہ کون بدبخت ہے، میں پڑھتا ہوں، آپ خود اندازہ کریں کہ کون بدبخت ہے. صفحہ 13 پڑھ رہا ہوں. میرا یہ عقیدہ ہے کہ یہ آیت مسیح موعود کے متعلق اور احمد آپ ہی ہے، احمد آپ ہی ہیں. صفحہ 13 کون سی اس کا ہے؟ خلافت، انوار خلافت. اچھا اب غور جی، اس کو میں جرت کہتا ہوں. دیکھیں نا، میں نے جو کہا نا مرکزیت کو شفٹ کرنا، یہ ہے سازش. اگر آپ تنہائی میں نذیر صاحب سوچیں گے تو آپ ضرور، مجھے امید ہے کہ اگر اللہ نے آپ کی قسمت میں ہدایت رکھی ہے آپ اس پر آ جائیں. دیکھیں بقیہ آپ کر دیں، کسی ولی کو نہ مانیں، کسی مجدد کو نہ مانیں، کسی امام کو نہ مانیں. وہ پنجابی جی کہتے ہیں نا کہ ایک گھر تے ڈائن بھی چھٹ جاندی ہے. اب یہ جو جملہ ہے، اب آپ دیکھیں یہ کس طرح کریں گے. حضرت مسیح کا موعود کا نام احمد تھا یا حضرت صلی اللہ علیہ وسلم، حضور کا نام سے ڈینائی کر رہے ہیں ٹوٹل. اس آیت سے حضور علیہ الصلوۃ والسلام نہیں ہے. یہ دیکھیے، میرا یہ عقیدہ ہے کہ یہ آیت مسیح موعود کے متعلق اور احمد آپ ہی ہیں، لیکن اس کے خلاف کہا جاتا ہے کہ احمد نام رسول کریم صلی اللہ علیہ وسلم کا ہے. تو یہ اتنی بڑی جرت کہ وہ جو نام اللہ پاک نے احمد دیا، اور خود نبی کریم صلی اللہ علیہ وسلم نے بخاری میں فرمایا انا احمد انا محمد و انا احمد. میں نے جو آپ سے 180 کی بات کی تو ہمارے ساتھ کوئی میرا انکار کر دیں، یہ براڈ والوں کو آپ جو مرضی کہہ دیں، ہمارے ساتھ تو کوئی مسئلہ نہیں. ہماری کیا حیثیت ہے؟ اصل آپ کی ٹکر ہے نبی کریم صلی اللہ علیہ وسلم کے ساتھ.
اس پر آپ غور کریں. اگر موت یاد ہے تو مرنے کے بعد اللہ کی بارگاہ میں پیش ہونا ہے. اللہ پوچھے گا کہ میں نے قرآن میں تو احمد تو اپنے پیارے محبوب سیدنا محمد صلی اللہ علیہ وسلم کو کہا تھا اور عیسیٰ علیہ السلام نے اسی کی بشارت دی تھی. تم عجیب لوگ ہو، یا تم نے نبی پاک کی بات کا بھی انکار کر دیا، احمد کی جگہ کسی اور بندے کو لے آئے. یہ اصل مسئلہ. اور آپ مرزا صاحب نے بھی اس سے مراد رسول پاک صلی اللہ علیہ وسلم کو لیا، لیکن مرزا محمود احمد صاحب نے جماعت احمدیہ کی بات کر رہا ہوں. یہ جی میں بھی انہیں کی بات کر رہا ہوں، جن کے رکن، جن کے یہ کہتے ہیں کہ ہماری جماعت کی طرف آؤ، جس جماعت کی طرف یہ دعوت وہ دے رہے مرزا ہیں. محمود صاحب نے یہ آیت مرزا صاحب پر لگائی ہے. مرزا صاحب نے کہا ہے کہ اس سے مراد رسول پاک صلی اللہ علیہ وسلم ہے. جی تو گزارش یہ ہے، میں بالکل آپ سے، میں تو یہ جو کہ کہتے بھی جماعت کا ادھر پھیل گئی ہے، تو مقصد میرا یہ ہے کہ 180 ڈگری جو ہے کہ جو قرآن جس احمد سے مراد ہے کہ ہمارے دیکھیے امت میں بہت اختلافات ہیں، ایک دوسرے کے خلاف ہے، عجیب و غریب خلاف ہے اختلاف، لیکن اس کے باوجود نذیر صاحب پوری امت میں عرب ہو عجم ہو احمد سے مراد فقط ذات محمد صلی اللہ علیہ وسلم. اس اختلاف اہل حدیث ہو، سنی ہو، شیعہ ہو، کوئی بھی ہو. جب یہ شاہ صاحب آپ کی آواز پیچھے چلی گئی ہے. جی آواز نہیں آ رہی؟ آ رہی ہے اب آواز؟ اب ٹھیک ہوگی، اب ٹھیک ہوگی. تو میری گزارش یہ نذیر صاحب، اس میں کسی کا اختلاف نہیں. ابھی یہ گواہی دے رہے ہیں، پتہ نہیں کس حد تک یہ درست ہے میرا، لیکن میں نے یہ انوار خلافت میں یہ اتنی جرت ہے کہ وہ کہتے ہیں کہ حضور احمد سے مراد نبی پاک نہیں ہے، اس سے مراد مرزا صاحب. عمر نذیر صاحب اس بات کی تصدیق کریں گے جو میں نے کی ہے. جی ٹھیک ہے، ان سے بات کر لیں. جی بہت شکریہ. میں اجازت چاہتا ہوں، تو باقی جاتی گفتگو ملک قیصر صاحب اور عامر نذیر صاحب آ گئے. شاہ صاحب ایک اقتباس میں نے چھوٹا سا پڑھنا، یہ سنتے جائیں پھر آپ چلے. نہیں جو میں نے پڑھا نہیں، ایسا آپ پڑھیے گا، ضرور پڑھیے ٹھیک ہے، گا، آپ پڑھیے گا. نہیں پہلے اس پر نذیر صاحب میں ضرور سنوں، یہ براڈ والے سنیں گے. جو میں نے گزارش کی ہے اس کا تو کوئی جواب دے دیں، پھر آپ. نہیں جواب یہی ہے نا، وہ بات حضور صلی اللہ علیہ وسلم کا دیکھیں، صفاتی نام ہے نا احمد، اور اللہ نے تو وہ جو قرآن کریم میں آپ کو مخاطب کیا محمد صلی اللہ علیہ وسلم سے کیا نا، آپ کا اسم جو ہے وہ محمد ہے، تو وہ وہاں پیشن گوئی آ رہی ہے احمد کی. آپ کے وہ وجود آپ کا کیونکہ دوسرا دور ہے، آپ کا غلام احمد ہے، تو پھر اشارہ تو اس طرف بھی جا رہا ہے نا کہ احمد اشارہ. نذیر صاحب ایک اشارہ دیکھیں، میری عرض سن لیں نذیر صاحب. ایک خود نبی اکرم صلی اللہ علیہ وسلم فرما دیں، میری بات سنیں نہ، انہوں نے یہ دونوں حضور کے ذاتی نام ہیں، انا محمد و انا احمد. میرا سوال نذیر صاحب ہے کہ جب خود نبی پاک صلی اللہ علیہ وسلم، کوئی مولوی میں کہوں، کوئی مجدد کہے آپ چھوڑ دے، کوئی مسئلہ نہیں، کوئی بعد والا بندہ کہے نہ مانے، لیکن جب نبی پاک صلی اللہ علیہ وسلم اس آیت کی اطاعت فرمائے کہ میں ہی محمد اور میں ہی احمد ہوں، تو پھر آگے جو کہے کہ میں غلام ہوں، جو کہے کہ میں حضور علیہ الصلوۃ والسلام کو ماننے والا ہوں، ان کے بغیر کچھ بھی نہیں ہے، تو سرکار کے فرمان کو نہ ماننا اور جرت کرنا. حضور فرمایا میں احمد ہوں، اور کوئی کہے کہ جی وہ احمد نہیں ہے، کوئی اور احمد ہے، تو یہ ہے اصل مسئلہ. سرکار نہ فرماتے تو ٹھیک ہے. جب حضور نے واضح طور پر بخاری شریف میں اور اسمہ احمد کے تحت یہ امام بخاری چیپٹر باندھ کے نیچے حضور کا فرمان لائے ہیں، تو میرے محترم نذیر صاحب میری گزارش یہ ہے کہ جب سرکار کا فرمان آ جائے نا، جو کہے کہ میں ان کا امتی ہوں، ان کا غلام ہوں، وہ تو پھر چپ ہے. جب حضور نے فرما دیا آپ ایف اینڈ بٹ لگائیں گے، آپ دیکھیں نا، اب ایک طرف آپ کہہ رہے ہیں کہ اشارہ ہے، حضور نے اشارہ بھی نہیں فرمایا، حضور نے صریحاً امت کو کہا امت میرا نام محمد بھی ہے، میرا نام احمد بھی ہے، اور احمد کی بھی آگے شرح نہیں فرمائی، محمد کی بھی شرح نہیں فرمائی. جہاں پر 5 نام ہے، حاشر کے لیے کہا کہ میرے قدموں پر ساری مخلوق اکٹھی ہوگی، ماحی کے لیے کہا حضور علیہ الصلوۃ والسلام نے کہ میرے ذریعے کفر مٹایا جائے گا، عاقب کے لیے فرمایا کہ میرے بعد کوئی نبی نہیں ہوگا. تو اب جب محمد اور احمد کے الفاظ ہیں نا، حدیث پاک اب خود پڑھیے گا، حضور فرماتے ہیں ان لی اسماء انا محمد و انا احمد، میں محمد ہوں اور میں احمد ہوں. تو وہاں حضور نے دونوں اپنے نام جو ہیں ذاتی، اچھا صفاتی کر کے پھر آپ کسی اور کو بٹھائیں. ایک اور بات عرض ہے، ایک اور بات پھر آپ بولیے گا، باقی براڈ والے میں اجازت لوں گا، ہمارے یہاں ابھی جو ہے وہ ابھی فجر کا وقت ہو گیا تو میں اجازت لوں گا ابھی. تو میں یہ عرض کر رہا ہوں کہ جب سرکار صلی اللہ علیہ وسلم نے فرما دیا، تو پھر تو جو سچا ہے نا وہ کہ یا رسول اللہ آپ نے فرما دیا
ہمارے لیے یہ کافی ہے، ایف اینڈ بٹ نہیں لگائیں گے۔ بعد میں مربی دھوکہ کھا سکتا ہے، مولوی دھوکہ کھا سکتا ہے، کوئی اپنے آپ کو مجدد بھی کہتا ہو تو وہ بھی دھوکہ کھا سکتا ہے۔ آقا آپ نے فرمایا، ہم نے مانا آپ ہی محمد ہے اور آپ ہی احمد ہے۔ مسئلہ یہ ہے 180 ڈگری کا جو میں نے کہا تھا کہ اس اسماء میں سے کسی اور کو یہ ٹائٹل نام دینا چاہے تو یہ ہے، اور دینا بھی چاہے سورہ صف میں محمد الرسول اللہ قرآن کی آیت پڑھ کر کہے کہ اس وحی الہی میں میرا نام محمد اور احمد ہے، یہ بات ہے جو قرآن کے خلاف ہے۔ باقی حضرات پر اور کو چلائیں۔ میں بہت شکریہ نذیر صاحب، آپ سے بھی یہ باقی نذیر صاحب آگے میں بات کر لیں، دونوں نذیر آگے بات کر لیجیے گا۔ جزاک اللہ جی۔ میں ذرا یہ دوست ایک اقتباس ہے آپ کا ضمیمہ تحفہ گورڑیا کا ہے، 17 صفحہ 49 اور 50 میں فرماتے ہیں مرزا صاحب، میرے پر ایسی رات کوئی کم گزرتی ہے جس میں مجھے یہ تسلی نہیں دی جاتی کہ میں تیرے ساتھ ہوں اور میری آسمانی فوجیں تیرے ساتھ ہیں، اگرچہ جو لوگ دل کے پاک ہیں مرنے کے بعد خدا کو دیکھیں گے، لیکن مجھے اسی کے منہ کی قسم ہے کہ میں اب بھی اس کو دیکھ رہا ہوں۔ دنیا مجھ کو نہیں پہچانتی لیکن وہ مجھے جانتا ہے جس نے مجھے بھیجا ہے۔ یہ ان لوگوں کی غلطی ہے اور سراسر بدقسمتی ہے کہ میری تباہی چاہتے ہیں۔ میں وہ درخت ہوں جس کو مالک حقیقی نے اپنے ہاتھ سے لگایا ہے۔ جو شخص مجھے کاٹنا چاہتا ہے اس کا نتیجہ بجز اس کے کچھ نہیں کہ وہ قارون اور یہود و اسکریوتی اور ابو جہل کے نصیب سے کچھ حصہ لینا چاہتا ہے۔ اے لوگو، تم یقیناً سمجھ لو کہ میرے ساتھ وہ ہاتھ ہے جو آخر وقت تک مجھ سے وفا کرے گا۔ اگر تمہارے مرد اور تمہاری عورتیں اور تمہارے جوان اور تمہارے بوڑھے اور تمہارے چھوٹے اور تمہارے بڑے سب مل کر میرے ہلاک کرنے کے لیے دعائیں کریں، یہاں تک کہ سجدے کرتے کرتے ناک گل جائیں اور ہاتھ چھل ہو جائیں، تب بھی خدا ہرگز تمہاری دعا نہیں سنے گا اور نہیں رکے گا جب تک وہ اپنے کام کو پورا نہ کر لے۔ اور اگر انسانوں میں سے ایک بھی میرے ساتھ نہ ہو تو خدا کے فرشتے میرے ساتھ ہوں گے، اور اگر تم گواہی کو چھپاؤ گے تو قریب ہے کہ پتھر میرے لیے گواہی دیں۔ بس اپنی جانوں پر ظلم مت کرو، کاذبوں کے اور منہ ہوتے ہیں اور صادقوں کے اور، خدا کسی امر کو بغیر فیصلے کے نہیں چھوڑتا۔ میں اس زندگی پر لعنت بھیجتا ہوں جو جھوٹ اور افتراء کے ساتھ ہو، اور نیز اس حالت پر بھی کہ مخلوق سے ڈر کر خالق کے امر سے کنارہ کشی کی جائے۔ وہ خدمت جو عین وقت پر خداوند قدیر نے میرے سپرد کی ہے اور اسی کے لیے مجھے بھیجا گیا ہے، ہرگز ممکن نہیں کہ میں اس میں سستی کروں۔ اگرچہ آفتاب ایک طرف سے اور زمین ایک طرف سے باہم مل کر کو چلنا چاہیں، انسان کیا ہے؟ محض ایک کیڑا، اور بشر کیا ہے؟ محض ایک مضغہ۔ پس کیوں کر میں حی و قیوم کے حکم کو ایک کیڑے یا ایک مضغہ کے لیے ٹال دوں؟ جس طرح خدا نے پہلے مامورین اور مکذبین میں آخر ایک دن فیصلہ کر دیا، اسی طرح وہ اس وقت بھی فیصلہ کرے گا۔ صاحب اپنا پوائنٹ خدا بتائیں، کے پوری مامورین تقریر کے آنے کے بھی ایک موسم ہوتے ہیں اور پھر جانے کے بھی ایک موسم۔ آپ دے وچ مرزا طاہر صاحب دی روح آ بس یقیناً سمجھو کہ میں نہ بے موسم آیا ہوں اور نہ بے موسم جاؤں گا۔ نذیر صاحب یہ ساری بات ہو گئی، سمجھ لگ خدا گئی، سے مت اس میں لڑو، اپنا پوائنٹ بتائیں اپنا۔ یہ تمہارا کام نہیں کہ مجھے تباہ کر دو۔ جزاک اللہ جی۔ یہ آپ کا ایک روحانی خزانے میں سے میں نے ایک صاحب پڑھا ہے ضمیمہ گورڑیا سے، یہ بات ہے بھائی میرے بھائیو، یہ بات اس مصیبت۔ دنیا مجھے نہیں پہچانتی، وہ کہہ رہے ہیں دنیا مجھے نہیں پہچانتی۔ جی جی، آپ لوگوں نے پھر کیسے پہچان لی؟ وہ تو کہہ رہے ہیں دنیا نہیں پہچانتی۔ انکار کی صورت ہے نا جی، جس مقصد کے لیے آئے ہیں تو وہ مقصد کے آگے حائل ہے نا ساری انکار دنیا۔ کرنے والے مجھے نہیں پہچانتے۔ جی جی، آپ جب آپ موجود تھے اس ٹائم آپ انکار کیے ہوئے تھے نا لوگ، اکثریت آپ کو نہیں تکلیفیں دے رہی تھی، نہیں مان رہی تھی۔ ٹھیک ہے، وہ ان کو لکھنا چاہیے تھا نا کہ انکار کرنے والے مجھے نہیں پہچانتے، انہوں نے لکھا دنیا مجھے نہیں پہچانتی۔ جی جی جی، یہ محاورتاً کہہ رہے ہیں نا کہ دنیا نہیں ان کو ایکسیپٹ نہیں کر رہی تھی، اب بھی دیکھیں اب بھی نہیں کر رہے ایکسیپٹ، دنیا ہلاکت کی طرف جا رہی آئے پوری دنیا کے لیے، تو دنیا مان رہی ہے ان کو۔ کیسے ایکسیپٹ کریں جب وہ کہہ رہے ہیں کہ دنیا مجھے نہیں پہچانتی؟ ہاں تو حضور صلی اللہ علیہ وسلم کو دنیا پہچان رہی ہے اس ٹائم۔
बिल्कुल पहचान हुई है। आपका दीन गालिब आ गया, पूरी दुनिया ने मान लिया आपके दीन को। रसूलुल्लाह सल्लल्लाहु अलैहि वसल्लम की तरफ भाग कर जाते, उन्होंने तो कहा ही नहीं है ना। तो समझने की बात है ना मेरे भाई, अभी तक हज़ूर सल्लल्लाहु अलैहि वसल्लम को नहीं पहचाना दुनिया ने। नहीं, उन्होंने ये तो कहीं नहीं लिखा ना कि दुनिया मुझे नहीं पहचानती। नहीं, वो अब ये समझने की बात है ना मेरे भाई। अब क्या आपको अगर समझ आ गई हो तो मोहम्मद ਦਾ ਜਵਾਬ ਤਾਂ ਦਿੱਤੇ ਹੀ ਕੋਈ ਨਹੀਂ ਤੁਸੀਂ, ਉਹਦਾ ਜਵਾਬ ਕਿਹਨੇ ਦੇਣਾ ਹੈ? जी वो जवाब दे देता है ना कि देखें आप सल्लल्लाहु अलैहि वसल्लम का वो जो है सिफाती नाम है, और वो इशारा इस तरफ भी है कि आखिरीन में जो अहमद ने आना है उस तरफ भी अल्लाह ताला ने इशारा दे दिया। मिर्जा साहब तो कह रहे हैं कि नहीं, इस आयत के मिस्ताक रसूल पाक सल्लल्लाहु अलैहि वसल्लम नहीं वही है, मिर्जा बशीरुद्दीन महमूद ठीक साहब है। कहते हैं। नहीं वो सही फरमाया ना आपने, क्योंकि आप रसूल पाक सल्लल्लाहु अलैहि वसल्लम की दूसरी बात भी है ना। गाते क्लियर कर दो, बयान क्लियर कर दे। हां जी, हज़ूर सल्लल्लाहु अलैहि वसल्लम की दूसरी बासत भी है, तो उसमें बात आ रही है ना ये। फिर अगर आपकी बासत दूसरी है तो फिर आप अहमद, आप इधर फिर अहमद इधर, क्या आपको समझ आ रही इस बात की कि आपकी दूसरी बासत में भी आप अहमद इधर बन रहे हैं? नहीं कहा कि दूसरी बासत की वजह से इसका मिस्दाक मैं भी हूँ। उन्होंने तो ये कहा है कि इसके इस आयत के मिस्दाक रसूल पाक सल्लल्लाहु अलैहि वसल्लम। हाँ जी, उन्होंने एक बता दिया, तो दूसरी बात जो है ना, नहीं दूसरी बात तो आप लगा रहे हैं ना। नहीं आप क्या खलीफा सानी रहमतुल्लाह ने भी बता दिया ना ये कि दूसरी नहीं खलीफा कहाँ से हो गए, वो गैर शरई नबी की तो खिलाफत ही नहीं होती। अकबर साहब, अच्छा वो तो अभी अकबर साहब हमारा दूसरा इख्तिलाफ आप चल अच्छा ना, उसको रहने दे। दूसरी बहस जो है वो मिर्जा साहब ही है ना, जो दूसरी बात है। हाँ जी मिर्जा साहब है ना। जी यही जमात अहमदिया का मौक़िफ़ है। हाँ जी हाँ ठीक हो गया, जज़ाकल्लाह जी। और भाई कोई बात कर लें आप। आमिर नज़ीर साहब करो कोई नहीं, आप नज़ीर साहब बात को समझ नहीं रहे। आप कह रहे हैं कि इसके मिस्दाक नबी करीम सल्लल्लाहु अलैहि वसल्लम भी हैं और मिर्जा साहब भी हैं, लेकिन जो आपके खलीफा साहब है, क्यों अकबर खान साहब आप मेरी तौसीह कर दें, वो कह रहे हैं नहीं ये सिर्फ मिर्जा साहब है। जी, मिर्जा बशीरुद्दीन महमूद साहब कह रहे हैं। हाँ, इस पे जवाब देना। लेकिन मिर्जा साहब कह रहे हैं कि नहीं, रसूल पाक सल्लल्लाहु अलैहि वसल्लम इस आयत के मिस्दाक है। मिर्जा साहब ये कह रहे हैं। अब नज़ीर साहब बताएं, खलीफा साहब ठीक कह रहे हैं या मिर्जा साहब ठीक कह रहे हैं? अब आप किसके साथ खड़े हैं? ये जवाब दोनों ठीक फरमा रहे हैं, अगर आप समझ जाए बात। अकबर खान साहब दोनों कैसे ठीक हो सकते हैं? एक ठीक हो सकता है ना, दोनों में से। हो रही है, दोनों ही बात दुरुस्त फरमा रहे हैं ना। मिर्जा बशीरुद्दीन महमूद साहब कहते हैं कि मुजद्दद का कोई वजूद ही नहीं है, मिर्जा साहब कहते हैं मुजद्दद का मुनकर फासिक है। अब दोनों में से कौन ठीक है? अकबर साहब अब ये आपकी और हमारी अलग मामला है ना, वो उसको इस तरफ नहीं अलग मामला नहीं ना, समझा लेने देना। खलीफों की तलीम और है, मिर्जा साहब की तलीम और है। नहीं और नहीं होती वो। नहीं क्यों नहीं होती? तालीम नहीं होती, हम साबित करते हैं। ये खलीफे कहते हैं अब कोई नहीं आएगा, मिर्जा साहब कहते हैं ज़िल्ली नबूवत का सिलसिला क़यामत तक जारी रहेगा। हकीकतुल वही सब अकबर साहब जो हदीस में है ना कि मसीह इब्न मरियम नाजिल होंगे तो वो शादी करेंगे, 40 से 45 बरस रहेंगे। मिर्जा साहब 40 से 45 बरस। अगला पॉइंट सुने ना, बेसत के बाद रहे। अकबर साहब सुने कि वो शादी करेंगे और उनकी औलाद होगी, औलाद की तरफ इशारा है। हाँ, शादी करेंगे, इसलिए वो इसमें कहा गया है कि हज़रत ईसा अलैहिस्सलाम की शादी साबित नहीं होती। अकबर साहब सुने, उसमें जो औलाद का जिक्र, औलाद क्या है? औलाद ने भी आगे दीन की खिदमत करनी। गंदी औलाद नहीं जिसने अपनी खिलाफत कायम कर, औलाद ने भी दीन की खिदमत बड़े पैमाने पे खिदमत करनी है। नहीं कोई खिदमत नहीं की। रसाला वसीयत से चले, पूरी मिर्जा साहब की किताबें पढ़ लें। इस औलाद ने जो काम उल्टे किए हैं ना, वो किसी और औलाद ने किए ही नहीं है। आपका और हमारा इख्तिलाफ और है, उसको अब भी आप रहने में नहीं। औलाद के ऊपर कर लो बात, औलाद ने क्या खिलाए हैं। जो हदीस में औलाद का जिक्र है ना, मिर्जा साहब की तलीम को ही बदल डाला। इन उलमा ने मेरे घर को बदल डाला, मिर्जा साहब का इल्हाम है। बात सुने कि वो औलाद की जो पेशन गोई थी ना कि मसीह इब्न मरियम नाजिल होंगे, शादी करेंगे, औलाद की खबर में बहुत बड़ी खबर थी। वो तो मरियम थे। औलाद की खबर में बहुत बड़ी खबर थी कि उनकी औलाद वो नेक दुनिया के अंदर वो नेक काम करेंगे, वो मकाम मर्तबा पाएंगे, दीन की खिदमत करेंगे ना। जरा ब्रेक लगाओ अकबर साहब, आपको मिर्जा साहब को इल्हाम दिया गया। मिर्जा साहब कहते हैं कि उस मसीह को मत बोलो जो इस आजिज की ज़ुरियत में से है, क्योंकि बराहीन में इस आजिज का नाम मरियम रखा गया है।
ज़ुरियत क्या होती है? उसकी बदन से ज़ुरियत ही ना। उसके मानने वाले होते हैं, पैरोकार होते हैं। ज़ुरियत नहीं मिर्जा होती साहब उसके अपनी औलाद मानने के लिए वाले। हमेशा औलाद का लफ्ज़ ज़ुरियत इस्तेमाल औलाद करते को कहते थे। हैं, उनके जिस्म से शेर औलाद पढ़े होती है उसको उन्होंने कहते अपनी हैं औलाद के उसको लिए कहते हमेशा हैं। औलाद का साहब, लफ्ज़ इस्तेमाल किया है, कभी भी हाँ, अपनी वो औलाद के लिए उन्होंने ज़ुरियत का लफ्ज़ इस्तेमाल नहीं किया। आप अकबर साहब बीच में जो है ना वो इनके प्लेटफॉर्म की छतरी के नीचे आकर दूसरा मसला शुरू कर देते हैं। हम नहीं, उसके साथ ये और कौन है? मसला ये गैर है, ये भी हमारे अपने हैं, आपके अपने हैं? बिल्कुल अपने हैं हमारे। आपके मिर्जा साहब के मानने वाले हैं? बेशक मिर्जा साहब को ना माने, रसूल पाक सल्लल्लाहु अलैहि वसल्लम को तो मानते हैं ना। चाहे मिर्जा साहब गालियां देते रहे, फिर आप उनके नहीं, साथ तसल्ली से गालियां आप दिलवाते हो, आपके हैं, गालियां आप बहुत अच्छे। दिलवा रहे हो अपनी खिलाफत इजाद करके। आप अच्छा, दायरे इस्लाम से खारिज हो गए हो। अच्छा, हम आपने कुरान खिलाफत को करके छोड़ गालियां दिया। दिलवा रहे हैं, आप महदवियत और मसीहत और मामूर में अल्लाह होने का जिक्र मिर्जा मान साहब के ने कहा है। आप क्या उनसे सवाबेदार हैं? सुने ना, नज़ीरा साहब, नज़ीरा साहब छोड़ो, अकबर साहब रहने दें, अकबर साहब रहने। चलें, वो बहरहाल ये दोस्त समझ गए होंगे बात। इमाम मेहदी की औलाद होगी और वो बड़े बड़े काम दुनिया में, उनका नाम मकाम मर्तबा इमाम मेहदी की नहीं, ईसा इब्ने मरियम की, वो ईसा इब्ने मरियम का जिक्र है। वही इमाम मेहदी है, वही इमाम। नहीं, वो वही ईसा मसीह इब्ने मौला। मरियम नहीं थे, वो मरियम थे और एक ही इमाम मेहदी थे। हदीस वही एक वजूद है, आपने नहीं पढ़ी नहीं, हदीस? हदीस वही ये कह रही है कि वो इमामों तुम को में बेसत के बाद 40 से 45 साल रहेंगे। मिर्जा साहब रहे बेसत के बाद 40 से 45 और साल। यार वो ये 40-45 होता है, 70 होता है, ये एक कसरत की तरफ इशारे करती हैं बातें, जो एग्जैक्ट फिगर बताया जाता है वो नहीं होता कि एग्जैक्ट वो जो है ना 70 कहा है तो 70 ही कुरान को मानते हो आप लोग, ना मिर्जा साहब की तालीम को मानते हो, अकबर ना साहब आयत तुसी ते मान गए को हो ना, बस मानते हो। अकबर साहब मिर्जा साहब कहते हैं हर आप सल्लल्लाहु अलैहि वसल्लम ने अकबर फरमाया साहब कि इसके करीब झूठे दजाल आएंगे, फिर तुसी दजालां नूं फड़ो ते ओदी बैत करो बस। ਤੁਹਾਡੇ नज़ीर ਮੁਕੱਦਰ साहब आ दजाल गए ने ना, ਸਾਰੇ, दज्जाल। ਤੁਹਾਡੀ ਮੁਕੱਦਰ ਦਜਾਲ ਨੇ, ਤੁਸੀਂ ਦਿਨ ਰਾਤ ਦਜਾਲਾਂ ਦਾ ਜ਼ਿਕਰ ਕਰ, ਉਹਨਾਂ ਦੀ ਬੈਤ ਅੱਛਾ, ਕਰੋ। ਉਹਨਾਂ ਬਲਕਿ ਤੁਸੀਂ ਕੀਤੀ ਦੀ ਬੈਤ, ਦੁਨੀਆ ਦੇ ਜਿਹੜੇ ਦਜਾਲ ਨੇ ਨਾ ਕਿੱਥੇ ਲਾਓਗੇ? ਉਹਨਾਂ ਦੀ ਬੈਤ ਤੇ ਤੁਸੀਂ ਹੈ ਕਿ ਤੁਹਾਨੂੰ ਦਜਾਲ ਕਿਸ ਤਰ੍ਹਾਂ ਕੁੱਟ ਰਿਹਾ, ਸਵੇਰ ਸ਼ਾਮ ਤੁਹਾਨੂੰ ਜੁੱਤੀਆਂ ਮਾਰ ਰਿਹਾ ਦਜਾਲ, ਤੁਸੀਂ ਚੁੱਪ ਕਰਕੇ ਜੁੱਤੀਆਂ ਖਾ ਰਹੇ ਹੋ। ਉਹ ਤੁਹਾਨੂੰ ਵੀ ਜੁੱਤੀਆਂ ਪੈ ਰਹੀਆਂ, ਪੂਰੇ ਉਸ ਉਮਤ ਮੁਹੰਮਦੀਆ ਕੋਲੋਂ ਜੁੱਤੀਆਂ ਖਾ ਰਹੇ ਹੋ ਤੁਸੀਂ। ਚਲੋ ਅਕਬਰ ਸਾਹਿਬ ਇਹ ਦੇਖੋ ਤੁਸੀਂ ਦਿਨ ਰਾਤ ਤੁਹਾਨੂੰ ਛਿੱਤਰ ਮਾਰ ਰਹੇ ਨੇ ਮੁਸਲਮਾਨ। ਇਹਨਾਂ ਦੀ ਛਤਰੀ ਥੱਲੇ ਕਿਸ ਤਰ੍ਹਾਂ ਸਕੂਨ ਮਹਿਸੂਸ ਕਰਦੇ ਹਨ ਨਾ। ਮੁਸਲਿਮ ਉਹਦੇ ਇਲਾਮੇ ਚ ਜਬ ਉਹ ਜਿਨ੍ਹਾਂ ਵਾਸਤੇ ਮਸੀਹ ਮਊਦ ਅਲੈਹਿਸਲਾਮ ਆਏ ਨੇ, ਤੁਸੀਂ ਉਹਨਾਂ ਦੀ ਛਤਰੀ ਥੱਲੇ ਬੈਠੇ ਹੋ। ਇੱਕ ਇਹੋ ਜਿਹਾ ਮੁਸਲਿਮ ਮਊਦ ਆਇਆ ਸੀ ਜਿਹਨੇ ਦਾਰਾ ਇਸਲਾਮ ਤੋਂ ਬਾਹਰ ਕਢਾ ਦਿੱਤਾ। ਅਕਬਰ ਸਾਹਿਬ ਤੁਸੀਂ ਜਿਨ੍ਹਾਂ ਵਾਸਤੇ ਆਏ ਨੇ ਮਸੀਹ ਮਊਦ ਅਲੈਹਿਸਲਾਮ, ਤੁਸੀਂ ਉਹਨਾਂ ਦੀ ਛਤਰੀ ਥੱਲੇ ਬੈਠੇ ਹੋ। ਵਾਹ ਸੁਭਾਨ ਅੱਲਾਹ, ਕੀ ਬਾਤ ਹੈ ਤੁਹਾਡੀ। ਉੱਥੇ ਛਾਂ ਤੁਹਾਨੂੰ ਅਸੀਂ ਉਹਨਾਂ ਦੇ ਥੱਲੇ ਬੈਠੇ ਆ, ਤੁਸੀਂ ਉਹਨਾਂ ਤੋਂ ਬਾਹਰ ਨਿਕਲ ਗਏ ਹੋ। ਉਹਨਾਂ ਦੀ ਛਤਰੀ ਥੱਲੇ ਜਾ ਛੁਪੇ ਹੋ ਤੁਸੀਂ। ਸੁਭਾਨ ਅੱਲਾਹ, ਸੁਭਾਨ ਅੱਲਾਹ। ਇਹ ਮਸੀਹ ਮਊਦ ਨੂੰ ਮੰਨ ਕੇ ਛਤਰੀ ਇਹਨਾਂ ਦੀ ਮੂਦਾ ਖੜਪੈਣ ਬਤਰੀਆਂ ਦੀ ਛਤਰੀ, ਗੱਲ ਸੁਣੋ, ਬਤਰੀਆਂ ਦੀ ਛਤਰੀ ਥੱਲੇ ਕਿੰਨਾ ਸਕੂਨ ਲੈ ਰਹੇ ਹੋ ਤੁਸੀਂ, ਹੈ ਨਾ? ਕਿੰਨਾ ਸਕੂਨ ਤੁਹਾਨੂੰ ਮੂਦਾ ਖੜਪੈਣ ਚ 1914 ਨੂੰ ਬਾਹਰ ਕੱਢ ਕੇ ਲੈ ਗਿਆ। ਇਹ ਵੀ ਗਾਲੀ ਬਾਤ ਨੇ ਤੇ ਤੁਸੀਂ ਵੀ ਗਾਲੀ ਬਾਤ ਨਾਲ ਬੈਠ ਕੇ ਬੰਦੇ ਇਲਜ਼ਾਮ ਉਹਨੇ ਲਾਏ, ਜਮਾਤ ਦੇ ਦੋ ਟੁਕੜੇ ਉਹਨੇ ਕੀਤੇ। ਗੱਲ ਸੁਣੋ, ਇਹਨਾਂ ਦਾ ਵੀ ਮਸਲਾ ਕੀਤੇ। ਹਾਂ ਇਹ ਦੇਖ, ਇਹ ਗੱਲਾਂ ਕਿੰਨੀਆਂ ਪਿਆਰੀਆਂ ਗੱਲਾਂ ਤੁਸੀਂ ਹਦੀਸ ਵਿੱਚ ਕੁਰਾਨ ਨੇ ਇਲਜ਼ਾਮ ਲਾਏ ਨੇ, ਮੁਸਲਮਾਨਾਂ ਨੇ ਨਹੀਂ ਲਾਏ। ਇਹ ਮੁਸਲਮਾਨਾਂ ਨੇ ਨਹੀਂ ਲਗਾਏ ਤੇ ਤੁਸੀਂ ਵੀ ਉਹਨਾਂ ਮੁਸਲਮਾਨਾਂ ਨਾਲ ਬੈਠੇ ਲਾਏ ਨੇ। ਨਹੀਂ, ਗੱਲ ਸੁਣੋ, ਤੁਹਾਡਾ ਜਿਹੜਾ ਮੁਜੱਦਿਦ ਆਇਆ ਹੈ ਉਹ ਇਹਨਾਂ ਦੀ 72 ਦੀ ਛਤਰੀ ਥੱਲੇ ਬੈਠ ਕੇ ਇਸਲਾਮ ਸਿੱਧਾ ਕਰੇਗਾ। ਮੁਜੱਦਿਦ ਦਾ ਮੁਨਕਰ ਫਾਸਿਕ ਹੈ, ਤੁਸੀਂ ਲੋਕ ਫਾਸਿਕ ਹੋ ਮਿਰਜ਼ਾ ਸਾਹਿਬ ਦੇ ਕੋਲ ਦੇ ਮੁਤਾਬਕ। ਉਹ ਆਪਣੇ ਮੁਜੱਦਿਦ ਨੂੰ ਜਾ ਕੇ ਦੱਸੋ ਕਿ ਤੁਸੀਂ ਇਹਨਾਂ ਦੀ ਛਤਰੀ 72 ਦੀ ਛਤਰੀ ਥੱਲੇ ਬੈਠ ਕੇ ਮੁਜੱਦਿਦੀਅਤ ਦੱਸੋਗੇ। ਨਾਮ ਮੰਨ ਕੇ ਇਹ ਤੁਹਾਡੇ ਤੋਂ 1000 ਦਰਜੇ ਬਿਹਤਰ ਨੇ। ਅਕਬਰ ਸਾਹਿਬ ਫਾਸਿਕ ਹੋ ਗਏ ਹੋ। ਇੱਕ ਸਵਾਲ ਦਾ ਜਵਾਬ ਦਿਓ ਮੈਨੂੰ, ਇੱਕ ਸਵਾਲ ਦਾ ਜਵਾਬ। ਤੁਸੀਂ ਮੁਜੱਦਿਦ ਅਹਿਮਦੀਆਂ ਵਾਸਤੇ ਆਏ ਨਾ? ਨਹੀਂ, ਸਾਰੀ ਦੁਨੀਆ ਇਸਲਾਹ ਕਰਨ ਲਈ। ਪਹਿਲੀ ਇਸਲਾਹ ਉਹਨਾਂ ਦੀ ਹੈ ਨਾ, ਪਹਿਲੀ ਇਸਲਾਹ ਉਹ ਗੁੰਮਰਾਹ ਹੋ ਗਏ ਨੇ ਤੁਹਾਡੇ ਹਿਸਾਬ ਨਾਲ। ਨਹੀਂ, ਤੁਸੀਂ 1914 ਦੇ ਗੁੰਮਰਾਹ ਹੋਏ ਹੋ। ਤੁਸੀਂ ਗੱਲ ਸੁਣੋ, ਤੁਸੀਂ ਸਾਡੇ ਵਾਸਤੇ ਆਏ ਤੇ ਛਤਰੀ ਉਹਨਾਂ ਦੀ ਥੱਲੇ ਬੈਠੇ ਹੋ, ਸਾਡੇ ਕੋਲ ਆ ਕੇ ਬੈਠਦੇ। ਉਹ ਅਸੀਂ ਤੁਹਾਨੂੰ ਕੀ ਕਰਨਾ? ਸਾਨੂੰ ਆ ਕੇ ਦੱਸੋ ਨਾ ਕਿ ਤੁਸੀਂ ਜਾ ਕੇ ਉਹਨਾਂ ਦੀ ਛਤਰੀ ਥੱਲੇ ਬੈਠ ਗਏ। ਮੁਜੱਦਿਦ ਆਏ ਜਿਹੜੇ ਸਵਾਲ ਵੀ ਕਰਦੇ ਨੇ, ਜਵਾਬ ਵੀ ਦਿੰਦੇ ਨੇ। ਅਕਬਰ ਸਾਹਿਬ, ਮੁਜੱਦਿਦ ਜੁੰਬਾ ਸਾਹਿਬ ਆਏ ਨੇ ਅਹਿਮਦੀਆ ਦੀ ਇਸਲਾਹ ਵਾਸਤੇ ਪਹਿਲੇ। ਜਾਲੀ ਖਲੀਫਿਆਂ ਦੇ ਥੱਲੇ। ਓਏ ਅਕਬਰ ਸਾਹਿਬ, ਜਿਹੜੇ ਜੁੰਬਾ ਸਾਹਿਬ ਆਏ ਨੇ ਅਹਿਮਦੀਆ ਦੀ ਇਸਲਾਹ ਵਾਸਤੇ ਆਏ ਨੇ ਨਾ ਪਹਿਲੇ ਤੇ, ਉਹ ਗੁੰਮਰਾਹ ਹੋ ਗਏ ਨੇ ਨਾ। ਸਾਰੀ ਦੁਨੀਆ ਅਹਿਮਦੀਆ ਦੇ ਵਿੱਚ ਭੇਜਿਆ ਨਾ ਅੱਲਾਹ ਨੇ ਮੁਜੱਦਿਦ। ਹਾਂ ਬਿਲਕੁਲ, ਅਹਿਮਦੀਆ ਦੇ ਵਿੱਚ ਭੇਜਿਆ ਹੈ ਮਿਰਜ਼ਾ ਸਾਹਿਬ। ਗੱਲ ਸੁਣੋ, ਤੁਸੀਂ ਇਲਹਾਮ ਦੇ ਮੁਤਾਬਕ ਭੇਜਿਆ ਹੈ, ਲੇਕਿਨ ਸਾਰੀ ਦੁਨੀਆ ਵਾਸਤੇ। ਗੱਲ ਸੁਣੋ, ਇਹ ਤੁਸੀਂ ਬਤਰੀਆਂ ਦੀ ਛਤਰੀ ਥੱਲੇ ਬੈਠ ਕੇ, ਓਏ ਤੁਸੀਂ ਇਹ ਦੁਨੀਆ ਵਾਸਤੇ ਆਏ ਸੀ। ਹੁਣ ਸੁਣਨਗੇ ਨਹੀਂ, 72 ਦੀ ਛਤਰੀ ਥੱਲੇ ਬੈਠ ਕੇ ਸਾਡੀ ਇਸਲਾਹ ਕਰੋਗੇ? ਉਹ ਕਿਹੜਾ 72 73? ਉਹ ਕਿਹੜਾ 72 ਬਾਹਰ ਮਾਰਿਆ ਜੱਬਾ ਸਾਹਿਬ ਨੇ ਆ ਕੇ। ਉਹ 72 ਦੇ ਥੱਲੇ ਬੈਠਣ ਵਾਲੋ, ਤੁਸੀਂ ਸਾਡੀ ਇਸਲਾਹ ਕਰੋਗੇ? ਉਹ ਤੁਹਾਡਾ ਕੈਸਾ ਮੁਜੱਦਿਦ ਹੈ? ਉਹ ਕੋਈ ਅਕਲ ਕਰ ਲੋ।
ਕਿੱਥੇ ਜਾ ਕੇ ਬੈਠੇ ਹੋ ਸਾਡੀ ਸਲਾਹ ਕਰਨ ਲਈ? ਉਹ ਸਾਡੇ ਜਾ ਕੇ ਬੈਠੋ, ਅਸੀਂ ਗੁੰਮਰਾਹ ਹੋ ਗਏ, ਸਾਨੂੰ ਸਿੱਧਾ ਕਰੋ ਆ ਕੇ। ਡੇਰਾ ਅਲੀ ਖਾਨ ਦਾ ਜਾਹਿਲ ਆਦਮੀ ਜਿਹੜਾ ਵੇ ਨਾ ਕਿਸ ਤਰ੍ਹਾਂ ਓਏ ਅਸੀਂ ਇਸਲਾਹ ਕਰਨ, ਉਹ ਕਿੱਦੀ ਇਸਲਾਹ ਕਰਨੀ ਹੈ ਤੁਸੀਂ? ਮੁਜੱਦਦ ਦੀ ਕਿਹੜੀ ਖਿਲਾਫਤ ਹੁੰਦੀ ਹੈ? ਉਹ ਤੁਹਾਡਾ ਮੁਜੱਦਦ ਅਹਿਮਦੀਆ ਲਈ ਆਇਆ ਤੇ ਤੁਸੀਂ ਜਾ ਕੇ ਬਾਤਰੀਆਂ ਦੇ ਥੱਲੇ ਬੈਠ ਗਏ ਹੋ। ਉਹ ਬਾਤਰੀਆਂ ਨਾਲ ਮਿਲ ਕੇ ਗਾਲਾਂ ਕੱਢਦੇ ਹੋ। ਇਹ ਚੰਗਾ ਮੁਜੱਦਦ ਹੈ ਬਾਤਰੀਆਂ ਨਾਲ ਮਿਲ ਕੇ ਗਾਲਾਂ ਕੱਢਦਾ ਹੈ, ਕੁੱਤੇ ਖਲੀਫੇ ਚੁੱਕ ਕੇ ਲੈਣ ਦੇ ਵਿੱਚ। ਹਾਂ ਇਹ ਗੰਦੀ ਇਹ ਤੁਹਾਨੂੰ ਮੁਜੱਦਦ ਨੇ ਗੰਦੀ ਜ਼ੁਬਾਨ ਸਿਖਾਈ ਹੈ। ਕਿਸ ਮੁਜੱਦਦ ਆ ਗਿਆ ਤੁਹਾਡਾ? ਵਾਦਾ ਕੀਤਾ ਅੱਲਾਹ ਨੇ ਮਸੀਹ ਮਊਦ ਦੇ ਨਾਲ। ਉਹ ਕੈਸਾ ਮੁਜੱਦਦ ਮੰਨ ਲਿਆ ਤੁਸੀਂ? ਗਾਲਾਂ ਕੱਢਦੇ ਹੋ ਬਾਤਰੀਆਂ ਨਾਲ ਬੈਠ ਕੇ। ਉਹ ਕਿੱਥੇ ਖਿਲਾਫਤ ਦਾ ਵਾਦਾ ਕੀਤਾ? ਓਏ ਕੈਸਾ ਮੁਜੱਦਦ ਹੈ ਜਿਹੜਾ ਗਾਲਾਂ ਕਟਵਾਉਂਦਾ ਤੁਹਾਡੇ ਕੋਲ? ਓਏ ਇਹ ਤੁਸੀਂ ਇਸਲਾਹ ਕਰਨ ਆਏ ਹੋ? ਅਕਲ ਕਰ ਲਓ। ਮਿਰਜ਼ਾ ਸਾਹਿਬ ਦੀ ਤਾਲੀਮ ਤੋਂ ਵੀ ਹਟ ਗਏ ਹੋਏ ਨਾ ਕੰਜਰ। ਉਹ ਜੁੰਬੀਓ ਅਕਲ ਕਰ ਲਓ। ਅਕਲ ਨਹੀਂ ਹੈ ਤੁਹਾਡੀ? ਹੋਇਆ ਹੈ ਸਾਰੇ ਗਾਲਾਂ ਕੱਢਦੇ ਹੋ। ਇਹ कैसे मुजद्दिद ने चढ़ा हुआ है? कैसे मुजद्दिद लाए ने? अकबरियो, ओए अकबरी मजहब लेके आ गया। लुच्चा अपनी बेटी पे चढ़िया हुआ है। हाँ देखो कैसी गंदी जुबान है, जेड़ा काम करता है गंदी जुबान मिर्जा मसरूर की है। जेदा गंदा ज़हन होता है वही गल करता है। अपने आप को ਤੁਹਾਡਾ ਗੰਦਾ ਜ਼ਹਿਨ ਹੈ, ਤੁਸੀਂ ਇਹੀ ਕੰਮ ਕਰਦੇ ਹੋ ਤੇ ਤੁਸੀਂ ਇਹੀ ਬਕ ਕਰੋਗੇ, ਤੁਸੀਂ ਖਿਲਾਫਤ ਤੇ ਭੰਗੋਗੇ। ਮਿਰਜ਼ਾ ਮਹਿਮੂਦ ਦੀ ਸ਼ਾਨ ਅੱਲਾਹ ਨੇ ਕੱਟੀ ਸੂਰਾ ਹਕਾ ਦੇ ਮੁਤਾਬਕ ਕੰਜਰ। ਜਾਓ ਜਾਹਿਲਾਂ ਦੇ ਵਿੱਚ ਬੈਠੋ ਤੇ ਜਾਹਿਲ ਬਣੋ। ਸ਼ਾਰਕ ਕੰਜਰ ਦੀ ਕੱਟੀ ਗਈ, ਉਹ ਨਸ ਗਿਆ ਜੇ ਮਿਰਜ਼ਾ ਹੀ ਜੀ। ਅਕਬਰ ਖਾਨ ਤੁਹਾਡੇ ਸਾਹਮਣੇ ਤਾਂ ਤਾਰਕ ਖਾਨ ਸਾਹਿਬ ਦੇ ਸਾਹਮਣੇ ਕੋਈ ਮਿਰਜ਼ਾ ਹੀ ਨਹੀਂ ਰੁਕ ਸਕਦਾ। ਅਕਬਰ ਖਾਨ ਸਾਹਿਬ ਨਜ਼ੀਰੇ ਵਿੱਚ ਨਾ ਮਿਰਜ਼ਾ ਤਾਹਿਰ ਦੀ ਰੂਹ ਆ ਗਈ ਸੀ। ਉਹ ਨਹੀਂ ਇਹ ਸਾਰੇ ਫਾਸਕ ਨੇ। ਮੈਂ ਖੁਦਾ ਦੀ ਕਸਮ ਖਾ ਕੇ ਕਹਿੰਦਾ ਇਹਨਾਂ ਮਿਰਜ਼ਾਈਆਂ ਨਾਲੋਂ ਮੁਸਲਮਾਨ ਬਿਹਤਰ ਨੇ। ਕਮ ਸੇ ਕਮ ਮੁਸਲਮਾਨਾਂ ਨੇ ਮਿਰਜ਼ਾ ਸਾਹਿਬ ਨੂੰ ਨਾ ਮੰਨ ਕੇ ਉਹਨਾਂ ਨੂੰ ਨਹੀਂ ਮੰਨਿਆ, ਉਹਨਾਂ ਦੀ ਤਾਲੀਮ ਨੂੰ ਹੀ ਨਹੀਂ ਮੰਨਿਆ। ਇਹਨਾਂ ਕੰਜਰਾਂ ਨੇ ਮਿਰਜ਼ਾ ਸਾਹਿਬ ਨੂੰ ਮੰਨ ਕੇ ਉਹਨਾਂ ਦੀ ਤਾਲੀਮ ਦਾ ਇਨਕਾਰ ਕਰਤਾ। ਹਾਂ ਦੇਖੋ ਨਾ, ਅਸੀਂ ਇਨਕਾਰ ਕੀਤਾ, ਤੁਸੀਂ ਇਨਕਾਰ ਕਰ ਦਿੱਤਾ। ਇਹਨਾਂ ਨੇ ਮੰਨ ਕੇ ਵੀ ਇਨਕਾਰ ਕੀਤਾ ਹੋਇਆ। ਮਤਲਬ ਉਹ ਕੁਝ ਗੱਲਾਂ, ਜਿਸ ਤਰ੍ਹਾਂ ਕੁਰਾਨ ਪਾਕ ਚ ਅੱਲਾਹ ਤਾਲਾ ਫਰਮਾਂਦਾ ਨਾ, ਮੁਨਾਫਿਕਾਂ ਦੀ ਨਿਸ਼ਾਨੀ ਇਹ ਹੈ ਕਿ ਕੁਝ ਗੱਲਾਂ ਮੰਨ ਲੈਂਦੇ ਨੇ ਤੇ ਕੁਝ ਨਹੀਂ ਮੰਨਦੇ। ਇਹ ਉਹੀ ਨੇ ਮਿਰਜ਼ਾ ਸਾਹਿਬ ਦੇ ਮੁਨਾਫਿਕ ਨੇ ਕਿ ਮਿਰਜ਼ਾ ਸਾਹਿਬ ਦੀਆਂ ਬਾਜ਼ ਗੱਲਾਂ ਮੰਨ ਲੀਆਂ ਨੇ, ਬਾਜ਼ ਨਹੀਂ ਮੰਨੀਆਂ। ਅੱਛਾ ਵੇਖੋ, ਇਹਨੂੰ ਦੱਸ ਰਹੇ ਆ ਨਜ਼ੀਰੇ ਨੂੰ ਕਿ ਮਿਰਜ਼ਾ ਸਾਹਿਬ ਕਹਿ ਰਹੇ ਨੇ ਇਸਮਹੁ ਅਹਿਮਦ ਦੀ ਆਇਤ ਦੇ ਮਿਸਦਾਕ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ। ਉਹ ਕੰਜਰ ਜ਼ਾਨੀ ਕਹਿ ਰਿਹਾ ਕਿ ਨਹੀਂ ਮਿਰਜ਼ਾ ਸਾਹਿਬ ਇਹਦੇ ਮਿਸਦਾਕ ਨੇ। ਅੱਛਾ ਨਹੀਂ, ਉਸ ਕੰਜਰ ਜ਼ਾਨੀ ਨੂੰ ਝੂਠਾ ਨਹੀਂ ਕਹਿ ਰਹੇ, ਮਿਰਜ਼ਾ ਸਾਹਿਬ ਨੂੰ ਝੂਠਾ ਕਹਿ ਰਹੇ ਨੇ। ਕਹਿ ਰਿਹਾ ਉਹਨੇ ਵੀ ਠੀਕ ਕੀਤੀ ਗੱਲ, ਤੇ ਉਹਨੇ ਵੀ ਠੀਕ ਕੀਤੀ। ਆਹੋ ਇਹਦੀ ਅੰਮਾ ਦਾ ਕੋਈ ਯਾਰ ਬਣ ਜਾਏਗਾ ਨਾ, ਕਹੇਗਾ ਮੇਰਾ ਅੱਬਾ ਵੀ ਠੀਕ ਕਹਿ ਰਿਹਾ ਤੇ ਮੇਰੀ ਅੰਮਾ ਦਾ ਯਾਰ ਵੀ ਠੀਕ ਕਹਿ ਰਿਹਾ। ਅੱਜ ਮੁੱਦੇ ਨੂੰ ਛੱਡੋ ਤੇ ਜਦੋਂ ਛੱਡੋ ਜਰਾ ਇਹ ਤੇ ਦੱਸੋ ਥੱਲੇ ਇੱਕ ਬੰਦਾ ਤੁਹਾਡੇ ਆ ਕੇ ਜਿਵੇਂ ਇਹਨੇ ਚਾਚੇ ਨੂੰ ਛੁਰੀਆਂ ਮਾਰੀਆਂ ਨੇ, ਚਾਚੇ ਨੂੰ ਮਾਰਿਆ। ਆਹੋ ਕੀ ਮਤਲਬ ਫੜਿਆ ਗਿਆ ਸੀ ਮਿਰਜ਼ਾ ਮਸਰੂਰ ਦੀ ਬੀਵੀ ਨਾਲ। ਚਾਚਾ ਇਲਜ਼ਾਮ ਹੈ, ਇਹੋ ਜਿਹੇ ਇਲਜ਼ਾਮ ਤੇ ਲੱਗਦੇ ਰਹੇ ਨੇ ਨਾ। ਕਿਉਂ ਅਕਬਰ ਖਾਨ ਸਾਹਿਬ, ਇਹਨਾਂ ਦੇ ਖਲੀਫਿਆਂ ਤੇ ਵੀ ਇਹੋ ਜਿਹੇ ਇਲਜ਼ਾਮ ਲੱਗੇ। ਉਹ ਚਾਚਾ ਫੜਿਆ ਗਿਆ ਸੀ ਮਿਰਜ਼ਾ ਮਸਰੂਰ ਦੀ ਬੀਵੀ ਨਾਲ, ਤੇ ਉਦੋਂ ਮੈਂ ਮਿਰਜ਼ਾ ਮਸਰੂਰ ਨੂੰ ਮੰਨਦਾ ਹੁੰਦਾ ਸੀ ਤੇ ਮੈਂ ਤੈਸ਼ੇ ਚ ਆ ਕੇ ਛੁਰੀਆਂ ਮਾਰਤੀਆਂ ਸੀ। ਅਕਬਰ ਖਾਨ ਸਾਹਿਬ ਤੁਸੀਂ ਚਾਚਾ ਹੀ ਤਬਦੀਲ ਕਰੋ, ਤੁਸੀਂ ਆਖੋ ਮਿਰਜ਼ਾ ਬਸ਼ੀਰ ਨੂੰ ਮਾਰੀ ਨਾ, ਫਿਰ ਉਹਦੇ ਗਲੇ 'ਚ ਫਸ ਗਈ। ਨਹੀਂ ਅਸਲ ਜੋ ਮਿਰਜ਼ਾ ਮਸਰੂਰ ਦੀ ਬੀਵੀ ਨਾਲ ਫੜਿਆ ਗਿਆ ਸੀ ਨਾ, ਮੈਂ ਵੇਖ ਲਿਆ ਸੀ ਤੇ ਮੈਂ ਗੁੱਸੇ 'ਚ ਆ ਗਿਆ ਸੀ। ਮਤਲਬ ਤੁਸੀਂ ਉਹ ਚਾਚੇ ਦੇ ਬਹੁਤ ਮਾੜਾ ਸੀ। ਉਹ ਜ਼ਾਹਿਰ ਹੈ ਜਦੋਂ ਇਹਨਾਂ ਨੂੰ ਮੈਂ ਖਲੀਫਾ ਸਮਝਦਾ ਸੀਗਾ ਤੇ ਮੈਂ ਉਹ ਵੇਖਿਆ ਕਿ ਉਹ ਮਿਰਜ਼ਾ ਮਸਰੂਰ ਦੀ ਬੀਵੀ ਤੇ ਚੜਿਆ ਠੱਕ ਕਰ ਰਿਹਾ ਤੇ ਮੈਂ ਗੁੱਸੇ 'ਚ ਆ ਗਿਆ, ਮੈਂ ਤੈਸ਼ੇ 'ਚ ਆ ਗਿਆ। ਫਿਰ ਬਸ ਉਹੀ ਹੈ। ਹਾਂਜੀ ਤੇ ਜਾਲੀ ਖਲੀਫੇ ਕੁਰਾਨ ਦੇ ਅਗੇਂਸਟ ਲੈ ਕੇ ਟੁਰੇ ਫਿਰਦੇ ਨੇ। मिर्जा साहब कह रहे हैं कि आयत इस्तखलाफ से मुराद मुजद्दीन है। इन्ना नहनु नज़लना ज़िक्र व इन्ना लहू लाफ़िज़ून। ये आयत इस्तखलाफ की शरह है और आयत इस्तखलाफ में जिन खुलाफा का वादा किया गया है वो मुजद्दीन है। इन्हें चौके भैन जो अपने जानी खलीफे ठोकते लानती लोग। 72 73 मलिक इमरान इन्हां नूं गोली बना के इन्हां ने जुੱਤ मार इन्हां दी। अस्तगफुरुल्लाह दमी नाल नूर पेड़ दे वेले अकबर खान साहब। हेलो हेलो कौन है?
नीडो यू आर क्रेजी मैन, मैं तेन फोन किया ही, मैं फोन कर रहे थे, मैं फोन नहीं किया। बोलता हूँ इनकी ऐसी की तैसी। और बताओ जरा, तो मुझे बताओ और क्या है। मैं इनकी ऐसी की तैसी। ये देखे अमन जी बेटा एक मिनट देखे, फैज भाई आप हमारे भाई हैं, ठीक है, आप इनको मतलब के दुश्मनी इनको है आपसे, क्योंकि आप जारी बात है ये सारी चीजें खोलते हैं इनकी, लेकिन प्लीज मेरे भाई मुझे मेरी आपसे रिक्वेस्ट है कि ये जो आप उस दिन क्या नाम है इसका, पीरसकानी ने वो आपकी लाइफ पे जो वाकया हुआ था, आपकी लाइफ पे जो वाकया हुआ था, ये जो पीरसकानी भाई, हाँ वो आप नमाज पढ़ने गए हुए थे, मैंने आपको बिल्कुल बताना था, अच्छा किया आपने मुझे याद करा दिया। जी जी नीटो भाई, उस दिन आपने मुझे इनवाइट भेजी, मैं गया, ठीक है, इसी तरह बिल्कुल वहाँ पर वो बच्चा था। अभी गौर से सुन ले सारी, मैंने ये रोज रिपीट नहीं कर सकता नीटो भाई, बल्कि आप ये रिकॉर्ड कर ले, ठीक है, रिकॉर्ड करके अपने ऊपर चढ़ा देना, बल्कि जाके इरफान जट को सुनाना, ठीक है, ठीक है, ये रिकॉर्ड कर ले और ये इरफान जट को सुनाना। बिल्कुल सही हो गया। उस दिन क्या हुआ, वो बच्चा है माशाल्लाह हमारा बड़ा प्यारा, वो पहले उसकी आईडी अली मिर्जा थी, अभी माशाल्लाह मैंने उसको कहा ये मिर्जा हटा दो, लोगों को गलती लग रही है, तो उसने माशाल्लाह अपना रियल नाम जो है मोहम्मद अली वो उसने लगा दिया। वो बच्चा रात को जागता है, सारी इन कादियानियों की मस्जिद ठोकता है, इधर उधर लाइवों पे हमारे साथ। बिल्कुल मुझे पता है उसका, मैं पर्सनली जानता हूँ उसको। हाँ वो बच्चा, अच्छा वो अब रात का सारी का थका हुआ था, वो सुबह सोते वक्त ना उसने स्कानी से कुछ सवाल पूछ लिया इन्हीं की इसी स्ट्रेटेजी के बारे में, ये जो कादियानियत नवाजी इनकी पॉलिसी है ना, इसी के हवाले से कोई सवाल था, और सवाल भी इतना मुश्किल नहीं था, लेकिन कहा उसने क्योंकि अस्कानी को लाजवाब कर दिया, तो अस्कानी बजाय इसके कोई जवाब देता कि यार मेरे पास इसका जवाब नहीं है, या मैं शर्मिंदा हूँ इस बात के ऊपर, या जो भी, उसने ना उस बच्चे की, 19 साल का बच्चा है नीडो भाई, मैं जानता हूँ, 19 साल जानता हूँ उसको, हाँ अभी हमारे से वाले सीख रहे हैं, ये सारी सीख रहे हैं। उसने ना कैरेक्टर असैसिनेशन शुरू कर दी, इल्जाम लगा दिया कि भाई ये शराबी है, ये शराब पी रहा है, और साथ उठा लिया वो जो पप्पू मलिक नहीं है, जिस कादियानियों का एजेंट, जिसको आजकल मुसलमानों में लड़ाइयां डालने का शौक खड़ा हुआ, बिल्कुल ऐसा ही है, उसको साथ उठा लिया। और वो भी कही जाए कि भाई मैं चुप करके बैठा रहा, मैं काफी देर तक सब्र किया, मैंने कहा यार ये लगे रहे, मेरा क्या लेना देना। वो मोहम्मद अली उनको कहता रहा भाई मैंने शराब नहीं पी, मैं 19 साल, उसने अपनी यार तस्वीर भी लगा दी वीडियो, ये देखे मैं यंग बच्चा हूँ मेरे ऊपर, लेकिन ये वो अस्कानी साहब हंस के ठट्ठे मारते जाए, और वो जो तीसरे वाला जो शैतान नीचे से गवाह उठाया हुआ था पप्पू, वो कही जाए कि भाई नहीं आपने पी हुई है, आपकी बातों से लग रहा है, आपके लहजे से लग रहा है, और आपकी बातें ही सेंस नहीं कर रही, ये दोनों मिलकर ठट्ठा करेंगे। मैंने जवाब ये दिया, मैंने कहा यार मोहम्मद अली मैं बताता हूँ शराब पी के क्या हालात होते हैं, और मैंने ना मिर्जे का मकतूब पढ़ना शुरू कर दिया कि मैंने अर्के कपूर आपने डॉक्टर साहब तजवीज किया था, मैंने उसको तर्क करके स्कॉटिश इमल्शन को वाइन किया है, और आप पीने के बाद हालत ये हो गई रात को निस्फ रात गुजरने के बाद कि मेरा दिल चाहा कि मैं कपड़े उतार के नंगा बाहर बिल्कुल ऐसा ही, और नशे में हो जाता है बंदा। अब जब मैं यहाँ तक पहुंचा ना, यहाँ तक पहुंचा, तो ये अस्कानी साहब ने अब्दुल्ला को ऊपर उठाया, ना मेरी अब्दुल्ला से बात हो रही है, ना मेरा अब्दुल्ला से कोई लेना देना, ना कुछ, अब्दुल्ला को उठाया, अब्दुल्ला ने आते साथ ही बगैर किसी चीज के मुझे गालियां निकालनी शुरू कर दी, और कहना शुरू कर दिया अस्कानी इसको नीचे उतारो, इसको नीचे उतारो। आप अपनी रिकॉर्डिंग में खुद जाके सुन लेना, शार्प शूटर, ये आप ही की लाइफ की रिकॉर्डिंग है, उधर से निकल आएगी आपकी। मैंने जवाबन इसको इग्नोर किया अब्दुल्ला को, जिस तरह मैं पप्पू आगे शुरू होता है, पप्पू को भी तो इग्नोर करता हूँ, मैंने कहा चलो यार ये चेले हैं छोड़ो, मैं खत पढ़ता रहा, ये फिर भी अब्दुल्ला गालियां देता रहा और यही कहता रहा इसको उतारो, इसको उतारो, इसको उतारो। मैंने फिर उसके जवाब में थोड़ी सी इनकी तसल्ली करने की कोशिश की, जिसके नतीजे में अस्कानी ने उसको तो ना उतारा, मुझे उतार दिया, और उसके बाद फिर शायद आप वापस आ गए या नहीं आए, लेकिन फिर मैंने अपनी लाइफ पे जाके ना इनकी थोड़ी सी टिकोर की, और वो टिकोर भी इसलिए की, खालिस्तान इसलिए नीडो भाई, कि पिछले 3 महीने से इन लोगों ने एक बाजारे बदतमीजी शुरू किया हुआ है दोनों ने, कि कभी किसी मुसलमान की कैरेक्टर असैसिनेशन शुरू कर देते हैं, मतलब इल्जाम लगाते हैं के ऊपर, झूठे इल्जाम लगाते हैं, शाहिद को कहते हैं ये शराबी है, ठीक है, डॉक्टर होली स्पिरिट साहब को कहते हैं ये झूठ बोलता है अपनी बैतों के वाले से, इस्लाम के कुबारों के वाले से ये, और मेरे मुतालिक कहते हैं मैं झूठ बोलता हूँ, मैं पागल हूँ। इसी तरह जो भी बंदा को मुसलमान इनके अंडर काम नहीं कर रहा होता, वो हमारे मौलाना अफजल आती हैं,
उनकी कैरेक्टर असैसिनेशन वो आते नहीं है, वो सऊदीया से मौलाना अफजल आजकल मोमो सिस्टर की लाइफ पे भी होते हैं, मैं जानता हूँ उनको, उनकी कैरेक्टर असैसिनेशन, और वो मुफ्ती जावेद आते हैं, उनकी कैरेक्टर असैसिनेशन, मतलब कोई बंदा इन्होंने छोड़ा नहीं है जो इनके मशावती ग्रुप के अंदर शामिल ना होना, उसके ऊपर झूठे इल्जाम, किसी के ऊपर शराब के, किसी के ऊपर पागल के, किसी के ऊपर नशे के, और किसी को नामों से पुकारना। मुझे जब इन्होंने ये वो पहले तो मैं काफी चुप करता रहा हूँ, आपको पता है बैकग्राउंड में लोगों को कहता रहा हूँ, कभी हाफिज हुसैन ताहिर भाई की रिक्वेस्ट आ गई, कभी अबू रफी भाई की रिक्वेस्ट आ गई, मुर्तजा अवान भाई की रिक्वेस्ट नहीं रुकती, उनको जिस तरह मिर्जे को इस हाल लगे थे ना, उस तरह उनकी रिक्वेस्ट नहीं रुकती कि चुप कर जाए, चुप कर जाए। मैंने कहा इनको क्यों नहीं चुप कराते? जो बातें करते मैं अपनी लाइफ पे बैठ के कर रहा हूँ, आप मुझे कह रहे चुप कर जाओ, जिधर से सारा दिन बैठे रहते हो उनके मुंह के ऊपर टेप लगाओ। बहरहाल मैं उस वक्त वैसे भी मैं बैकग्राउंड में तपा हुआ था, और जब मैंने देखा ना कि ये बच्चे के साथ इस तरह कर रहे हैं, और मैं ऊपर वाला पढ़ना शुरू किया तो गालियां भी दे रहे हैं और ऊपर से बदमाशी कर रहे हैं, फिर जो मैंने इन्हीं की टेस्ट ऑफ देयर ओन मेडिसिन, जिस तरह ये मुसलमानों के ऊपर झूठे इल्जाम लगाते हैं ना, सही है, नासिर भट्ट साहब की और वो जरताश की लाइफ के ऊपर मैंने सुना था, वो इसके ऊपर ये झूठे इल्जाम लगा रहे थे कुछ स्कूल के हवाले से और मास्टरों के हवाले से। ठीक है, तो मैंने देखा नीचे इरफान जट शैतान बैठा हुआ था और नीचे एक दो और दोस्त बैठे हुए थे, तो मैंने वही बात जो नासिर भट्ट और जरताश आपस में कर रहे थे ना आमिर के हवाले से, मैंने वही बात इनके हवाले से की, जानबूझ के ये कादियानी रिकॉर्ड करें और जाकर अपनी लाइवों पे चलाएं, और जब फिर आमर नजीर और अस्कानी तक ये खबर पहुंचे तो उनको भाई टेंशन हो, नहीं टेंशन नहीं, उनको एहसास हो जिस तरह हम मुसलमानों के ऊपर बगैर किसी सबूत के इल्जाम लगाते देते हैं। मुसलमान जब आगे कहते हैं शराब की बोतल दिखाओ, मुसलमान जब आगे कहते हैं शराब की बोतल दिखाओ, तो उस दिन अली ने किस तरह गंदी गालियां दी आपको याद है? अब बिल्कुल बिल्कुल ठीक है। अच्छा, और इसी तरह के झूठे इल्जाम, वो शायद शराब पीता है, होली स्पिरिट झूठ बोलता है, और इस्लाम के दाखिल होने की फैमिलियों के हवाले से, और पता नहीं क्या क्या मुखल्लसात जो डॉक्टर साहब ने कहा मुझे कोई उनकी तालीम के हवाले से, तालीमी काबिलियत हम सब जानते हैं, उनकी साइंटिस्ट है, असल में ये लोग जेलस है, तो सही बात है। लेकिन बहरहाल किस्सा मुख्तसर ये कि क्योंकि इन्होंने मुसलमानों के ऊपर इल्जामों का भरपूर सिलसिला शुरू किया हुआ था, मैंने कहा जो कादियानी इनके है ना दोस्त जिनके साथ ये व्हाट्सएप पे राब्ते में होते हैं, उन लोगों की लाइफ पे इनके ऊपर जो इल्जाम लगे हैं ना, वो मैंने वहां पे लगाए कि ताकि इरफान जट करे रिकॉर्ड और जाके फिर रात को अपना डंडोरा पीटे, और वो उसने पीटा। तो आई एम वेरी, आई थिंक जॉब हैज बीन डन, और उनका मैसेज जो है आमिर नजीर और अस्कानी के कानों तक पहुंच गया होगा कि नेक्स्ट टाइम हमने अपने किसी मुसलमान भाई के ऊपर बगैर सबूत के इल्जाम नहीं लगाना। अगर लगाओगे तो बगैर सबूत के इल्जाम, तो नासिर भट्ट साहब इतने ज्यादा बना के बैठे हुए हैं, जरताश इतने ज्यादा बना के बैठा हुआ है, कोई भी मुसलमान उधर से सुन के आएगा आगे बयान कर देगा, फिर तुम देते रहना सफाइयां जिसको सारी दुनिया को देनी है, ठीक होगा, वो फिर तुम्हारा काम है, समझे? डन हो। तो ये उसकी गरज थी और कोई नहीं थी। बाकी हमें पता है अल्हम्दुलिल्लाह सारे एक ही मिशन पे काम कर रहे हैं, वो अपना काम करे नीडो, हमें कोई प्रॉब्लम नहीं है, हम अपना काम कर रहे हैं, कोई प्रॉब्लम नहीं हो गया। अपनी नापाक जुबानों से हमारा पाक नाम लेना बंद करें। मुसलमानों के ऊपर झूठे इल्जाम, कोई शराबी है, कोई चरसी है, कोई झूठा है, कोई पागल है, इस तरह की बकवास करनी बंद करें, अपनी मर्जियत नवाजी जारी रखें, हमें कोई पुछरोकार नहीं है। मिर्जे के ऊपर दुरूद सलाम पढ़ाते हैं, अपनी लाइवों पे पढ़ाए, हम लानत भेज चुके हैं, इसलिए अक्सर लोगों ने जाना छोड़ दिया। मैं कई लोगों से पूछता हूँ यार आजकल वहां की सुनाओ, वो कहते हैं जी वहां पे जब का मिर्जे के ऊपर सलातो सलाम शुरू है हमने जाना छोड़ दिया हुआ है। कई लोग हैं जो आते हैं, तो वो अपनी उस रविश पे जारी रहे, हमें कोई सरोकार नहीं है। मुसलमानों को डिफेम करने का, मुसलमानों को स्पेशली उलमाए कराम के साथ बदतमीजी करने का ये सिलसिला अपना खत्म करें, तो आइंदा करेंगे तो हमसे कुछ नहीं सुनेंगे, आइंदा करेंगे तो इससे ज्यादा सुनेंगे। अभी तो हमने नासिर भट्ट साहब की कही हुई कहानी है, अभी तो जरताश की बताई हुई कहानियां तो इतनी गंदी हैं कि वो तो शायद मुझे बयान करते हुए भी शर्म आएगी, ह्यूमैनिटी से पढ़वानी पड़ेगी, ह्यूमैनिटी को हम कहेंगे वो सुनाएगा। नीडो भाई उम्मीद है मसला आपको क्लियर हो गया होगा। मैं समझ गया, मैं यानी कि ये आपकी लाइफ के ऊपर ही सब कुछ हुआ है और इसकी रिकॉर्डिंग आपके पास है, जो मैंने बयान की है, ये जाके हकाइक सुन लेना, और जो कोई सवाल का आपसे करे मैं उसको बता दूंगा। नीडो से जाके पूछना भाई वो होस्ट था, और अस्कानी से पूछना कि तुमने जब अब्दुल्ला को उठाया था, जब वो खत पढ़ रहा था। नीडो भाई इसको रिकॉर्डिंग को चलाने का मकसद
اب اپنا مائک انمیوٹ کرو اور یہ بتاؤ اس کو یہاں پہ آڈیو کو چلانے کا مقصد یہ ہے کہ قادیانی جو ہے نا بینڈ بجا رہے ہیں تو اس نے یہ ایکسیپٹ کر لیا کہ میں نے جھوٹا الزام لگایا ہے. نہیں وہ تو ٹھیک ہے، لیکن یہاں وہ تو ہمیں پتہ ہے وہ تو بیچارہ مرفوع القلم میں یہ پاگل ہے، اس کو ذہنی توازن اس کا ٹھیک نہیں ہے. لیکن اتنی ساری یہاں پہ میرے بھائی یہ گفتگو ہمیں تو پتہ ہے اس کو وہ پاگل ہے، ہم تو اس کو نہ اس کا جواب دیا نہ اس کو سیریس لیا. اس نے جو بکواس کرنی تھی وہ کر دی. وہ پاگل ہے بیچارہ، اس کو دوائی کی ضرورت ہے، ڈاکٹر کی ضرورت ہے، وہ اپنا ٹریٹمنٹ کروا رہا ہے. یہ فیصل اس کا ذہنی توازن ٹھیک نہیں ہے، وہ قابل رحم اور قابل ترس ہے. یہ کچھ نہیں ہوتا، یہ جو کرتا ہے کرنے دیں. نہ تو اس کو عامر نذیر صاحب نے کوئی جواب دیا اس کی گفتگو کا، نہ کسی اور نے کہا. پاگل آدمی ہے بیچارہ، بیمار آدمی ہے، اس کو ہم کیا کس کو جواب دیں؟ یہ کرتا ہے، اس کو آپ سیریس لے رہے ہیں. شارپ شوٹر صاحب نے بہت اچھا کیا کہ اس کے پاس ریکارڈنگ آ گئی ہے کہ وہ خود منہ سے ایکسیپٹ کر رہا ہے کہ میں نے یہ الزام اسی لیے لگایا کہ میں نے یہ ناصر سے یا قادیانیوں سے سنا تھا. تو ٹھیک ہے، بات کلیئر ہوگی. یہ قادیانیوں کو نوازنے کے لیے ریکارڈنگ کی ہے، مطلب اس نے یہ حرکت کی کہ قادیانی خوش ہوں. نہیں آپ سمجھے نہیں ہے بات کو. نہیں میں تو سمجھ رہا ہوں نا، آپ میری سنیں. اس نے یہ ریکارڈنگ صرف اس لیے کی ہے کہ قادیانی خوش ہوں، کہ الزام لگایا میں نے مسلمان کے اوپر. یہ بات اس نے اس لیے کی تھی. وہ اس نے ساری بات بیان کر تو دی اپنی آڈیو کے اندر کہ میرا مقصد اصل میں یہی تھا کہ ان لوگوں نے اگر ہمارے اوپر الزام لگایا تو میں نے الزام لگا دیا، بس اور کیا ہے. یار وہ یہ کہہ رہا ہے کہ وہ میرے الفاظ نہیں تھے، وہ ناصر بھٹ نے جھوٹے الزام لگائے تھے. بھائی میری بات سنیں نا، میری بات تو سنیں نا. میں نے کیا تھا اس کا کہنے کا مطلب یہ ہے، اس نے جو بیان دیا ہے تو اس کا مطلب یہ ہے کہ وہ صرف اس لیے دیا ہے کہ قادیانی مرزائی خوش ہو جائیں. یہ تو اس لیے بیان دیا. دوسرا نویر بھائی میں تو اس کو کیوں پوچھوں گا؟ اس کی اتنی اوقات نہیں بیچارے کی، وہ پاگل ہے. وہ پاگل آدمی سے میں کیا پوچھوں؟ ایک منٹ عبداللہ بھائی پلیز، ایک منٹ عبداللہ بھائی، ایک منٹ مجھے پلیز مہربانی اجازت دے. اس پاگل یا بیوقوف آدمی سے نہ اس کی اتنی کریڈیبلٹی ہے کہ اس سے میں بات کروں. میرے بھائی میں تو آپ سے بات کر رہا ہوں کہ وہ پاگل آدمی ہے، بیوقوف آدمی ہے، جس کو پتہ ہی نہیں ہے کیا بات کرنی، کہاں کرنی، کیسے کرنی ہے. نہ اس کی بیچارے کی اتنی اوقات ہے کہ اس سے میں تو شوٹر بھائی آپ سے بات کر رہا ہوں کہ آپ کو لگتا ہے کہ اس کی بات کا کوئی جواب دینا چاہیے ہمیں؟ آپ خود دیکھو جو میں نے صحیح سمجھا ہے نا، تو میں نے اس کی ریکارڈنگ کر لی ہے. ٹھیک ہے، آپ نے بہت اچھا کیا، آپ نے اچھا کیا، ریکارڈنگ کر لی ہے، لیکن اس کا ہم نے کوئی جواب ہی نہیں دینا. وہ ایک نہیں، وہ 100 بار کرتا رہے، اور بھی لوگ کرتے ہیں، کرتے رہنے دیں. یہ تو بیچارہ ہے ہی پاگل. اور تو لوگ چلو کسی میں کوئی عقل بوجھ ہوگی، یہ تو ہے ہی پاگل، اس کا دماغ نہیں ٹھیک. یار دیکھو یوسفی صاحب، میں نے جو سمجھا ہے نا کہ بھائی وہ قادیانی براڈز لگا رہے ہیں اور وہ ویلا مچایا تو ان کے منہ پہ تھپڑ مارنا ضروری تھا. ٹھیک ہے، آپ نے بہت اچھا کیا، آپ نے بہت اچھا کیا، یہ ریکارڈنگ آپ نے کی ہے. لیکن آپ کہہ رہے ہیں نا کہ اسے جا کے پوچھوں، تو شوٹر بھائی میں تو اسے نہیں پوچھوں گا نا. ایک آپ پاگل آدمی سے میں کیا پوچھوں؟ وہ مجھے پہ پتھر ہی مارے گا نا، یا تھوک دے گا میرے اوپر. ایٹ دی اینڈ آف دا ریکارڈنگ اس نے کلیئرلی میسج دے دیا، آپ نہ مجھ سے پوچھیں نہ میں آپ سے پوچھتا ہوں. آپ اپنا کام کریں، میں اپنا کام کروں گا. تو میرا خیال ہے ہمیں بھی چھوڑ دینا چاہیے، ہمیں اپنے کام کی طرف توجہ دینی چاہیے، اس کو اپنا کام کرنے دینا چاہیے. یہی جو ہے وہ بہتر. یار اس کا کام جو بھی ہے وہ کرتا رہے، نہ تو ہم نے پہلے اس کو کوئی روکا ہے نہ ٹوکا ہے. ایک پاگل آدمی، اس کو ہم نے کہنا. پھر آپ یوسی بھائی وہ بات وہ کرتے ہیں کہ میں تو کہہ رہا ہوں جو نہیں دیتے، تو میں پاگل ہے نا. پاگل آدمی کو کیا کروں؟ نہیں میں کہاں دے رہا ہوں، میں تو کہہ رہا ہوں وہ پاگل آدمی ہے. بات ختم ہوگی. بات تو ختم ہوگی ہے نا، بات تو ختم ہوگی کہ پاگل آدمی، ڈفر آدمی ہے، یار جو دماغی توازن اس کا ٹھیک نہیں ہے. اس کا کیا آپ نے کہا؟ ٹھیک ہے یار دیکھیں آپ یوسفی صاحب، آپ پھر اس کو آواز دے رہے ہیں. بات جب ختم ہوگی پھر آپ کیوں اس کے بارے میں کوئی بات کر رہے ہیں؟ یار کیا بات ختم ہوگی ہے؟ بات کیا ختم ہوگی یار؟ بات ختم کر دی، اس نے جو بات کی اس کو اس نے ایکسپلین کر دیا. اور یہ بھی کہہ دیا کہ آپ نے ریکارڈنگ، میں آپ کو کچھ کہتا ہوں، بس بات کو ختم کریں. نیڈو بھائی میری بات سنیں. یا تو یہاں پہ کوئی ایسا، یا آپ کسی ایسی براڈ پہ ہوتے نا جو مرزائیوں کی براڈ ہوتی ہے، وہاں چڑھ کے جا کے ان کے منہ پہ یہ تماچا مارتے کہ جی یہ لو، یہ تو انہوں نے صرف تم لوگوں کو خوش کرنے کے لیے اس نے یہ بات کی تھی، اور یہ ساری جھوٹ تھی، اور اس نے دجل کیا، فراڈ کیا صرف تم لوگوں کو خوش کرنے کے لیے، تاکہ مرزائی خوش ہو جائیں. اس بات سے مرزائیوں کو خوش کرنے کے لیے اس نے یار دیکھیں مرزائی، میں سمجھ گیا آپ کی بات. مرزائی دیکھیں ہم نے اپنی آپ مجھے موقع نہیں دیتے نا، تو پھر دیکھو میں ناراض ہو جاؤں گا آپ سے. مجھے بات تو کر لینے دیں. چکرانج میرا شکار بھی نہ کوئی نہیں.
پھر آ جائے گا. میں یہ کہہ رہا ہوں کہ یہ ریکارڈنگ جو آپ نے کی ہے نا، یہ آپ یا تو مرزائیوں کی براڈ کے اوپر چڑھ کے ان کو سناتے کہ یہ مرزائیوں، یہ تمہیں خوش کرنے کے لیے اس بیوقوف پاگل آدمی نے یہ بات کر دی ہے. اسی پاگل کا یہ بیان بھی سن لیں، اس نے صرف اور صرف تم لوگوں کو خوش کرنے کے لیے، کیونکہ تمہارے ساتھ ان کو ہمدردی تھی، مسلمان کو بدنام کرنے کی اس نے کوشش کی ہے، لیکن اسی کے منہ سے اللہ تعالیٰ نے سچ نگلوا دی ہے اور یہ پاگل آدمی یہ بات کر رہا ہے. تو پھر تو مجھے اچھا لگتا ہے کہ یار یہ آپ ہمیں یہیں پہ آ کے مطلب دوبارہ پھر ہمیں اس کی بات سنا رہے ہیں. اس بیوقوف کو ہم نے کوئی جو ہے نا اہمیت نہیں دی، نہ ہی اس کی کوئی اتنی کریڈیبلٹی ہے. وہ بیچارہ ادھر ادھر ٹکرے مارتا پھر رہا ہے. یہ بیان اس نے صرف اس لیے دیا تھا کہ میری طرف لوگوں کی توجہ ہو، تو وہ اس بیوقوف کو کرنے دیں. لیکن یہ نیڈو بھائی اگر یہ بات اگر آپ چاہتے ہیں نا، تو میرا خیال ہے کسی مرزائی کی براڈ پہ جا کے وہاں سنائیں اور ان کو کہیں کہ یہ تمہارے منہ پر چپیڑ ہے، جس پاگل کو تم نے تیار کیا تھا اسی پاگل نے اب تمہارے بارے میں یہ بیان دے دیا. تو وہ بیچارہ مجھے اس پہ ترس آتا ہے، اس کو کچھ 4 پیسے اکٹھے کر کے سب لوگ ہم دیتے ہیں، وہ اپنا علاج کروائے اور اس بیماری سے چھٹکارا پائے. تو بوڑھا آدمی ہے، بزرگ ہے، دیکھیں پھر بھی ہمیں ترس آتا اس پہ. تو اس نے بے وقوفی کر دی ہے، بے وقوفی چلو اس نے ریکارڈنگ بھی کروا دی ہے کہ بے وقوفی اس نے صرف مرزائیوں کو خوش کرنے کے لیے کیا ہے. تو ٹھیک ہے، مرزائی خوش ہو گئے ہیں 4 دن 5 دن مسلمان پر اس نے جو بھی الزام لگایا ہے، تو بہتان اس نے باندھا ہے، اس کی ریکارڈنگ بھی آ گئی. لیکن اس کا بہترین طریقہ یہ ہے کہ آپ کسی مرزائی کی براڈ پہ جا کے اور وہاں جا کے ان کو سنائیں کہ یہ پاگل آدمی جو آپ نے تیار کیا تھا اس نے یہ بیان دے دیا. کیا خیال ہے؟ اب دیکھیں نا، میری بات سنیں. آپ ایک بات ختم ہوگی، آپ میرا خیال ہے یوسفی صاحب آپ نہیں چاہتے کہ بات ختم اور دوبارہ وہ اس طرح کی کوئی بات کرے، ٹھیک ہے؟ کیونکہ اس نے یار اب آپ 1 منٹ نا، اب آپ چپ کر یار 1 منٹ نا، 1 منٹ اب آپ بولتے رہے، میں چپ کرتا رہا ہوں، میں چپ کیا رہا ہوں. تو یہ ایک تو یہ بات کہ یہ مت آپ کہیں کہ اس کو مرزائیوں نے لانچ کیا تھا، پھر تو اس طرح وہ کہے گا کہ ان کو مرزائیوں نے لانچ کیا. تو یہ ایک دوسرے پہ الزامات کی بچھاڑ کرنے سے بہتر ہے کہ دونوں اپنا اپنا کام کریں، وہ نہ آپ کو چھیڑیں نہ آپ اس کو چھیڑیں، ٹھیک ہے نا؟ یہ چیز ہے کہ ہر بندہ اپنے اپنے طریقے میں کام کرے، ٹھیک ہے؟ جو جس طرح بہتر سمجھتا ہے وہ اس طرح کرے. وہ سمجھتا ہے کہ میں حوالے پڑھوں گا یا وہ اس طرح کرے، اور اس طرح جو بندہ کہتا ہے کہ میں قرآن اور حدیث پہ بات کروں گا وہ اس طرح کرے. کوئی کسی کے کنٹرول میں نہیں ہے، ہر بندہ اپنے ساتھ میں آزاد ہے، ٹھیک ہے؟ تو یہ بات مت کریں کہ بھائی، اور اس طرح پھر اور بات بڑھتی ہے. اب مجھے تو آپ سمجھ نہیں آ رہی کہ آپ چاہتے کیا ہیں. جب اس نے ایک بات کہہ دی ہے کہ بھائی میں نے یہ الزام لگایا تھا، ٹھیک ہے، اور اس وجہ سے لگایا تھا کہ میں نے اپنے الفاظ نہیں کہے، یہ وہ ناصر بھٹ نے کہے تھے، اور واقعی ناصر بھٹ اور زرتش نے یہ باتیں کی تھی. تو میں نے اس نے یہ بھی کہا ہے کہ بغیر ثبوت کے انہوں نے اس کے اوپر الزام لگایا تھا اور جھوٹا الزام لگایا تھا. یہ اس نے اس بات میں اس نے بات کہی ہے، ٹھیک ہے؟ اور میں نے وہی بات اٹھا کے کہہ دی ہے کہ بھائی جس طرح آپ لوگوں کو کہتے ہو شراب اور یہ اور وہ اور جھوٹے الزام لگاتے ہو، تو آپ دیکھو مرزائی ہمیں تنگ کرتے ہیں، اسی طرح ہم یہ بات کہتے ہیں تو مرزائی آپ کو تنگ کریں تاکہ آپ کو یہ محسوس ہو کہ بھائی کسی کے اوپر جھوٹا الزام لگانے سے کیا. تو اس نے یہ ایکسیپٹ کر لیا کہ یہ الزام جھوٹا تھا، اور میرا مقصد ہی یہی تھا، کیونکہ ہر بندہ بات کر رہا تھا، انہوں نے براڈیں لگائی ہوئی تھی، ٹھیک ہے؟ تو اس وجہ سے جو میں نے بہتر سمجھا ہے میں نے وہ کیا ہے، ٹھیک ہے؟ اور ہو سکتا ہے اس میں جو ہے تو کچھ لوگوں نے میرے ساتھ، میں نے ان کے ساتھ بات کر کے کیا ہو. برحال جو میرا مقصد تھا وہ یہی تھا کہ یہ بات ختم ہو جائے، آپس کی لڑائی ختم ہو، ایک دوسرے کے اوپر الزام بازی جو ہو رہی ہے وہ ختم ہو، اور ہر بندہ اپنے حساب میں جو کام کر رہا ہے بس وہ اس طرح کرتا رہے. اور جہاں تک آپ نے کہا ہے مرزائیوں کی براڈ کے باغ سے ناتے، تو یہ براڈ بھی یہ میری یہ نہیں ہے نہ آپ کی ہے، یہ ملک کیسر کی، ہم سارے آ کے بیٹھتے ہیں، ٹھیک ہے؟ تو یہاں پہ میں سنا سکتا ہوں، مرزائی کبھی اتنی مجھے ٹائم نہیں دیں گے کہ میں سنا کے یہ بات وہاں پہ وہ ایک لفظ بولے گا وہ بند کر کے نیچے پھینک دیں گے. اور جہاں تک بات ہے براڈ کی، تو براڈ میں اپنی لگا کے بھی یہ چلا دوں گا، اور یہ ریکارڈنگ میں نے عامر بھائی کو بھی سینڈ کر دی ہے کہ بھائی یہ دیکھ لیں، آپ نے جو آپ اس کے ساتھ کرنا ہے کر لیں. دیکھیں براڈ یہ آپ ہی کی ہے، یہ نہیں کہ یہ ملک کیسر صاحب کی براڈ ہے، یہ اتنی آپ کی ہے جتنی میری ہے، اتنی ملک صاحب کی ہے، ملک کیسر صاحب کی. یہاں پہ کوئی ایسا نہیں ہے کہ یہ اس کی براڈ ہے یہ اس کی نہیں. یہ آپ تیری تو نہیں ہے، ਤੁਹਾਡੀ ਤਾਂ ਹੋਏਗੀ ਜੇ ਤੁਸੀਂ ਮੇਰੇ ਨਾਲ ਸ਼ੇਅਰ ਪੜੋਗੇ ਇੱਕ. اچھا جی 1 منٹ ملک صاحب، میں نیڈو بھائی ذرا پلیز، میں کہہ رہا ایک تے یار میں جڑی بھی گل کرنا مینوں کہندے تو نہ گل کریا کر، باقی ساری جو مرضی سی گل کریے. مطلب میں جڑی گل بھی کرنی نہیں کر لون دینا، کوئی گل نہیں کر لون دینا. گل کرنے دینا، نیڈو بڑی زبردست گل کردا تانوں پتہ ہی ہے. میں کہہ رہا اس واری ہے تہاڈی یوسی بھائی، اس تو بعد شاہ فیوٹر تیری واری ختم ہی ہونا لا، تو گل کرتی ہے.
ਚਲੋ ਜੀ, ਮੈਂ ਮੁਖਤਸਰ ਹੀ ਕਰ ਦਿੰਦਾ ਵਾਂ। ਮੈਂ ਕਹਿ ਰਿਹਾ ਵਾਂ ਨਿਡੋ ਭਾਈ, ਨਾ ਤੇ ਮੁਖਤਸਰ ਤਵੀਲ ਬਾਤ ਕਰੇ ਜੀ ਇਨਸ਼ਾਅੱਲਾ, ਨਾ ਤੇ ਕਿਸੇ ਦੇ ਇਲਜ਼ਾਮ ਲਗਾਉਣ ਨਾਲ ਕੁਛ ਹੁੰਦਾ ਹੈ ਤੇ ਨਾ ਹੀ ਕਿਸੇ ਦੇ ਗੱਲ ਕਹਿਣ ਨਾਲ ਕੁਛ ਹੁੰਦਾ ਹੈ, ਠੀਕ ਹੈ ਨਾ। ਇਲਜ਼ਾਮ ਮਿਰਜ਼ਈ ਪਹਿਲੇ ਵੀ ਲਾਉਂਦੇ ਸਨ, ਉਹਨਾਂ ਨੇ ਹੁਣ ਵੀ ਲਾਣੇ ਨੇ, ਉਹਨਾਂ ਨੇ ਟਲਣਾ ਨਹੀਂ ਹੈ। ਔਰ ਜਾਦੂ ਹੈ ਜਿਹੜਾ ਸਿਰ ਚੜ੍ਹ ਕੇ ਬੋਲੇ, ਜਦੋਂ ਉਹਨਾਂ ਨੇ ਇਲਜ਼ਾਮ ਲਗਾਇਆ ਸੀ ਉਹਨਾਂ ਦੀ ਬਰਾੜ ਤੇ, ਉਹਨਾਂ ਦਾ ਹੀ ਮਿਰਜ਼ਈ 1122 ਚੜ੍ਹ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਚਵਲ ਮਾਰਦੇ ਪਿਓ, ਤੁਸੀਂ ਗਲਤ ਗੱਲ ਕਰਦੇ ਪਿਓ, ਇਸ ਤਰ੍ਹਾਂ ਦੀ ਗੱਲ ਨਾ ਕਰੋ। ਯੂਸਫ ਸਾਹਿਬ ਇੱਕ ਮਿੰਟ ਠਹਿਰਨਾ, ਮੈਂ ਭੁੱਲ ਜਾਵਾਂਗਾ ਬਾਅਦ ਵਿੱਚ ਗੱਲ। ਵਾਰੀ ਤੋਂ ਮੈਨੂੰ ਯਾਦ ਆਇਆ ਕਿ ਇੱਕ ਮਿਰਜ਼ੰਡੂ ਜਿਹੜਾ ਨਾ ਰਵੇ ਫਜ਼ਲ ਉਮਰ ਹਸਪਤਾਲ ਦੇ ਅੱਗੇ ਸ਼ਲਵਾਰ ਹੱਥ 'ਚ ਫੜ ਕੇ, ਨਾਲਾ ਫੜਿਆ, ਪਿੱਛੋਂ ਸ਼ਲਵਾਰ ਫੜੀ, ਦੌੜ ਲਾਈ ਹੋਈ ਉਹਨੇ, ਤੇ ਉਹਨੂੰ ਪੁੱਛਿਆ ਕਿੱਧਰ ਜਾ ਰਿਹਾ ਮੈਂ, ਕਹਿੰਦਾ ਮੇਰੀ ਵਾਰੀ ਨਹੀਂ ਦਿੱਤੀ, ਮੇਰੀ ਵਾਰੀ ਤੋਂ ਬਗੈਰ ਹੀ ਦੱਸ ਗਿਆ। ਉਹ ਤਾਹਿਰ ਅਮਜਦ ਸਾਹਿਬ ਸਨ। ਹਾਂਜੀ ਹਾਂਜੀ। ਅੱਛਾ ਤੁਸੀਂ ਜੀ, ਧਿਆਨ ਨਹੀਂ ਕੀਤਾ ਨਾ, ਗੱਗਾ ਪਿੱਛੇ ਹੀ ਹੋਣਾ ਹੈ ਕਿਧਰੇ। ਨਾਲੇ ਮਰਜ਼ੰਡੋ ਨਾ ਕਿਆ ਕਰੋ, ਇਹਨਾਂ ਦਾ ਨਾਮ ਹੈ ਮਰਜ਼ੰਜਰ, ਨਹੀਂ ਮਿਰਜ਼ੰਡੂ। ਬਰਾੜ ਉਹਨਾਂ ਨੇ ਮਿਰਜ਼ਈਆਂ ਨੇ ਬਰਾੜ ਜਿਹੜੀ ਵੀ ਲਾਈ ਹੈ ਨਾ, ਉਹਨਾਂ ਨੇ ਲਾਣੀ ਹੈ, ਤੇ ਉਹਨਾਂ ਨੂੰ ਤੇ ਅਸੀਂ ਨਹੀਂ ਡੱਕ ਸਕਦੇ। ਔਰ ਜਦੋਂ ਤੁਸੀਂ ਕਿਸੇ ਨੂੰ ਤਕਲੀਫ ਦਿਓਗੇ ਤੇ ਜ਼ਾਹਿਰੀ ਗੱਲ ਹੈ ਉਹ ਚੀਕਾਂ ਤੇ ਮਾਰੇਗਾ, ਤੇ ਉਹਨਾਂ ਨੇ ਤੇ ਮਿਰਜ਼ਈਆਂ ਨੇ ਤੇ ਲਾਣੀ ਬਰਾੜ, ਉਹਨਾਂ ਨੂੰ ਲਾਣ ਦਿਓ। ਉਹਨਾਂ ਨੇ ਕੀ ਕੁਛ ਨਹੀਂ ਕੀਤਾ। ਤੁਸੀਂ ਇੱਥੇ ਬੈਠੋ, ਮੈਂ ਹੋਰ ਕਿਸੇ ਨੂੰ ਕੀ, ਕਿਸੇ ਦੀ ਕੀ ਮਿਸਾਲ ਦਾ, ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਮਤਲਬ ਕੀ ਹਰਕਤ ਨਹੀਂ ਉਹਨਾਂ ਨੇ ਕੀਤੀ, ਠੀਕ ਹੈ ਨਾ। ਹੁਣ ਮੈਂ ਲੈਂਦਾ ਵੀ ਨਹੀਂ ਬੱਚਿਆਂ ਦੇ, ਮਤਲਬ ਕੀ ਹਰਕਤਾਂ, ਕਿੱਡੀ ਗਲਾਜ਼ਤ ਉਹਨਾਂ ਨੇ ਕੀਤੀ ਯਾਰ। ਕੋਈ ਪਰਾਇਆ ਤੇ ਕਰੇ ਪਿਆ, ਕਸਮੇ ਕੋਈ ਪਰਾਇਆ ਕਰੇ ਤੇ ਉਹ ਤੇ ਸਗੋਂ ਆਮਿਰ ਭਾਈ ਕਹਿੰਦੇ ਨੇ ਕਿ ਤਮਗੇ ਨੇ ਤੁਹਾਨੂੰ ਕੋਈ ਪਰਾਇਆ ਗਾਲ ਕੱਢੇ, ਇਹਨੂੰ ਤਮਗੇ ਸਮਝ ਕੇ ਜਰਿਆ ਕਰੋ, ਇਹ ਉਦੋਂ ਹੀ ਗਾਲ ਕੱਢਦੇ ਨੇ ਜਦੋਂ ਤੁਹਾਡੇ ਤੇ, ਲੇਕਿਨ ਜਦੋਂ ਆਪਣਾ ਕੱਢੇ ਫਿਰ ਅਸੀਂ ਉਹਨੂੰ ਕਹਾਂਗੇ ਪਾਗਲ ਹੈ। ਇਹਦਾ ਜ਼ਿਹਨੀ ਤਵਾਜ਼ਨ ਠੀਕ ਨਹੀਂ ਹੈ। ਬਹਰਹਾਲ ਤੁਸੀਂ ਵੀ ਕਹਿ ਰਹੇ ਹੋ ਕਿ ਇਹਨੂੰ ਖ਼ਤਮ ਕਰ ਦਈਏ ਗੱਲ ਨੂੰ, ਸਾਡੇ ਵਾਲੇ ਸ਼ੁਰੂ ਹੀ ਨਹੀਂ ਹੋਈ, ਸਹੀ, ਠੀਕ ਹੈ ਨਾ। ਅਸੀਂ ਕੋਈ ਉਹਦਾ ਜਵਾਬ ਦਿੱਤਾ, ਨਾ ਕੋਈ ਗੱਲ ਕੀਤੀ, ਕਿਉਂਕਿ ਅਸੀਂ ਸਮਝਿਆ ਹੀ ਨਹੀਂ ਇੱਕ ਪਾਗਲ ਦੀ ਗੱਲ ਦਾ ਕੀ ਜਵਾਬ ਦੇਣਾ, ਤੇ ਗੱਲ ਖ਼ਤਮ ਹੀ ਹੈ ਸਾਡੇ ਵੱਲੋਂ। ਉਹ ਕਰਦਾ, ਉਹਨੂੰ ਫਿਰ ਵੀ ਇਜਾਜ਼ਤ ਹੈ, ਜੋ ਉਹਦਾ ਦਿਲ ਆਉਂਦਾ ਕਰੇ ਪਿਆ, ਕਿਸੇ ਹੋਰ ਦਾ ਵੀ ਜੋ ਦਿਲ ਆਉਂਦਾ ਕਰੇ ਪਿਆ, ਕੋਈ ਮਸਲਾ ਨਹੀਂ ਹੈ। ਤੇ ਨਾ ਉਹਦੇ ਕਹਿਣ ਤੋਂ ਅਸਾਂ ਟਲਣਾ ਹੈ, ਤੇ ਨਾ ਹੀ ਕੋਈ ਹੋਰ ਟਾਲ ਸਮਝ ਸਕਦਾ। ਇਨਸ਼ਾਅੱਲਾ ਇਹ ਸਫ਼ਰ ਜਾਰੀ ਰਹੇਗਾ। ਉਹ ਭਾਈ ਅਬਦੁੱਲਾ ਮਿਊਟ ਲਾ ਲੈ ਭਾਈ। ਅੱਛਾ ਮੇਰੀ ਵਾਰੀ ਹੁਣ। ਸ਼ਾਰਟ ਤੁਸੀਂ ਆਪਣੀ ਬਰਾੜ ਦੀ ਰਿਕਾਰਡਿੰਗ ਕੱਢਣੀ ਸੀ ਨਾ, ਤੇ ਦੇਖਣਾ ਸੀ ਮੈਂ ਕਿਹੜੀ ਗਾਲ ਕੱਢੀ। ਬਲਕਿ ਮੈਨੂੰ ਤੇ ਬੰਦਿਆਂ ਨੇ ਮੈਸੇਜ ਕੀਤਾ ਨੇ ਕਿ ਤੂੰ ਬਹੁਤ ਚੰਗਾ ਕੀਤਾ, ਗਾਲ ਕੋਈ ਨਹੀਂ ਕੱਢੀ। ਹਾਂ, ਇਹ ਵੀ ਅਬਦੁੱਲਾ ਵਾਲੇ ਐਪਲੀਕੇਸ਼ਨ ਲਾਇਆ, ਅਬਦੁੱਲਾ ਨੇ ਤੇ ਗਾਲ ਹੀ ਕੋਈ ਨਹੀਂ ਕੱਢੀ। ਹਾਂ, ਲਗਾਤਾਰ ਜਿਹੜਾ ਹੈ ਗੁਜਰਾਤ ਤੇ ਜੇਲਮ ਨੂੰ ਸਭ ਉਸਤਾਦਾਂ ਨੂੰ ਗਾਲਾਂ ਕੱਢੀ ਜਾ ਰਿਹਾ ਸੀ ਕਿ ਗੁਜਰਾਤ ਤੇ ਜੇਲਮ ਦੇ ਸਾਰੇ ਉਸਤਾਦ ਲੋਂਡੇ ਬਾਜ਼, ਬੱਚੇ ਬਾਜ਼ ਚੁੰਮੀਆਂ ਲੈਂਦੇ ਨੇ। ਉਹ ਮਲਕ ਇਮਰਾਨ, ਉਹ ਮਲਕ ਤੇ ਮੈਂ ਇਮਰਾਨ ਸਿਰਫ ਇੰਨਾ ਚੜ ਕੇ ਆਖਿਆ ਬਈ ਇਹ ਇਲਾਕੇ ਨੂੰ ਟਾਰਗੇਟ ਕਰਨੇ ਦਾ ਕੀ ਮਕਸਦ ਹੈ। ਤਾਂ ਕੋਈ ਐਸਾ ਬੰਦਾ ਹੈ ਜਿਹਦੀ ਤੁਹਾਡੇ ਨਾਲ ਲੜਾਈ ਨਾ ਹੋਵੇ। ਬੜੇ ਨੇ ਉਹ ਮੇਰੇ ਸਿਸਟਰ ਹੈ, ਉਹ ਕਹਿੰਦੀ ਅਬਦੁੱਲਾ ਨੂੰ ਇੱਧਰ ਲਿਆਓ, ਕਹਿੰਦਾ ਅਬਦੁੱਲਾ ਨੂੰ ਇੱਧਰ ਲਿਆਓ, ਕਾਸ਼ਿਮ ਚੌਧਰੀ ਕਹਿੰਦਾ ਉਹ ਪੁੱਟੇ ਅਬਦੁੱਲਾ ਮਾਈਕ। ਪਰਸੋਂ ਚੌਥ ਅਬਦੁੱਲਾ ਨੇ ਉੱਤੇ ਥੱਲੇ ਬਰਾੜ ਦੇ ਉੱਤੇ ਨਾਮ ਅਬਦੁੱਲਾ ਨੇ ਕਿਸੇ ਤੇ ਲਿਖਿਆ ਤਾਂ ਗਾਲਾਂ ਮੈਨੂੰ ਕੱਢਣ ਲੱਗ ਪਈ। ਮੈਂ ਨਾਂ ਲਿਖਿਆ ਕਿਸੇ ਦਾ, ਉਹਨੇ ਕਿਹਾ ਗਾਲਾਂ ਫਿਰ ਯੂਸਫ ਨੂੰ ਕੱਢੋ, ਉਹ ਘੰਟਾ ਮੈਨੂੰ ਗਾਲਾਂ ਕੱਢ। ਮੈਂ ਇੱਕ ਹੋਰ ਨਾਂ ਲਿਆ ਰਾਤੀ। ਐਨੇ ਰੋਲੇ ਤੇ ਟੀਪੂ ਟਰੱਕਾਂ ਵਾਲੇ ਨਹੀਂ ਹੈ ਜਿੰਨੇ ਅਬਦੁੱਲਾ ਦੇ। ਚਲੋ ਕੋਈ ਨਹੀਂ, ਇਨਸ਼ਾਅੱਲਾ ਅਸੀਂ ਟੀਪੂ ਟਰੱਕਾਂ ਵਾਲੇ ਬਣਾਂਗੇ। ਉਹ ਥੱਲੇ ਕਾਸਿਮ ਵੀ ਲਿਖਦਾ ਪਿਆ, ਕਹਿੰਦਾ ਜਾਣ ਦੇ ਕਾਸਿਮ ਭਾਈ, ਛੋੜ ਦਿਆ ਮੈਨੇ। ਇਸਦਾ ਹਰ ਜਗ੍ਹਾ ਤੇ ਹੀ ਰੋਲ ਹੈ, ਕਹਿੰਦੇ ਇਸਦਾ ਰੋਲਾ ਕੁੱਪੋ ਨਾਲ ਵੀ ਹੈ, ਕੁੱਪੋ ਵੀ ਕਹਿੰਦੀ ਹੈ ਆ ਗਿਆ। ਅਸੀਂ ਮੈਚ ਨੇ ਉੱਥੇ ਰੂਹਾਨੀ ਜ਼ਾਹਿਦ ਦੀ ਬਰਾੜ ਤੇ ਮਰਜ਼ਈਆਂ ਦੇ ਮੈਚ ਪਾਇਆ ਹੋਇਆ ਸੀ ਇਹਨੇ। ਉਹ ਕਹਿੰਦੀ ਇਹਨੂੰ ਤਾਰੋ ਨਾ, ਇਹਨੂੰ ਉੱਪਰ ਲਵੋ, ਇਹ ਜਾ ਕੇ ਨਿਦਾ ਨਸਰ ਛੇੜ ਧਰੇ, ਉਹ ਕਹਿੰਦੀ ਇਹਨੂੰ ਉੱਤੇ ਲਵੋ, ਉਹ ਕਹਿੰਦੇ ਉੱਤੇ ਲੈਣਾ ਤੇ ਨਿਦਾ ਨਸਰ ਦੀ ਗੱਲ ਕਰਦਾ ਸੀ ਕੀ ਕਰੀਏ। ਤੂੰ ਅੱਜ ਕੱਲ੍ਹ ਉਹ ਕਹਿੰਦੀ ਅਗਰ ਅਬਦੁੱਲਾ ਨਹੀਂ ਨਾ ਤੁਸੀਂ ਉੱਤੇ ਲੈਣ ਤਾਂ ਮੈਂ ਜਾ ਰਹੀ ਹਾਂ। ਉਹਨੂੰ ਨਾ ਅਬਦੁੱਲਾ ਨੂੰ ਲੈਣ ਜੋਗੇ ਤੇ ਨਾ ਛੱਡਣ ਜੋਗੇ। ਕੌਣ
ਉੱਥੇ ਬੈਠੀ ਹੋਈ ਸੀ ਨਾ ਉਮੇ ਸਿਸਟਰ, ਤੇ ਅਬਦੁੱਲਾ ਹੀ ਪਹੁੰਚ ਗਿਆ। ਉਹਨਾਂ ਨੇ ਕਿਹਾ ਚਲੋ ਅਬਦੁੱਲਾ ਦਾ ਦਾ ਮੈਚ ਪਵਾ ਦਿਓ। ਹੁਣ ਅਬਦੁੱਲਾ ਨੇ ਗੱਲ ਕਰਦਿਆਂ ਕਿਹਾ ਕਿ ਤੂੰ ਇਹਨਾਂ ਕੋਲ ਇਨਸਾਫ ਲੈਣ ਆਈ ਹੈ ਤੇ ਨਿੰਦਾ ਨਸਰ ਨੂੰ ਇਨਸਾਫ ਨਹੀਂ ਦੇ ਸਕੇ। ਉਹਨਾਂ ਥੱਲੇ ਲਾ ਦਿੱਤਾ। ਉਹ ਕਹਿੰਦੀ ਇਹਨੂੰ ਉੱਤੇ ਚੁੱਕੋ। ਮੈਂ ਇਹਦੇ ਨਾਲ ਗੱਲ, ਉਹ ਕਹਿੰਦੀ ਕਿ ਤੁਸੀਂ ਇਹਨੂੰ ਉੱਤੇ ਨਾ ਚੁੱਕਿਆ ਤੇ ਮੈਂ ਜਾ ਰਹੀ ਹਾਂ। ਹੁਣ ਅਬਦੁੱਲਾ ਲੈਣ ਤੇ ਅਬਦੁੱਲਾ ਨੇ ਤਾਂ ਨਸਰ ਦੀ ਗੱਲ ਕਰੇ, ਉਹ ਫਿਰ ਥੱਲੇ ਲਾ ਦੇ। ਅੱਜ ਮੈਂ ਇੱਕ ਹੋਰ ਨਾਂ ਲਿਆ ਨਾ ਤੇ ਹੱਕੀ ਬੱਕੀ ਹੋ ਗਈ। ਮੈਂ ਇਹਨਾਂ ਨੇ ਹੁਣ ਉਹਨਾਂ ਬੰਦਿਆਂ ਨੂੰ ਜਿਸ ਵੇਲੇ ਫੋਨ ਕਰਨਾ ਹੈ ਨਾ ਕਿਸੇ ਨੇ ਵੀ, ਉਹਨਾਂ ਨੇ ਇਹਨੂੰ ਹੀ ਫੜਨਾ ਹੈ ਕਿ ਤੂੰ ਇਹਦੇ ਕੰਮ ਕਿਉਂ ਕਰਨੀ ਹੈ, ਕਿ ਸਾਡੇ ਉਹ ਬੜੇ ਬੜੇ ਵੱਡੇ ਲੋਕ ਨੇ। ਨਾ ਕਰ ਯੂਸਫੀ, ਨਾ ਕਰ, ਬੰਦ ਕਰ ਦੇ ਯਾਰ। ਸ਼ੂਟਰ ਕੌਣ ਹੈ? ਸ਼ੂਟਰ ਪਹਿਲੇ ਦੱਸੇ ਮੈਨੂੰ ਯਾਰ। ਯੂਸਫੀ ਨਾ ਬੰਦ ਕਰ ਦੇ, ਯੂਸਫੀ ਬੰਦ ਕਰ ਦਿਓ, ਰਹਿਣ ਦਿਓ। ਆਪ ਥੱਲੇ ਆ ਗਏ ਨੇ ਆਪਣੇ MSR ਸਾਹਿਬ, ਤੇ ਸਾਰੇ ਤਿਆਰ ਹੋ ਜਾਓ, ਉੱਤੇ ਆ ਰਹੇ ਨੇ। ਉੱਤੇ ਆ ਕੇ ਉਹ ਕੀ ਗੱਲ ਪੁੱਛਣਗੇ? ਉੱਤੇ ਆ ਕੇ ਕੀ ਗੱਲ ਪੁੱਛਣੀ ਹੈ? ਤੁਹਾਡੇ ਜੋ ਨਾਮ ਹੀ ਆਪ ਤੱਕ ਹੋਣ, ਉਹਨਾਂ ਨੂੰ ਬੁਲਾ ਲਓ। ਮੈਨੂੰ ਬੰਦਾ ਲੱਭ ਗਿਆ ਹੈ ਜਿਹਦਾ ਅੱਲਾ ਦੇ ਨਾਲ ਤਲਕ ਹੈ। ਉਹ ਪੁੱਛਦੇ ਸਨ ਪਏ ਕਿ ਤੁਹਾਡੇ ਕੋਲ ਕੋਈ ਬੰਦਾ ਹੈ ਤੇ ਉਹ ਦੱਸੋ ਕਿੱਥੇ ਹੈ। ਸਾਡੇ ਕੋਲ ਮਲਕ ਇਮਰਾਨ ਹੈ। ਸ਼ੂਟਰ ਹੈ ਸਾਡੇ ਕੋਲ ਮਲਕ ਇਮਰਾਨ ਹੈ। ਆਪਾਂ ਸ਼ੂਟਰ ਦੀ ਤੇ MSR ਸਾਹਿਬ ਦੀ। ਆਓ ਜੀ MSR ਸਾਹਿਬ, ਇਹ ਤਲਕ ਬਿੱਲਾ ਆਦਮੀ ਹੈ ਤੇ ਤੁਸੀਂ ਆ ਕੇ ਇਹਨੂੰ ਸਵਾਲ ਪਾ ਸਕਦੇ ਹੋ। ਯਾਰ ਤੁਸੀਂ ਸ਼ੇਰ ਪੜੋ ਨਾ ਮੇਰੇ ਨਾਲ। ਤੁਸੀਂ ਹੁਕਮ ਕਰੋ। ਅੱਛਾ, ਸ਼ੇਰ ਹੈ। ਸ਼ੇਰ अर्ज ਕੀ ਹੈ? कुर्बान तेरी शान पर हसनैन